बहुत बहुत शुक्रिया सर। मैं समय ਦੀ ਨਜ਼ਾਕਤ ਨੂੰ ਸਮਝਦੀ ਹੋਈ ਬਿਲਕੁਲ ਆਪਣਾ ਪਰਚਾ ਹੀ ਪੜਾਂਗੀ ਸਿੱਧਾ। ਮੇਰੇ ਪਰਚੇ ਦਾ ਵਿਸ਼ਾ ਹੈ ਦੋ ਪਖਤਾ ਦੀ ਦਹਲੀਜ਼ ਤੇ ਖੜੇ ਰਿਸ਼ਤੇ, ਇੱਕ ਸੋਗੀ ਪਲ ਦੀ ਦਾਸਤਾਨ ਦੇ ਆਧਾਰ ਤੇ। ਇਹ ਸੰਤੋਖ ਧਾਲੀਵਾਲ ਜੀ ਦੀ ਕਹਾਣੀ ਆ। ਕਿਸੇ ਵੀ ਕੌਮ ਦੀ ਅਮੀਰੀ ਉਸਦੇ ਸੱਭਿਆਚਾਰ ਤੋਂ ਜਾਣੀ ਜਾਂਦੀ ਹੈ। ਸੱਭਿਆਚਾਰ ਵਿਰਾਸਤ ਅਤੇ ਲੋੜਾਂ ਦਾ ਮਨੁੱਖ ਸਿਰਜਤ ਭਾਗ ਹੁੰਦਾ ਹੈ। ਕਿਸੇ ਵੀ ਦੇਸ਼ ਦੇ ਸੱਭਿਆਚਾਰ ਵਿੱਚ ਉਸਦੀ ਵਿਰਾਸਤ ਅਤੇ ਸਮਾਜਿਕ ਰਹਿਣੀ ਬਹਿਣੀ ਦਾ ਪ੍ਰਮਾਣ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਸੱਭਿਆਚਾਰਕ ਖੁੱਲ੍ਹਣਾ ਨੈਤਿਕਤਾ ਤੇ ਭਾਰੀਆਂ ਪੈ ਜਾਣ ਤਾਂ ਸੱਭਿਆਚਾਰਕ ਦਵੰਦ ਪੈਦਾ ਹੁੰਦਾ ਹੈ। ਇੱਥੇ ਪਰਿਵਾਰਕ ਰਿਸ਼ਤੇ ਦੋ ਪਖਤਾ ਦੀ ਦਹਲੀਜ਼ ਤੇ ਖੜ ਜਾਂਦੇ ਹਨ। ਸੰਤੋਖ ਧਾਲੀਵਾਲ ਦੀ ਕਹਾਣੀ ਸੋਗੀ ਪਲ ਦੀ ਦਾਸਤਾਨ ਇਸੇ ਦੋ ਪਖਤਾ ਨੂੰ ਰੂਪਮਾਨ ਕਰਦੀ ਹੈ। ਬਰਤਾਨਵੀ ਪੰਜਾਬੀ ਸਾਹਿਤ ਸਿਰਜਣਾ ਆਪਣੇ ਆਗਾਜ਼ ਪਟੇਲ ਅਤੇ ਪੂੰਜੀਵਾਦੀ ਜੀਵਨ ਸ਼ੈਲੀ ਚਿੰਤਨ ਤੇ ਵਿਸ਼ਵੀ ਵਿਚਾਰਧਾਰਾ ਦੇ ਕਾਰਨ ਇੱਕ ਵੱਖਰੀ ਪਹਿਚਾਣ ਜਾਂ ਮੁਹਾਂਦਰਾ ਬਣਾਉਂਦੀ ਹੈ। ਕਹਾਣੀ ਦਾ ਮੁੱਖ ਪਾਤਰ ਸਰਦੀਪ ਹੈ, ਜੋ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚੋਂ ਗੁਜ਼ਰਦਾ ਹੋਇਆ ਬਰਤਾਨੀਆ ਵਿੱਚ ਆਪਣੇ ਪੈਰ ਜਮਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਸੰਕਟ ਉੱਥੇ ਪੈਦਾ ਹੁੰਦਾ ਹੈ ਜਦੋਂ ਸਰਦੀਪ ਆਪਣੀ ਪਤਨੀ ਬਲਜੀਤ ਦੇ ਹੁੰਦਿਆਂ ਹੋਇਆਂ ਵੀ ਇੱਕ ਵਿਆਹਬਾਰੀ ਰਿਸ਼ਤਾ ਬਣਾ ਲੈਂਦਾ ਅਤੇ ਜਿਸ ਤੋਂ ਉਹ ਇੱਕ ਧੀ ਦਾ ਬਾਪ ਵੀ ਬਣ ਜਾਂਦਾ ਹੈ। ਕਹਾਣੀ ਵਿੱਚ ਬਰਤਾਨਵੀ ਨਫ਼ਰਤ ਦੀ ਨੀਂਹ ਰੰਗ, ਨਸਲ, ਭਾਸ਼ਾ ਅਤੇ ਸੱਭਿਆਚਾਰਕ ਵਖਰੇਵੇਂ ਦੀ ਥਾਂ ਅਗਿਆਤ ਦੇ ਭੈ ਉੱਪਰ ਆਧਾਰਿਤ ਹੈ। ਅਸਲ ਵਿੱਚ ਸੱਭਿਆਚਾਰਕ ਤਣਾਅ ਉਦੋਂ ਪੈਦਾ ਹੁੰਦਾ ਹੈ ਜਦੋਂ ਬਾਹਰ ਮੁਖੀ ਸਮਾਜਿਕ ਵਿਰੋਧ ਵਧੇਰੇ ਉਤਪੰਨ ਹੁੰਦੇ ਹਨ। ਇਹ ਵਿਰੋਧ ਪਰੰਪਰਾ ਅਤੇ ਪਰਿਵਰਤਨ ਦੇ ਵਿਚਕਾਰ ਵਾਪਰਦੇ ਹਨ। ਸੱਭਿਆਚਾਰਕ ਖੁੱਲ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਇੱਕ ਐਸੇ ਪੜਾਅ ਤੇ ਖੜਾ ਕਰ ਦਿੱਤਾ ਹੈ ਜਿੱਥੇ ਉਹ ਨਾ ਤਾਂ ਆਪ ਅੱਗੇ ਵਧ ਸਕਦੇ ਹਨ ਅਤੇ ਨਾ ਹੀ ਆਪਣੀ ਔਲਾਦ ਦਾ ਅਜੋਕੀ ਸੋਚ ਨਾਲ ਅੱਗੇ ਵਧਣਾ ਸਹਿਣ ਕਰ ਸਕਦੇ ਹਨ। ਸਰਦੀਪ ਦੀ ਪਹਿਮ ਪ੍ਰਤੀ ਜਿਸਮਾਨੀ ਖਿੱਚ ਅਤੇ ਉਸ ਤੋਂ ਇੱਕ ਬੱਚੀ ਦਾ ਜਨਮ ਲੈਣਾ ਵੀ ਅਜਿਹੀ ਖੁੱਲ੍ਹ ਦਾ ਨਤੀਜਾ ਹੈ। ਕੋਈ ਵੀ ਭਾਰਤੀ ਔਰਤ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਹ ਮਰਿਆਦਾ ਨੂੰ ਹੀ ਆਪਣਾ ਗਹਿਣਾ ਮੰਨਦੀ ਹੈ। ਜਿਵੇਂ ਉਸ ਦੀ ਪਤਨੀ ਬਲਜੀਤ ਦੇ ਸ਼ਬਦਾਂ ਵਿੱਚ, ਮੈਨੂੰ ਵੀ ਬਥੇਰੇ ਮੌਕੇ ਮਿਲਦੇ ਰਹੇ ਨੇ। ਬਥੇਰੇ ਮਰਦਾਂ ਨੇ ਮੇਰੇ ਵੱਲ ਅੱਡੀਆਂ ਚੁੱਕ ਚੁੱਕ ਦੇਖਿਆ, ਪਰ ਮੈਂ ਕਿਸੇ ਨੂੰ ਆਪਣੀ ਵਿਚਰਨ ਦੀਆਂ ਦੀਵਾਰਾਂ ਤੋਂ ਉੱਪਰ ਨਹੀਂ ਝਾਕਣ ਦਿੱਤਾ। ਸਮੁੱਚੀ ਕਹਾਣੀ ਵਿੱਚ ਪ੍ਰਵਾਸ ਵਿੱਚ ਪੈਦਾ ਹੋਈਆਂ ਦੁਸ਼ਵਾਰੀਆਂ, ਖੁੱਲ੍ਹਾਂ, ਵਿਆਹਬਾਰੀ ਸਬੰਧਾਂ, ਨਾਰੀਵਾਦੀ ਸੋਚ, ਮਰਦ ਹਉਮੈ ਅਤੇ ਬਗਾਵਤੀ ਸੁਰਾਂ ਦੇ ਦੁਆਲੇ ਘੁੰਮਦੀ ਹੈ। ਸਰਦੀਪ ਦੀ ਮਰਦ ਹਉਮੈ ਉਸਨੂੰ ਆਪਣੀ ਪਤਨੀ ਤੋਂ ਇਲਾਵਾ ਹੋਰ ਰਿਸ਼ਤੇ ਬਣਾਉਣ ਦੀ ਖੁੱਲ੍ਹ ਦਿੰਦੀ ਹੈ, ਪਰ ਆਪਣੀ ਧੀ ਦਾ ਅੰਤਰਦੇਸ਼ੀ ਮੁੰਡੇ ਨਾਲ ਪਿਆਰ ਕਰਨਾ ਉਸਦੇ ਅਣਖ ਦੇ ਖਿਲਾਫ ਲੱਗਦਾ ਹੈ। ਇਸ ਅਨੈਤਿਕਤਾ ਵਿੱਚੋਂ ਹੀ ਸਰਕਸ਼ੀ ਪੈਦਾ ਹੁੰਦੀ ਹੈ, ਭਾਵ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਉਸਦੀ ਬੇਟੀ ਨੂੰ ਪਤਾ ਚੱਲਦਾ ਹੈ ਕਿ ਉਸਦੇ ਬਾਪ ਦਾ ਕਿਤੇ ਬਾਹਰ ਰਿਲੇਸ਼ਨ ਆ, ਤਾਂ ਉਹ ਆਪਣੀ ਮਦਰ ਨੂੰ ਇਹ ਦੱਸ ਦਿੰਦੀ ਹੈ ਤਾਂ ਕਿ ਉਹ ਉਹਦਾ ਜਿਹਦਾ ਨਾਲ ਉਹਦਾ ਪਿਆਰ ਆ ਉਸ ਰਿਸ਼ਤੇ ਨੂੰ ਉਹ ਕਬੂਲ ਕਰੇ। ਪਰ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਇੱਕ ਸੋਚ ਦੇ ਵਿੱਚ ਅਣਖ ਮੌਜੂਦ ਹੁੰਦੀ ਆ। ਉਹ ਭਾਵੇਂ ਬਰਤਾਨੀਆ ਦੇ ਵਿੱਚ ਜਾ ਕੇ ਰਹਿਣ, ਕਿੱਥੇ ਵੀ ਜਾ ਕੇ ਰਹਿਣ, ਉਹ ਅਣਖ ਉਹਨਾਂ ਦੇ ਖੂਨ ਦਾ ਹਿੱਸਾ ਬਣ ਕੇ ਰਹਿੰਦੀ ਹੈ। ਉਹ ਖੁਦ ਇੱਕ ਮਰਦ ਹਉਮੈ ਉਹਦੇ ਵਿੱਚ ਜਾਗਦੀ ਹੈ, ਖੁਦ ਤਾਂ ਉਹ ਰਿਸ਼ਤਾ ਵਿਆਹ ਬਾਰੀ ਕਬੂਲ ਕਰ ਲੈਂਦਾ, ਪਰ ਆਪਣੀ ਧੀ ਲਈ ਅਜਿਹੇ ਰਿਸ਼ਤੇ ਨੂੰ ਜਿਹੜਾ ਉਹ ਕਬੂਲ ਨਹੀਂ ਕਰਦਾ। ਬਰਤਾਨਵੀ ਸੱਭਿਆਚਾਰ ਵਿੱਚ ਧਰਮ ਅਤੇ ਕਾਮ ਨੂੰ ਕੁੰਜੀ ਦਿਸ਼ਾ ਨਿਰਦੇਸ਼ ਕਰ ਰਹੀ ਹੈ। ਪੱਛਮੀ ਖੁੱਲ੍ਹਾਂ ਨੇ ਜਿੱਥੇ ਪ੍ਰਵਾਸੀ ਪੀੜ੍ਹੀ ਦਾ ਨਾਸ਼ ਕੀਤਾ ਹੈ, ਉੱਥੇ ਉਹਨਾਂ ਦੀ ਅਗਲੀ ਪੀੜ੍ਹੀ ਨੂੰ ਵੀ ਨੈਤਿਕਤਾ ਤੋਂ ਵਾਂਝਿਆ ਰੱਖਿਆ ਹੈ। ਕਹਾਣੀ ਵਿੱਚ ਦੂਸਰੀ ਸਮੱਸਿਆ ਨਸਲਵਾਦ ਦੀ ਹੈ। ਪ੍ਰਵਾਸੀ ਪੰਜਾਬੀ ਵਿੱਚ ਨਸਲਵਾਦ ਨੇ ਘਰ ਕੀਤਾ ਹੋਇਆ ਹੈ। ਨਸਲੇ ਵਿਤਕਰੇ ਅਧੀਨ ਨਸਲ, ਰੰਗ, ਧਰਮ ਅਤੇ ਜ਼ਾਤ ਨੂੰ ਇਨਸਾਨਾਂ ਤੋਂ ਉੱਪਰ ਸਮਝਿਆ ਜਾਂਦਾ ਹੈ। ਕਹਾਣੀ ਦਾ ਮਰਦ ਪਾਤਰ ਸਰਦੀਪ ਆਪ ਤਾਂ ਸੱਭਿਆਚਾਰਕ ਖੁੱਲ੍ਹਾਂ ਨੂੰ ਮਾਣਦਾ ਹੋਇਆ ਅੰਤਰਦੇਸ਼ੀ ਸੰਬੰਧ ਕਾਇਮ ਕਰਦਾ ਹੈ, ਪਰ ਆਪਣੀ ਧੀ ਰਚਨਾ ਲਈ ਅਜਿਹਾ ਵਰਤਾਰਾ ਮਨਜ਼ੂਰ ਨਹੀਂ ਕਰਦਾ। ਉਹ ਆਪਣੇ ਸ਼ਬਦਾਂ ਵਿੱਚ ਕਹਿੰਦਾ ਹੈ, ਦੁੱਖ ਤਾਂ ਮੈਨੂੰ ਹੋਣਾ ਹੀ ਸੀ ਜੇ ਰਚਨਾ ਘਰੋਂ ਬਾਹਰ ਪੈਰ ਰੱਖਦੀ, ਪਰ ਕਿਸੇ ਇੰਡੀਅਨ ਭਾਈਚਾਰੇ ਦੇ ਮੁੰਡੇ ਨਾਲ ਵੀ ਆਉਂਦੀ, ਪਰ ਇੱਕ ਵੈਸਟ ਇੰਡੀਅਨ ਮੁੰਡੇ ਨਾਲ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਮਤਲਬ ਚਾਹੇ ਉਹ ਭਾਰਤ ਦੇ ਵਿੱਚ ਰਹਿੰਦੀ, ਚਾਹੇ ਉਹ ਬਰਤਾਨੀਆ ਦੇ ਵਿੱਚ ਰਹਿੰਦੀ, ਉਹਨਾਂ ਦੇ ਖੂਨ ਦੇ ਅੰਦਰ ਜਿਹੜਾ ਇੱਕ ਅਣਖੀ ਵਰਤਾਰਾ ਉਹ ਉਸੇ ਤਰ੍ਹਾਂ ਘਰ ਕਰਕੇ ਬੈਠਾ ਹੋਇਆ ਕਿ ਉਹਦੇ ਲਈ ਆਪਣੀ ਧੀ ਦਾ ਘਰੋਂ ਬਾਹਰ ਪੈਰ ਰੱਖਣਾ ਜਾਂ ਉਹਦਾ ਆਪਣੀ ਮਰਜ਼ੀ ਦੇ ਨਾਲ ਆਪਣਾ ਇੱਕ ਰਿਲੇਸ਼ਨ ਚੁਣ ਲੈਣਾ ਉਹਦੀ ਬਰਦਾਸ਼ਤ ਤੋਂ ਬਾਹਰ ਆ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਹਾਣੀ ਦੇ ਵਿੱਚ ਸਮੁੱਚੀ ਕਹਾਣੀ ਦੇ ਵਿੱਚ ਇੱਕ ਅਨੈਤਿਕ ਸੱਭਿਆਚਾਰ ਜਿਹੜਾ ਉਹ ਛਾਇਆ ਹੋਇਆ।
ਸਰਦੀਪ ਆਪਣੀ ਧੀ ਤੇ ਇਲਜ਼ਾਮ ਲਗਾਉਂਦਾ ਹੈ ਕਿ ਉਸਨੇ ਆਪਣੇ ਦੇਵ ਦੇ ਨਾਲ ਰਿਸ਼ਤੇ ਨੂੰ ਕਾਇਮ ਰੱਖਣ ਲਈ ਉਸਦੇ ਰਿਸ਼ਤੇ ਦਾ ਭੰਡਾ ਭੰਨਿਆ ਹੈ, ਜਿਸ ਲਈ ਉਸਨੂੰ ਬੇਘਰ ਹੋਣਾ ਪਿਆ ਤੇ ਉਸਦੀ ਪਤਨੀ ਜਿਹੜੀ ਬਲਜੀਤ ਆ ਉਹਨੂੰ ਘਰ ਚੋਂ ਬਾਹਰ ਕੱਢ ਦਿੰਦੀ ਆ ਪੂਰੀ ਕਾਨੂੰਨੀ ਸਹਾਇਤਾ ਦੇ ਨਾਲ ਕਿ ਮੈਂ ਇੱਕ ਇਹੋ ਜਿਹੇ ਮਰਦ ਨਾਲ ਨਹੀਂ ਰਹਿਣਾ ਚਾਹੁੰਦੀ ਜਿਸ ਨੇ ਮੇਰੇ ਤੋਂ ਇਲਾਵਾ ਬਾਹਰ ਜਿਹੜੇ ਰਿਸ਼ਤੇ ਕਾਇਮ ਕੀਤੇ ਹੋਏ। ਸੋ ਇਸ ਪੂਰੀ ਕਹਾਣੀ ਦੇ ਵਿੱਚੋਂ ਦੋ ਨੁਕਤੇ ਨਿਕਲ ਕੇ ਸਾਹਮਣੇ ਆਉਂਦੇ। ਇੱਕ ਤਾਂ ਇਹ ਹੈ ਕਿ ਭਾਰਤੀ ਔਰਤ ਚਾਹੇ ਭਾਰਤ ਵਿੱਚ ਆ ਚਾਹੇ ਬਾਹਰ ਆ, ਉਹ ਮਰਦ ਦੇ ਕੋਲੋਂ ਪੂਰੀ ਵਫਾਦਾਰੀ ਭਾਲਦੀ ਆ ਕਿ ਭਾਰਤੀ ਔਰਤ ਆਪ ਵੀ ਮਰਿਆਦਾ ਵਿੱਚ ਰਹਿਣਾ ਲੋਚਦੀ ਹੈ ਅਤੇ ਆਪਣੇ ਪਤੀ ਕੋਲੋਂ ਵੀ ਵਫਾਦਾਰੀ ਦੀ ਉਮੀਦ ਕਰਦੀ ਹੈ। ਤੇ ਦੂਸਰਾ ਜਿਹੜਾ ਇੱਕ ਤਣਾਅ ਹੈ ਉਹ ਇਹ ਹੈ ਕਿ ਮਰਦ ਹੋਮੇ ਜਿਹੜੀ ਉਹ ਹਰ ਜਗ੍ਹਾ ਦੇ ਉੱਪਰ ਮੌਜੂਦ ਰਹਿੰਦੀ ਆ, ਖੁਦ ਤਾਂ ਬਾਹਰ ਵਿਆਹ ਬਾਰੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਕਾਇਮ ਕਰਦੇ ਆ, ਪਰ ਆਪਣੀ ਔਲਾਦ ਲਈ ਇਸ ਪੱਖ ਦੇ ਵਿੱਚ ਉਹਨਾਂ ਦੀ ਸੋਚ ਜਿਹੜੀ ਹੈ ਉਹ ਨਕਾਰਾਤਮਕ ਹੈ। ਸੋ ਮੇਰੀ ਪੂਰੀ ਕਹਾਣੀ ਦੇ ਵਿੱਚ ਇਹ ਜਿਹੜੀ ਇੱਕ ਸੱਭਿਆਚਾਰਕ ਅਨੈਤਿਕਤਾ ਜਾਂ ਇੱਕ ਸੱਭਿਆਚਾਰਕ ਦਵੰਦ ਆ ਉਹ ਪੂਰਾ ਇਹਦੇ ਵਿੱਚ ਪੇਸ਼ ਹੁੰਦਾ। ਧੰਨਵਾਦ। बहुत बहुत धन्यवाद डॉक्टर सुदीप कौर जी, जिन्ना समा बोलिया गया सी बिल्कुल तुसी उस ते रहंदा बड़ी बड़ियां गल्लां कीतियां, लाजवाब गल्लां कीतियां तुसी। सो दिल बहुत बहुत धन्यवाद। मैं ਹੁਣ ਅਗਲੇ ਸਪੀਕਰ ਜਿਹੜੇ ਕਿ ਸਾਡੇ ਆਪਣੇ ਹੀ ਇਤਿਹਾਸ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਕੰਮ ਕਰਨ ਡਾਕਟਰ ਮੀਨਾਕਸ਼ੀ, ਉਹਨਾਂ ਦਾ ਟੌਪਿਕ ਹੈ ਜੀ ਡਾਕਟਰ ਦਵਿੰਦਰ ਕੌਰ ਦੇ ਕਾਵਿ ਵਿੱਚ ਹਿੰਮਤ ਪਾਸਾਰ। ਉਹ ਤੁਹਾਡੇ ਸਾਹਮਣੇ ਆਪਣਾ ਪਰਚਾ ਪੇਸ਼ ਕਰ ਰਹੇ हैं डॉक्टर मीनाक्षी। ਧੰਨਵਾਦ ਸਰ। ਜਿਵੇਂ ਸਰ ਨੇ ਦੱਸਿਆ ਕਿ ਮੇਰੇ ਪੇਪਰ ਦਾ ਜਿਹੜਾ ਵਿਸ਼ਾ ਹੈ ਡਾਕਟਰ ਦਵਿੰਦਰ ਕੌਰ ਦੇ ਕਾਵਿ ਵਿੱਚ ਥੀਮਿਕ ਮਸਾਲਾ। ਦਵਿੰਦਰ ਕੌਰ ਪੰਜਾਬੀ ਦੇ ਅਜ਼ੀਮ ਜ਼ਹੀਨ ਸ਼ਾਇਰਾਂ ਅਤੇ ਸਾਹਿਤਕਾਰ ਹਨ। ਦਵਿੰਦਰ ਕੌਰ ਦੇ ਹੁਣ ਤੱਕ ਤਿੰਨ ਕਾਵਿ ਤੇ 5 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਜੇ ਦਵਿੰਦਰ ਕੌਰ ਦੇ ਕਾਵਿ ਵਿੱਚ ਥੀਮਿਕ ਪਸਾਰ ਦੀ ਗੱਲ ਕਰੀਏ ਤਾਂ ਸ਼ਾਇਰਾਂ ਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਦੀ ਵੰਸਵੰਤਾ ਵੀ ਮਿਲਦੀ ਹੈ ਅਤੇ ਵਿਚਾਰ ਤੇ ਭਾਵ ਦਾ ਸੰਤੁਲਿਤ ਸੰਗਮ ਵੀ। ਤੇ ਵੰਸਵੰਤਾ ਉਹਨਾਂ ਦੇ ਪਹਿਲੇ ਕਾਵਿ ਸੰਗ੍ਰਹਿ ਤੋਂ ਹੁਣ ਤੱਕ ਨਿਰੰਤਰ ਬਣੀ ਹੋਈ ਹੈ। ਇਹਨਾਂ ਦੀ ਕਵਿਤਾ ਵਿੱਚ ਥੀਮਿਕ ਪਸਾਰ ਦਾ ਘੇਰਾ ਨਿਜ ਤੋਂ ਪਰ ਤੋਂ ਸਮਾਜ ਅਤੇ ਸਮਾਜ ਤੋਂ ਮਨੁੱਖਤਾ ਤੱਕ ਫੈਲਿਆ ਹੋਇਆ ਹੈ। ਜੇ ਅਸੀਂ ਨਿਜ ਦੀ ਗੱਲ ਕਰੀਏ, ਸ਼ਾਇਰ ਆਪਣੇ ਸੰਬੰਧਾਂ ਜਾਂ ਜੀਵਨ ਨਾਲ ਜੋ ਵੀ ਪਿਛਲੇ ਕੋਡੇ ਸਰ ਉਹਨਾਂ ਨੂੰ ਛੁਪਾਉਂਦੀ ਨਹੀਂ, ਸਗੋਂ ਬੜੀ ਬੇਬਾਕੀ ਨਾਲ ਆਟਾ ਸਾਹਮਣੇ ਰੱਖਦੀ ਹੈ, ਜਿਸ ਦਾ ਉਦਾਹਰਨ ਉਹਨਾਂ ਦੀ ਕਰ ਸਭਿਅਤਾ ਸਮੁੰਦਰੀ ਕਵਿਤਾਵਾਂ ਵੱਲੋਂ ਦੇਖਿਆ ਜਾ ਸਕਦਾ ਹੈ। ਜਿਵੇਂ ਸਮੁੰਦਰੀ ਕਰ ਵਿੱਚ ਜਿਹੜਾ ਕਰ ਹੈ ਉਹ ਸਮੁੰਦਰ ਵਾਂਗ ਹੋ ਗਿਆ ਹੈ। ਇਸ ਵਿੱਚ ਕਾਫ ਮੇ ਦੀਆਂ ਖਾਹਿਸ਼ਾਂ, ਰੀਝਾਂ, ਸਦਰਾਂ, ਚਾਰ ਰਿਸ਼ਤੇ, ਵਿਸ਼ਵਾਸ ਸਭ ਕੁਝ ਸਮੁੰਦਰ ਵਾਂਗ ਤਰਲ ਅਵਸਥਾ ਦੇ ਵਿੱਚ ਹਨ, ਮਤਲਬ ਬਹਾਵ ਦੀ ਸਥਿਤੀ ਵਿੱਚ ਹਨ। ਕੁਝ ਵੀ ਸਥਿਰ ਨਹੀਂ, ਸਭ ਕੁਝ ਅਸਤ ਵਿਅਸਤ ਹੈ, ਜਿਵੇਂ ਕਾਵ ਸਤਰਾਂ ਨੂੰ ਵੇਖਿਆ ਜਾ ਸਕਦਾ ਹੈ। ਅੱਜ ਕੱਲ ਨੀਲੇ ਸਮੁੰਦਰੀ ਕਰ ਸੂਰਜ ਦੇ ਚੜ੍ਹਨ ਤੋਂ ਡੁੱਬਣ ਤੱਕ ਸਭ ਕੁਝ ਠਹਿਰਦਾ ਹੈ। ਸੋ ਇਸ ਕਵਿਤਾ ਤੋਂ ਪਤਾ ਚੱਲਦਾ ਹੈ ਕਿ ਕਵਿਤਾ ਦੀ ਕਾਵ ਨੇ ਨਾਰੀ ਦੇ ਦੁੱਖ ਨੂੰ ਭੋਗ ਵੀ ਰਹੀ ਹੈ ਅਤੇ ਉਸ ਪ੍ਰਤੀ ਸੁਚੇਤ ਵੀ ਹੈ ਅਤੇ ਦੁੱਖ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਉਸ ਕੋਲ ਇੱਕ ਸਿਰਜਣਾਤਮਕ ਯੋਗਤਾ ਵੀ ਹੈ। ਜੇ ਅਸੀਂ ਦੀ ਗੱਲ ਕਰੀਏ, ਕਈ ਕਵਿਤਾਵਾਂ ਵਿੱਚ ਸ਼ਾਇਰਾਂ ਨਿਜ ਤੋਂ ਉੱਪਰ ਉੱਠ ਕੇ ਸਮੁੱਚੇ ਨਾਰੀ ਸੰਸਾਰ ਦੀ ਵੇਦਨਾ ਬਾਰੇ ਗੱਲ ਕਰਦੀ ਹੈ। ਉਦਾਹਰਨ ਵਜੋਂ ਸੜਕ ਨੰਬਰ 1 ਦੇ ਰੰਗ, ਉਸਦੇ ਪੈਰਾਂ ਵਿੱਚ ਪੋਸਟਰ ਮਦਰ ਆਦਿ ਕਵਿਤਾਵਾਂ ਹਨ। ਇਹਦੇ ਲਈ ਅਸੀਂ ਮਹਿੰਦੀ ਦੇ ਰੰਗ ਕਵਿਤਾ ਵਿੱਚੋਂ ਕੁਝ ਸਤਰਾਂ ਦੇਖ ਸਕਦੇ ਹਨ। ਕਿਤੋਂ ਸ਼ੁਰੂ ਤੇ ਕਿਤੇ ਪਹੁੰਚੀ, ਇਸ ਮਨੁੱਖਤਾ ਨੂੰ ਕੀ ਕਹੀਏ, ਜਿੱਥੇ ਕੁਝ ਵੀ ਸਹਿਮੇ ਉਸ ਬਸਤੀ ਦਾ ਨਾਂ ਕੀ ਕਹੀਏ ਦਾ ਨਾਮ ਲਈਏ। ਇਸ ਤਰ੍ਹਾਂ ਹੀ ਜਿਵੇਂ ਨੀਚ ਸਮਾਜ ਬਾਰੇ ਗੱਲ ਕਰਦੀ ਹੋਈ ਲੇਖਿਕਾ ਸਮਾਜ ਵਿੱਚ ਔਰਤ ਦੀ ਹਿਫਾਜ਼ਤ, ਭ੍ਰਿਸ਼ਟਾਚਾਰ, ਭਰੂਣ ਹੱਤਿਆ, ਸਿਰਫ ਮੁੰਡੇ ਨਾਰੀ ਵੰਸ਼ ਨੂੰ ਤੋੜਨ ਵਾਲੀ ਸੋਚ ਦਾ ਖੰਡਨ ਆਦਿ ਵਿਸ਼ਿਆਂ ਬਾਰੇ ਗੱਲ ਕਰਦੀ ਹੈ ਤਾਂ ਸਮਾਜ ਨਾਲ ਜੁੜ ਜਾਂਦੀ ਹੈ। ਇਸਦੀ ਸਭ ਤੋਂ ਵੱਡੀ ਅਤੇ ਟੁਕੜੀ ਉਦਾਹਰਨ ਜਿਹੜੀ ਹੈ ਉਹਨਾਂ ਦੀ ਸਭ ਤੋਂ ਲੰਬੀ ਰਚਨਾ ਮਹਾਦੇਵੀ ਕਵਿਤਾ ਹੈ, ਜਿਹਦੇ ਵਿੱਚ ਉਹ ਇਤਿਹਾਸਕ ਪਾਤਰਾਂ ਦੇਵੀਆਂ ਦੇ ਰਾਹੀਂ ਔਰਤ ਦੇ ਅੱਜ ਦੇ ਸੰਦਰਭ ਵਿੱਚ ਗੱਲ ਕਰਦੀ ਹੈ, ਉਹਨਾਂ ਦੀ ਮੁਸ਼ਕਲਾਂ ਉਹਨਾਂ ਨੂੰ ਦੱਸਦੀਆਂ ਹਨ। ਇਸੇ ਤਰੀਕੇ ਨਾਲ ਮਨੁੱਖਤਾ ਬਾਰੇ ਗੱਲ ਕਰੀਏ, ਜਦ ਲੇਖਿਕਾ ਗੁਲਾਮੀ ਦੀ ਪ੍ਰਥਾ, ਨਸਲਵਾਦ, ਸਮਾਜਿਕ ਵਿਤਕਰਾ ਆਦਿ ਬਾਰੇ ਗੱਲ ਕਰਦੀ ਹੈ ਤਾਂ ਉਹ ਆਪਣੇ ਵਿਸ਼ੇ ਖੇਤਰ ਨੂੰ ਹੋਰ ਵਿਸਤਾਰ ਦਿੰਦੀ ਹੈ। ਇੱਥੇ ਉਸਦੀ ਕਵਿਤਾ ਨਿੱਜੀ ਨਹੀਂ ਹੁੰਦੀ, ਸਗੋਂ ਸਮੁੱਚੇ ਮਨੁੱਖੀ ਸੰਸਾਰ ਨਾਲ
ਮੈਂ ਪਤਾ ਬੋਲਦੀ ਹੈ ਜਿਵੇਂ ਬਰਲਿਨ ਦੀ ਕੰਧ ਨੈਲਸਨ ਮੰਡੇਲਾ ਇੱਕ ਐਸੀ ਮਹਾਮਾਰੀ ਹੈ ਪ੍ਰਵਾਸੀ ਮਜ਼ਦੂਰ ਵਰਗੀਆਂ ਕਵਿਤਾਵਾਂ ਵਿੱਚ ਸ਼ਾਇਦ ਦੇਸ਼ ਕਾਲ ਦੀਆਂ ਹੱਦਾਂ ਪਾਰ ਕਰ ਸਮੁੱਚੀ ਮਨੁੱਖਤਾ ਨਾਲ ਅਹਿਸਾਸ ਦਾ ਰਿਸ਼ਤਾ ਜੋੜਦੀ ਹੈ। ਫॉर एग्जाम्पल एक ऐसी है महामारी कविता विच देवेंद्र कौर विश्व पद्धर ते फैली महामारी कोरोना बारे गल करती हुई कोरोना करके परेशान हताश आम जनता की बदहाली करती हुई सिस्टम की असफलता उत्ते भी ध्यान केंद्रित करती है। उदाहरण वजों एक ऐसी महामारी है मासूमां दे प्राणां ते जित रही सिस्टम की आ रही है। इसे तरह प्रवासी मजदूरों को समर्पित कविता अपने देश विच प्रवासी अपनी धरती ते बेगानगी के एहसास ਨੂੰ ਪ੍ਰਗਟ ਕਰਦੀ ਹੈ। ਉਦਾਹਰਨ ਵਜੋਂ ਪੜ੍ਹਦੇ ਹੁੰਦਿਆਂ ਉਹ ਪ੍ਰਵਾਸੀ ਹੋ ਗਏ ਤਾਕਤ ਦੀ ਨਾ ਕੋਈ ਦਿਸਦੀ ਲਹਿਰ ਹੈ ਜਾਂ ਖੁਦਾ ਕੁਛ ਤੇ ਰਹਿਮ ਕਰ ਜੇ ਤੂੰ ਸੱਚਮੁੱਚ ਹੀ ਕੋਈ ਦਮ ਖੈਰ ਹੈ ਤੇਰੀਆਂ ਰਾਹਾਂ ਦੀ ਸਦਕੇ। ਦੇਵੇਂਦਰ ਕੌਰ ਦੀਆਂ ਕਾਵਿ ਕਿਰਤਾਂ ਸਿਰਫ ਪੀੜਿਤ ਦਲਿਤ ਇਸਤਰੀ ਦੀ ਮਨੋਦਸ਼ਾ ਨੂੰ ਹੀ ਪੇਸ਼ ਕਰਨ ਵੱਲ ਰੁਚਿਤ ਨਹੀਂ ਹਨ ਸਗੋਂ ਵਿਸ਼ਾਲ ਰੂਪ ਵਿੱਚ ਔਰਤ ਦੀ ਗੁਲਾਮੀ ਜਾਤ-ਪਾਤ ਨਸਲਵਾਦ ਬਲ ਪ੍ਰਧਾਨ ਸਮਾਜ ਦੇ ਹੈਂਕਰ ਅਤੇ ਸ਼ੋਸ਼ਿਤ ਵਰਗ ਦੀ ਬੇਚੈਨੀ ਵੱਲ ਸੰਕੇਤ ਕਰਨ ਵੱਲ ਵੀ ਰੁਚਿਤ ਹਨ। ਇਹਨਾਂ ਦੀ ਕਵਿਤਾਵਾਂ ਵਿੱਚ ਸਿਰਜਣਾ ਅਤੇ ਸਮੀਖਿਆ ਦਾ ਅਨੋਖਾ ਸੁਮੇਲ ਦੇਖਣ ਨੂੰ ਮਿਲਦਾ ਹੈ। तो इस तरह देवेंद्र कौर के काव्य विच महत्वपूर्ण विषय की पेशकारी देखने को मिलती है जिਵੇਂ विश्वीकरण आधुनिक तकनीकी वस्तां लैपटॉप मोबाइल इतिहासक पात्रां देवियां ਤੇ ਅੱਜ ਦੇ ਸੰਦਰਭ ਵਿੱਚ ਪੇਸ਼ਕਾਰੀ ਕਿਸਾਨ ਅੰਦੋਲਨ ਬਲਾਤਕਾਰ ਕੋਰੋਨਾ ਮਹਾਮਾਰੀ ਪ੍ਰਕਿਰਤੀ ਆਦਿ ਬਾਰੇ ਜਿਹੜੇ ਨੇ ਖੁੱਲ ਕੇ ਆਪਣੇ ਵਿਚਾਰ ਜਿਹੜੇ ਨੇ ਪਾਠਕਾਂ ਸਾਹਮਣੇ ਰੱਖਦੇ ਨੇ ਔਰ ਸ਼ਾਇਦ ਬਹੁਪੁਰੀ ਦ੍ਰਿਸ਼ਟੀ ਸਮਝ ਅਤੇ ਸਿੱਧਤਾ ਦੀ ਬਿਤਾਨੀ ਹੈ। ਇੱਥੇ ਹੀ ਬਸ ਨਹੀਂ ਇਹਨਾਂ ਦੀ ਜਿਹੜਾ ਕਾਵ ਹੈ ਉਹ ਮਾਨਵੀ ਜਜ਼ਬਿਆਂ ਖਾਹਿਸ਼ਾਂ ਅਹਿਸਾਸਾਂ ਤ੍ਰਿਪਤੀਆਂ ਔਰ ਤੇ ਔਰਤ ਹੋਣ ਦੇ ਆਨੰਦ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ ਜੋ ਸਾਨੂੰ ਪ੍ਰਭਾਵਿਤ ਵੀ ਕਰਦਾ ਹੈ ਅਤੇ ਪ੍ਰੇਰਿਤ ਵੀ। ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਮੀਨਾਕਸ਼ੀ। ਉਹਨਾਂ ਨੇ ਸੀਮਿਤ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਚੂੰਕਿ ਮੁੱਖ ਮਹਿਮਾਨ ਵਜੋਂ ਡਾਕਟਰ ਦਵਿੰਦਰ ਕੌਰ ਵੀ ਇੱਥੇ ਸ਼ਿਰਕਤ ਕਰ ਰਹੇ ਨੇ ਤੇ ਉਹਨਾਂ ਦੇ ਕਾਰਜਾਂ ਉੱਤੇ ਪੇਪਰ ਸੀ। ਸੋ ਬਹੁਤ ਸੁੰਦਰ ਢੰਗ ਨਾਲ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਆਪਣੀ ਗੱਲ ਕੀਤੀ ਹੈ। ਭਾਵੇਂ ਸਾਡੇ ਡਿਪਾਰਟਮੈਂਟ ਦੇ ਹੀ ਅਧਿਆਪਕ ਨੇ ਪਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਇਸ ਤੋਂ ਅਗਲੇ ਸਾਡੇ ਜਿਹੜੇ ਸਪੀਕਰ ਨੇ ਡਾਕਟਰ ਦੀਪਕ ਕੁਮਾਰ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰੋਫੈਸਰ ਕਾਰਜ ਕਰ ਰਹੇ ਨੇ ਤੇ ਉਹਨਾਂ ਦਾ ਜਿਹੜਾ ਟੌਪਿਕ ਹੈ ਪਾਰਲੇ ਪੁਲ ਰਿਸ਼ਤਿਆਂ ਦੀ ਗਾਥਾ ਉਹ ਤੁਹਾਡੇ ਨਾਲ ਰੂਬਰੂ ਹੋਣਗੇ। ਥੈਂਕ ਯੂ ਡਾਕਟਰ ਕਮਲਜੀਤ। ਵੈਬੀਨਾਰ ਦੇ ਇਸ ਸੈਸ਼ਨ ਵਿੱਚ ਸ਼ਾਮਲ ਪ੍ਰਧਾਨਗੀ ਮੰਡਲ ਅਧਿਆਪਕ ਸਾਹਿਬਾਨ ਸਾਥੀਆਂ ਤੇ ਵਿਦਿਆਰਥੀਆਂ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਮੇਰੇ ਪਰਚੇ ਦਾ ਵਿਸ਼ਾ ਡਾਕਟਰ ਸਾਹਿਬ ਨੇ ਦੱਸਿਆ ਹੈ ਪਾਰਲੇ ਪੁਲ ਰਿਸ਼ਤਿਆਂ ਦੀ ਗਾਥਾ। ਪਾਰਲੇ ਪੁਲ ਜਿਹੜੀ ਪੁਸਤਕ ਹੈ ਕਹਾਣੀਆਂ ਦੀ ਇਹ ਕੈਨੇਡੀਅਨ ਲੇਖਿਕਾ ਸੁਰਜੀਤ ਦੀ ਲਿਖੀ ਹੋਈ ਹੈ। ਇਸ ਪੁਸਤਕ ਤੋਂ ਪਹਿਲਾਂ ਸੁਰਜੀਤ ਦੇ 3 ਕਾਵਿ ਸੰਗ੍ਰਹਿ ਵੀ ਆ ਚੁੱਕੇ ਸੀ ਸ਼ਿਕਸਤ ਰੰਗ ਹੇ ਸਖੀ ਤੇ ਬਿਸਮਾਤ ਨੇ। ਜਿਹੜਾ ਇਹਨਾਂ ਦਾ ਲੇਟੈਸਟ ਸਮੀਖਿਆ ਨਾਲ ਸੰਬੰਧਿਤ ਜਿਹੜੀ ਪੁਸਤਕ ਆਈ ਹੈ ਉਹ ਹੈ ਪ੍ਰਵਾਸੀ ਪੰਜਾਬੀ ਸਾਹਿਤ ਸ਼ਬਦ ਤੇ ਸੰਵਾਦ। ਮੇਰੀ ਜਿਹੜਾ ਮੇਰਾ ਇਹ ਪਰਚਾ ਹੈ ਮੈਂ ਆਪਣੇ ਇਸ ਪਰਚੇ ਵਿੱਚ ਜਿਹੜੇ ਕਹਾਣੀ ਸੰਗ੍ਰਹਿ ਪੂਰੇ ਕਹਾਣੀ ਸੰਗ੍ਰਹਿ ਨੂੰ ਨਹੀਂ ਜਿਹੜਾ ਹੈ ਚਰਚਾ ਦਾ ਵਿਸ਼ਾ ਬਣਾਇਆ ਸਿਰਫ 3 ਕਹਾਣੀਆਂ ਨੂੰ ਲਿਆ ਹੈ। ਇਹ 3 ਕਹਾਣੀਆਂ ਵਿੱਚੋਂ ਪਹਿਲੀ ਕਹਾਣੀ ਹੈ ਲੌਹ ਪੁਰਸ਼ ਜੋ ਦੀਪਾ ਮੈਮ ਤੁਹਾਡਾ ਮਾਈਕ ਬੰਦ ਹੋ ਗਿਆ। ਸੌਰੀ ਓਕੇ। ਮੈਂ ਇਸ ਪਰਚੇ ਦੇ ਵਿੱਚ ਮੈਂ 3 ਕਹਾਣੀਆਂ ਨੂੰ ਲਿਆ ਹੈ। ਪਹਿਲੀ ਜਿਹੜੀ ਕਹਾਣੀ ਹੈ ਉਹ ਲੌਹ ਪੁਰਸ਼ ਹੈ ਜਿਹੜੀ ਕਿ ਜਨਮ ਤੇ ਆਧਾਰਿਤ ਰਿਸ਼ਤਿਆਂ ਨਾਲ ਸੰਬੰਧਿਤ ਹੈ। ਦੂਜੀ ਕਹਾਣੀ ਵੈਲੈਂਟਾਈਨਸ ਡੇ ਹੈ ਜੋ ਕਿ ਸਮਾਜ ਵਿੱਚ ਪ੍ਰਵਾਨਿਤ ਵਿਆਹੁਤਾ ਰਿਸ਼ਤੇ ਦੇ ਅਣਸੁਖਾਵੇਂ ਸੰਬੰਧਾਂ ਦੇ ਆਲੇ ਦੁਆਲੇ ਘੁੰਮਦੀ ਹੈ। ਤੇ ਤੀਜੀ ਕਹਾਣੀ ਹੈ ਜੁਗਨੂ ਜੋ ਸਾਈਬਰ ਸਪੇਸ ਵਿੱਚ ਬਣਦੇ ਫੋਕੀ ਰਿਸ਼ਤਿਆਂ ਦੇ ਉੱਤੇ ਆਧਾਰਿਤ ਹੈ। ਮੈਂ ਇਹਨਾਂ 3 ਕਹਾਣੀਆਂ ਦੀ ਗੱਲ ਨਾ ਕਰਦੇ ਹੋਏ ਸਿਰਫ ਇੱਕ ਕਹਾਣੀ ਦੇ ਬਾਰੇ ਗੱਲਬਾਤ ਕਰਾਂਗੀ ਕਿਉਂਕਿ ਸਮਾਂ ਜਿਹੜਾ ਥੋੜਾ ਹੈ। ਉਹ ਕਹਾਣੀ ਹੈ ਲੌਹ ਪੁਰਸ਼। ਜੇਕਰ ਅਸੀਂ ਲੌਹ ਪੁਰਸ਼ ਦੀ ਗੱਲ ਕਰਦੇ ਹਾਂ ਤਾਂ ਲੌਹ ਪੁਰਸ਼ ਪਿਓ ਔਰ ਧੀ ਦੇ
ਰਿਸ਼ਤੇ ਦੀ ਸੂਖਮ ਅਹਿਸਾਸਾਂ ਨੂੰ ਬਿਆਨ ਕਰਦੀ ਹੋਈ ਕਹਾਣੀ ਹੈ। ਮੋਨੋਲੋਗ ਦੀ ਜੁਗਤ ਤੋਂ ਜੁਗਤ ਰਾਹੀਂ ਸ਼ੁਰੂ ਹੁੰਦੀ ਇਹ ਕਹਾਣੀ ਮੈਂ ਪਾਤਰ ਦੇ ਪਿਤਾ ਦੀ ਕਹਾਣੀ ਹੈ, ਜੋ ਸਰੀਰਕ ਰੂਪ ਤੋਂ ਕਮਜ਼ੋਰ ਨੇ, ਪਰ 100 ਸਾਲਾਂ ਦੀ ਉਮਰ ਵਿੱਚ ਵੀ ਉਹ ਲੌਹ ਪੁਰਸ਼ ਵਾਂਗ ਸਖਤ ਇਰਾਦਿਆਂ ਨਾਲ ਭਰਪੂਰ ਨਜ਼ਰ ਆਉਂਦੇ ਨੇ। ਪਰਦੇਸ ਤੋਂ ਆਈ ਕਹਾਣੀ ਦੀ ਮੈਂ ਪਾਤਰ 14 ਵਰ੍ਹਿਆਂ ਬਾਅਦ ਜਦੋਂ ਆਪਣੇ ਪਿਤਾ ਨੂੰ ਵੀਲ ਚੇਅਰ ਤੇ ਵੇਖਦੀ ਹੈ ਤੇ ਉਸਦੇ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਵਹਿ ਤੁਰਦੇ ਨੇ, ਔਰ ਇਧਰੋਂ ਹੀ ਜਿਹੜੀ ਮੈਂ ਪਾਤਰ ਹੈ ਉਸਦੇ ਅਵਚੇਤਨ ਵਿਚਲਾ ਉਸਦੇ ਪਿਤਾ ਦਾ ਜਵਾਨੀ ਦਾ ਅਕਸ ਉਹ ਉਭਰਨ ਲੱਗਦਾ ਹੈ। ਉਹ ਇੱਥੇ ਮੈਂ ਕੋਟ ਕਰ ਰਹੀ ਹਾਂ 2 ਲਾਈਨਾਂ। ਜਵਾਨੀ ਵੇਲੇ ਕਿੰਨੇ ਹੈਂਡਸਮ ਹੁੰਦੇ ਸਨ ਪਾਪਾ, ਸਰ ਤੇ ਪ੍ਰਿੰਟਡ ਪਗੜੀ, ਅੱਖਾਂ ਤੇ ਕਾਲੇ ਚਸ਼ਮੇ। ਰਾਇਲ ਐਨਫੀਲਡ ਮੋਟਰਸਾਈਕਲ ਤੇ ਜਦੋਂ ਦਿੱਲੀ ਦੇ ਕੈਨੌਟ ਪਲੇਸ ਵਿੱਚ ਸਥਿਤ ਆਪਣੇ ਦਫ਼ਤਰ ਜਾਂਦੇ ਤਾਂ ਉਹਨਾਂ ਦਾ ਰੋਬ ਦੇਖਣ ਵਾਲਾ ਹੁੰਦਾ। ਇੱਕ ਉਹ ਗੈਜ਼ਟਡ ਅਫਸਰ ਅਤੇ ਇੱਕ ਆਹ ਬੇਬਸ ਬਜ਼ੁਰਗ। ਇਸ ਤੋਂ ਬਾਅਦ ਜਿਹੜੀ ਕਹਾਣੀ ਦੀ ਮੈਂ ਪਾਤਰ ਹੈ ਉਹ, ਕਿਉਂਕਿ ਉਸਦਾ ਸਫ਼ਰ ਕਾਫੀ ਲੰਬਾ ਹੁੰਦਾ ਹੈ ਕੈਲੀਫੋਰਨੀਆ ਤੋਂ ਦਿੱਲੀ ਔਰ ਦਿੱਲੀ ਤੋਂ ਜਲੰਧਰ ਤੱਕ ਦਾ, ਤਾਂ ਉਹ ਥੋੜੀ ਦੇਰ ਵਾਸਤੇ ਰੋਟੀ ਖਾ ਕੇ ਸੌ ਜਾਂਦੀ ਹੈ, ਔਰ ਜਦੋਂ ਅੱਧੀ ਰਾਤ ਨੂੰ ਉਸਦੀ ਜਾਗ ਖੁੱਲਦੀ ਹੈ ਤੇ ਉਹ ਫਿਰ ਤੋਂ ਆਪਣੇ ਪਿਤਾ ਦੇ ਬਾਰੇ ਸੋਚਣਾ ਸ਼ੁਰੂ ਕਰਦੀ ਹੈ। ਉਹ ਉਸ ਕਮਰੇ ਨੂੰ ਵੀ ਬਹੁਤ ਗੌਰ ਨਾਲ ਵੇਖਦੀ ਹੈ ਜਿੱਥੇ ਉਹ ਸੁੱਤੀ ਪਈ ਹੁੰਦੀ ਹੈ, ਤੇ ਉਹ ਕਹਿੰਦੀ ਹੈ ਕਿ ਇਹ ਘਰ ਵੀ ਮੇਰੇ ਪਿਤਾ ਨੇ ਉਦੋਂ ਬਣਾਇਆ ਸੀ ਜਦੋਂ ਮੇਰਾ ਭਰਾ ਜਿਹੜਾ ਹੈ ਮੇਰੇ ਭਰਾ ਦੀ ਮੌਤ ਹੋ ਗਈ ਸੀ, ਤੇ ਇਸ ਘਰ ਨੂੰ ਇਸ ਲਈ ਬਣਾਇਆ ਸੀ ਤਾਂ ਜੋ ਉਹਨਾਂ ਦੀ ਜਿਹੜੀ ਨੂੰਹ ਹੈ ਔਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਸੁਰੱਖਿਅਤ ਰਹਿ ਸਕਣ। ਕਿਉਂਕਿ ਸਾਡਾ ਸਮਾਜ ਜਿਹੜਾ ਹੈ ਉਹ ਇਸ ਵਿੱਚ ਸੰਯੁਕਤ ਪਰਿਵਾਰ ਜਿਹੜੇ ਨੇ ਉਸ ਵਿੱਚ ਜਿਹੜਾ ਸੰਯੁਕਤ ਪਰਿਵਾਰ ਦਾ ਜਿਹੜਾ ਮਹੱਤਵ ਹੈ ਉਹ ਹਮੇਸ਼ਾ ਤੋਂ ਹੀ ਰਿਹਾ ਹੈ, ਔਰ ਪਰਿਵਾਰ ਨੂੰ ਬੰਨ੍ਹ ਕੇ ਰੱਖਣ ਵਾਲਾ ਜਾਂ ਚਲਾਉਣ ਵਾਲਾ ਜਿਹੜਾ ਮੁਖੀਆ ਹੁੰਦਾ ਹੈ ਉਹ ਇੱਕ ਅਜਿਹੇ ਬੋਰਡ ਦੇ ਦਰਖਤ ਵਾਂਗ ਹੁੰਦਾ ਹੈ ਜਿਸ ਦੀ ਛਾਂ ਹੇਠਾਂ ਘਰ ਦੇ ਸਾਰੇ ਜੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਔਰ ਜੇਕਰ ਪਰਿਵਾਰ ਦਾ ਕੋਈ ਜੀ ਅਚਾਨਕ ਕਾਲਵਸ ਹੋ ਵੀ ਜਾਏ ਤਾਂ ਪਰਿਵਾਰ ਉਸੇ ਤਰ੍ਹਾਂ ਚੱਲਦੇ ਰਹਿੰਦੇ ਨੇ। ਕਹਾਣੀ ਦੀ ਜਿਹੜੀ ਮੈਂ ਪਾਤਰ ਹੈ ਉਹ ਵੀ ਆਪਣੇ ਪਿਤਾ ਨੂੰ ਅਜਿਹੇ ਹੀ ਦਰਖਤ ਵਾਂਗ ਦੇਖਦੀ ਹੈ ਜੋ ਆਪਣੀ ਜ਼ਿੰਦਗੀ ਵਿੱਚ ਆਉਂਦੇ ਅਨੇਕਾਂ ਤੂਫਾਨਾਂ ਦੀ ਮਾਰ ਝੱਲਦਿਆਂ ਹੋਇਆਂ ਵੀ ਅਡੋਲ ਖੜੇ ਹੋਏ ਨੇ, ਤੇ ਉਸਦੀ ਛਾਂ ਹੇਠਾਂ ਪੂਰਾ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਸਨੂੰ ਆਪਣੇ ਪਿਤਾ ਦੇ ਉੱਤੇ ਮਾਣ ਹੁੰਦਾ ਹੈ ਤੇ ਕਿ ਉਸਦਾ ਪਿਤਾ ਉਸ ਲੌਹ ਪੁਰਸ਼ ਵਾਂਗ ਹੈ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਵੀ ਆਪਣੀ ਨੂੰਹ ਦੇ ਅੱਗੇ ਢਾਲ ਬਣ ਕੇ ਖੜਾ ਹੈ। ਪਿੰਡ ਤੋਂ ਸ਼ਹਿਰ ਆ ਕੇ ਪੋਤੇ ਪੋਤਰੀਆਂ ਵਾਸਤੇ ਸਿੱਖਿਆ ਦਾ ਇੰਤਜ਼ਾਮ ਕਰਦਾ ਹੈ, ਵਧੀਆ ਸਿੱਖਿਆ ਦਾ ਇੰਤਜ਼ਾਮ ਕਰਦਾ ਹੈ, ਤੇ ਨੂੰਹ ਨੂੰ ਧੀ ਦਾ ਦਰਜਾ ਦੇ ਕੇ ਸਮਾਜ ਦੀਆਂ ਬੁਰੀਆਂ ਨਜ਼ਰਾਂ ਤੋਂ ਉਸਦੀ ਰਾਖੀ ਵੀ ਕਰਦਾ ਹੈ। ਇਸ ਦੇ ਵਿੱਚ ਅੱਗੇ ਉਹ ਆਪਣੇ ਪਿਤਾ ਦੇ ਹੌਸਲਿਆਂ ਦੀ ਦੂਜੀ ਮਿਸਾਲ ਉਦੋਂ ਦਿੰਦੀ ਹੋਈ ਕਹਿੰਦੀ ਹੈ ਕਿ ਉਸ ਵੇਲੇ ਦੀ ਦਿੰਦੀ ਹੈ ਜਦੋਂ ਉਸਦਾ ਜਿਹੜਾ ਦੂਜਾ ਭਰਾ ਹੁੰਦਾ ਹੈ ਉਹ ਵੀ ਜਿਹੜਾ ਹੈ ਡੁੱਬ ਕੇ ਮਰ ਜਾਂਦਾ ਹੈ। ਉਹ ਕਹਿੰਦੀ ਹੈ ਉਸ ਵੇਲੇ ਵੀ ਉਸਦੇ ਜਿਹੜੇ ਪਿਤਾ ਨੇ ਉਹ ਕਹਿੰਦੇ ਨੇ ਕਿ ਜਿਸ ਕੀ ਬਸ ਤਿਸ ਆਗੇ ਰੱਖੇ, ਗੁਰਬਾਣੀ ਦੀਆਂ ਸਤਰਾਂ ਲੈ ਕੇ ਔਰ ਇਤਿਹਾਸ ਤੋਂ ਹੋਰ ਵੀ ਕਈ ਉਦਾਹਰਣ ਲੈ ਕੇ ਸਾਰੇ ਪਰਿਵਾਰ ਨੂੰ ਸਾਂਭਦੇ ਨੇ, ਲੇਕਿਨ ਰੋਂਦੇ ਨਹੀਂ ਤੇ ਸ਼ਾਮੀ ਹੱਥ ਮੂੰਹ ਧੋ ਕੇ ਰਹਿਰਾਸ ਸਾਹਿਬ ਦਾ ਪਾਠ ਕਰਨ ਬਹਿ ਜਾਂਦੇ ਨੇ। ਇਹ ਸਾਰੀ ਦੀ ਸਾਰੀ ਕਹਾਣੀ, ਔਰ ਇਸ ਕਹਾਣੀ ਵਿੱਚ ਬਾਰ-ਬਾਰ ਉਹ ਆਪਣੇ ਪਾਪਾ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਯਾਦ ਕਰਕੇ ਮਨ ਹੀ ਮਨ ਬੋਲਦੀ ਰਹਿੰਦੀ, ਪਾਪਾ ਆਈ ਐਮ ਸੋ ਪ੍ਰਾਊਡ ਆਫ ਯੂ, ਯੂ ਆਰ ਸੱਚ ਅ ਆਇਰਨ ਮੈਨ। ਤੇ ਇਹ ਜਿਹੜੀ ਕਹਾਣੀ ਹੈ ਇਹ ਸਾਰੀ ਦੀ ਸਾਰੀ ਕਹਾਣੀ ਇੱਕ ਰਾਤ ਅੰਦਰ ਨਾਇਕਾ ਆਪਣੇ ਪਾਪਾ ਦਾ ਚਰਿੱਤਰ ਚਿਤਰਣ ਕਰਦੀ ਹੋਈ ਉਹਨਾਂ ਦੀ ਸ਼ਖਸੀਅਤ ਦੇ ਹੋਰ ਵੀ ਕਈ ਹੋਰ ਪਹਿਲੂ ਵੀ ਉਭਾਰ ਕੇ ਸਾਡੇ ਸਾਹਮਣੇ ਰੱਖਦੀ ਹੈ, ਜਿਵੇਂ 100 ਸਾਲ ਦੀ ਉਮਰ ਦੇ ਵਿੱਚ ਵੀ ਰਾਤੀ 2 ਵਜੇ ਉੱਠਣਾ, ਹੌਲੀ ਹੌਲੀ ਨਿਤਨੇਮ ਕਰਨਾ ਔਰ ਗੁਰਦੁਆਰੇ ਜਾਣਾ ਵਿਸਾਖੀਆਂ ਦੇ ਸਹਾਰੇ, ਔਰ ਤੇ ਨਾਲ ਹੀ ਜਿਹੜਾ ਹੈ ਕੀ ਕਹਿੰਦੇ ਨੇ ਉਹ ਜਿਹੜਾ ਗੁਰਦੁਆਰਾ ਹੈ ਉਹ ਵੀ 1 ਕਿਲੋਮੀਟਰ ਦੂਰ ਹੈ, ਔਰ ਆਪਣੇ ਛੋਟੇ ਛੋਟੇ ਸਾਰੇ ਕੰਮ ਆਪ ਕਰਨੇ। ਜੇ ਤਕਨੀਕ ਦੇ ਪੱਖੋਂ ਅਸੀਂ ਇਸ ਕਹਾਣੀ ਨੂੰ ਵੇਖੀਏ ਤਾਂ ਇਹ ਕਹਾਣੀ ਦੇ ਵਿੱਚ ਬ੍ਰਿਤਾਂਤ ਦੀਆਂ ਕਈ ਜੁਗਤਾਂ ਨਾਲ ਦੇ ਨਾਲ ਚੱਲਦੀਆਂ ਨੇ। ਸਾਰੀ ਕਹਾਣੀ ਦਾ ਬ੍ਰਿਤਾਂਤ ਇੱਕ ਰਾਤ ਤੋਂ ਸਵੇਰ ਦੇ ਦਰਮਿਆਨ ਸਿਰਜਿਆ ਗਿਆ ਹੈ, ਪਰ ਕਹਾਣੀ ਦੇ ਵਿੱਚ ਇੱਕ ਥਾਂ ਤੇ ਲੇਖਿਕਾ ਸ਼ਬਦ ਲੋਪ ਦੀ ਜੁਗਤ ਵਰਤਦੀ ਹੈ, ਔਰ ਇੱਕ ਰਾਤ ਬੀਤਣ ਤੋਂ ਬਾਅਦ ਜਦੋਂ ਰਾਤ ਬੀਤਦੀ ਹੈ ਸਵੇਰੇ ਫਿਰ ਉਹ ਕਹਿੰਦੀ ਹੈ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ 2 ਹਫ਼ਤੇ ਬੀਤ ਗਏ, ਤੇ ਉਹ ਹੁਣ ਟੈਕਸੀ ਘਰ ਦੇ ਬਾਹਰ ਖੜੀ ਹੈ ਔਰ ਉਹ ਜਾਣ ਵਾਸਤੇ ਤਿਆਰ ਹੈ। ਆਪਣੇ ਡੈਡੀ ਨੂੰ ਕਹਿੰਦੇ ਕਿ ਡੈਡੀ ਤੁਸੀਂ ਆਪਣਾ ਖਿਆਲ ਰੱਖਿਓ, ਤੇ ਉੱਥੇ ਫਿਰ ਇੱਕ ਛੋਟੀ ਜਿਹੀ ਕੋਟੇਸ਼ਨ ਮੈਂ ਕੋਟ ਕਰਕੇ ਜਲਦੀ ਆਪਣੀ ਗੱਲ ਖਤਮ ਕਰਾਂਗੀ। ਉਹ ਕਹਿੰਦੇ ਨੇ ਮੇਰਾ ਇੰਨਾ ਫਿਕਰ ਨਾ ਕਰਿਆ ਕਰ ਪੁੱਤ, ਅਜੇ ਕੁਝ ਨਹੀਂ ਹੁੰਦਾ ਮੈਨੂੰ, ਦੇਖ ਹੁਣ ਤਾਂ ਮੇਰੀ ਦਾੜੀ ਦੇ ਵਾਲ ਵੀ ਥੋੜੇ ਥੋੜੇ ਕਾਲੇ ਹੋਣੇ ਸ਼ੁਰੂ ਹੋ ਗਏ ਨੇ,
खुश खुश जा अपने घर, अगली बार आएंगी तो शायद दंद भी दोबारा निकल आउण। इत्थे कहानी खत्म हो जाती है, लेकिन इत्थे जिक्रयोग गल ये है कि कहानी दी बिरतांतकारी समय पिता दे पैर, पिता जिहड़े ने अपने पैरां नाल तुरन फिरन दे असमर्थ उदों होंदे हन जदों उसदे दोवें पुत्तर इस दुनिया नूं छड्ड के चले जांदे हन। जदों ਉਹ ਆਪ ਬਜ਼ੁਰਗ ਨੇ, ਉਹਨਾਂ ਨੂੰ ਆਪ ਆਪਣੇ ਬੱਚਿਆਂ ਦੇ ਸਹਾਰੇ ਦੀ ਲੋੜ ਹੈ, ਲੇਕਿਨ ਇੱਥੇ ਪੁੱਤਰਾਂ ਦੀ ਜਿਹੜੇ ਦੋਨੋਂ ਬੇਟਿਆਂ ਦੀ ਮੌਤ ਦਿਖਾਈ ਹੈ, ਉਹਨਾਂ ਦੀ ਮੌਤ ਹੋਣੀ ਤੇ ਪਿਤਾ ਦਾ ਵੀਲ ਚੇਅਰ ਤੇ ਆਣਾ ਇੱਥੇ ਇੱਕ ਪ੍ਰਤੀਕ ਦੇ ਤੌਰ ਤੇ ਵਰਤਿਆ ਗਿਆ ਹੈ। ਇਹ ਸਭ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਵੀ ਸੰਭਾਲਦੇ ਨੇ, ਆਪਣੇ ਘਰ ਨੂੰ ਵੀ ਸੰਭਾਲਦੇ ਨੇ, ਔਰ ਲੇਖਿਕਾ ਘਰ ਵਿੱਚ ਆਪਣੇ ਪਿਤਾ ਦੇ ਨਾਲ ਰਹਿੰਦਿਆਂ ਹੋਇਆਂ ਵੀ ਬਹੁਤ ਸਾਰੀਆਂ ਗੱਲਾਂ ਨਹੀਂ ਕਹਿ ਪਾਉਂਦੀ, ਬਲਕਿ ਬਾਰ-ਬਾਰ ਯਾਦਾਂ ਵਿੱਚ ਜਾਂਦੀ ਹੈ, ਮੁੜ-ਮੁੜ ਯਾਦਾਂ ਵਿੱਚ ਜਾਂਦੀ ਹੈ। ਤਾਂ ਇਸ ਨਾਲ ਸਾਨੂੰ ਇਹ ਆਭਾਸ ਹੁੰਦਾ ਹੈ ਜਿਵੇਂ ਉਹ ਉਹਨਾਂ ਯਾਦਾਂ ਤੋਂ ਔਰ ਆਪਣੇ ਪਿਤਾ ਨੂੰ ਵੇਖ ਕੇ ਉਹ ਬਾਰ-ਬਾਰ ਉਸ ਤੋਂ ਕੋਈ ਤਾਕਤ ਲੈਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਇਹ ਕਹਾਣੀ ਇੱਕ ਧੀ ਦੇ ਆਪਣੇ ਪਿਓ ਦੇ ਨਾਲ ਅਣਕਹੀਆਂ ਗੱਲਾਂ ਨੂੰ ਪਾਠਕਾਂ ਦੇ ਨਾਲ ਸਾਂਝੀਆਂ ਕਰਦੀ ਹੈ ਤੇ ਇੱਕ ਸੰਯੁਕਤ ਪਰਿਵਾਰ ਦਾ ਕਿੰਨਾ ਕੁ ਮਹੱਤਵ ਹੁੰਦਾ ਹੈ ਉਸ ਦੀ ਵੀ ਗੱਲ ਕਰਦੀ ਹੈ, ਮਾਨਵੀ ਵੇਦਨਾ, ਸੰਵੇਦਨਾ ਔਰ ਮਨੁੱਖੀ ਰਿਸ਼ਤਿਆਂ ਦੀ ਵੀ ਗੱਲ ਕਰਦੀ ਹੈ। ਸਮੁੱਚੇ ਤੌਰ ਤੇ ਜਦੋਂ ਅਸੀਂ ਇਸ ਕਹਾਣੀ ਦੇ ਇਲਾਵਾ ਵੀ ਬਾਕੀ ਕਹਾਣੀਆਂ ਨੂੰ ਵੀ ਵੇਖਦੇ ਹਾਂ ਤਾਂ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਇਸ ਵਿੱਚ ਨਿਕਲ ਕੇ ਆਉਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਕਹਾਣੀਕਾਰ ਹੈ ਉਹਨੇ ਪ੍ਰਵਾਸ ਅਨੁਭਵ ਨੂੰ ਬਹੁਤ ਸੰਜੀਦਗੀ ਦੇ ਨਾਲ ਆਪਣੀਆਂ ਸਾਰੀਆਂ ਕਹਾਣੀਆਂ ਦੇ ਵਿੱਚ ਸ਼ਾਮਿਲ ਕੀਤਾ ਹੈ। ਸਾਰੀ ਮੈਕਸਿਮਮ ਜਿਹੜੀਆਂ ਕਹਾਣੀਆਂ ਨੇ ਉਹ ਕਹਾਣੀਆਂ ਰਾਤ ਤੋਂ ਸ਼ੁਰੂ ਹੁੰਦੀਆਂ ਨੇ ਤੇ ਸਵੇਰ ਹੁੰਦਿਆਂ ਤੱਕ ਇਹਨਾਂ ਦੇ ਪਾਤਰ ਆਪਣੀਆਂ ਸਮੱਸਿਆਵਾਂ ਦਾ ਆਪ ਹੱਲ ਕੱਢਦੇ ਨੇ ਔਰ ਨਵੀਂ ਊਰਜਾ ਦੇ ਨਾਲ ਨਵੇਂ ਦਿਨ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵਜੋਂ ਲੈ ਕੇ ਅੱਗੇ ਕਦਮ ਵਧਾਉਂਦੇ ਨੇ ਤੇ ਆਸ਼ਾਵਾਦੀ ਕਹਾਣੀਆਂ ਨੇ। ਔਰ ਇੱਕ ਜਿਹੜਾ ਇਕਲਾਪੇ ਦਾ ਜਿਹੜਾ ਸੰਤਾਪ ਇਸ ਦੇ ਕਰੈਕਟਰ ਭੋਗ ਰਹੇ ਨੇ ਔਰ ਇਸ ਜਿਹੜਾ ਇਕਲਾਪਾ ਹੈ ਉਸ ਦੇ ਵਿੱਚ ਇਹ ਸਮੱਸਿਆ ਹਰ ਕਹਾਣੀ ਦੇ ਵਿੱਚ ਹੈ। ਇਕੱਲੇ ਰਹਿਣ ਕਾਰਨ ਜਿਹੜੇ ਪਾਤਰ ਨੇ ਫਿਰ ਉਹ ਪੈਟਸ ਪਾਲ ਰਹੇ ਨੇ, ਉਹਨਾਂ ਦੇ ਨਾਲ ਇੱਕ ਰਿਲੇਸ਼ਨਸ਼ਿਪ ਬਿਲਡ ਅਪ ਕਰ ਰਹੇ ਨੇ ਔਰ ਬਾਰ-ਬਾਰ ਉਹ ਆਪਣੇ ਅਤੀਤ ਵੱਲ ਜਾਂਦੇ ਨੇ, ਫਿਰ ਉਹਨਾਂ ਨੂੰ ਹੋਮ ਸਿਕਨੈਸ ਵੀ ਹੋ ਰਹੀ ਹੈ, ਨੋਸਟੈਲਜੀਆ ਹੋ ਰਿਹਾ ਹੈ ਤੇ ਇਹ ਇਕਲਾਪਾ ਜਿਹੜਾ ਹੈ ਇੱਕ ਮੁੱਖ ਜਿਹੜਾ ਮੁੱਦਾ ਹੈ ਇਸ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ। ਭਾਵੇਂ ਉਹ ਕੈਰੈਕਟਰਸ ਜਵਾਨ ਹੋਣ, ਭਾਵੇਂ ਬਜ਼ੁਰਗ ਹੋਣ, ਉਹ ਇਕੱਲੇ ਨੇ, ਰਿਸ਼ਤਿਆਂ ਦੇ ਵਿੱਚ ਕੋਈ ਕਲੇਸ਼ ਨਹੀਂ ਹੈ, ਲੜਾਈ ਝਗੜੇ ਨਹੀਂ ਹੈ, ਲੇਕਿਨ ਠੰਡ ਪਸਰ ਗਈ ਹੈ ਔਰ ਜਿਹੜੇ ਗਰਮਾਹਟ ਹੈ ਉਹ ਖਤਮ ਹੋ ਗਈ ਹੈ ਤੇ ਜਿਹੜੇ ਪਾਤਰ ਨੇ ਉਹ ਕੱਲੇ ਨੇ। ਤਾਂ ਅਸੀਂ ਵੇਖਦੇ ਹਾਂ ਕਿ ਇਹ ਜਿਹੜੀਆਂ ਕਹਾਣੀਆਂ ਨੇ ਪ੍ਰਵਾਸੀ ਪਰਿਵੇਸ਼ ਵਿੱਚ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਨੂੰ ਆਤਮਸਾਤ ਵੀ ਕਰਦੀਆਂ ਨਜ਼ਰ ਆਉਂਦੀਆਂ ਨੇ ਤੇ ਮਨੁੱਖੀ ਰਿਸ਼ਤਿਆਂ ਦੀ ਇੱਕ ਨਵੇਂ ਕਿਸਮ ਦੇ ਵਿਆਕਰਣ ਨੂੰ ਵੀ ਸਿਰਜਦੀਆਂ ਨਜ਼ਰ ਆਉਂਦੀਆਂ ਨੇ। ਥੈਂਕ ਯੂ। बहुत बहुत धन्यवाद डॉक्टर दीपक कुमार का, उन्होंने अपने समय में रहते हुए बहुत ही कोशिश किया है, बधाई दे पात्र हैं ते विभाग वालों बहुत बहुत धन्यवाद कि उन्होंने अपना पेपर जस्टिस करते हैं, बहुत चंगा ते नाल ही अगले स्पीकर ने दे रहे हैं उन्होंने पेपर का टॉपिक है 21वीं सदी के पंजाबी सिनेमा ਵਿੱਚ प्रवास ਨਾਲ ਸੰਬੰਧਿਤ ਮਸਲਿਆਂ ਦੀ ਪੇਸ਼ਕਾਰੀ ਕੱਲ ਮੇਰਾ ਤੋਂ ਕਰਦੇ ਆਰਟੀਫੀਸ਼ੀਅਲ ਸਿਨੇਮਾ ਦੇ ਵਿਸ਼ਲੇਸ਼ਣ ਦਾ ਸੋ ਤੁਹਾਨੂੰ ਗਾ ਸਕਦਾ ਹੈ ਜੀ ਅਸੀਂ ਤੋਂ जी सर, थैंक यू सर। जिवें सर ने दस दिता कि मेरे पेपर का जो टाइटल है वो है 21वीं सदी के पंजाबी सिनेमा विच प्रवास नाल संबंधित मसलियां दी पेशकारी, चल मेरा पुत ते आटे दी चिड़ी फिल्मां दे विशेष संदर्भ च। मैं प्रवास के सिद्धांतिक परिपेख बारे गल नहीं करांगी क्योंकि हुण तक बहुत ज़्यादा चर्चा हो चुकी है इस बारे। मैं सीधा अपने पेपर दियां फॉर्मुलेशनस बारे गल करांगी। जिवें अपने मुल्क नूं छड्ड के दूसरे मुल्कां विच रहण गए पंजाबियां नूं बहुत सारियां मुश्किलां दा सामना करना पैंदा ते उन्हां ने इन्हां मुश्किलां नूं बयान करन दे लई पंजाबी ਸਾਹਿਤ ਦਾ सहारा ਲੈਣਾ शुरू किया ਤੇ ਇਸ ਦੇ ਨਾਲ ਹੀ ਜਿਹੜਾ 21ਵੀਂ ਸਦੀ ਦਾ ਪੰਜਾਬੀ ਪਪੂਲਰ ਸਿਨੇਮਾ ਵਾ ਉਹ ਜਿੱਥੇ ਅਤੀਤ ਦੀ ਮੁੜ ਉਸਾਰੀ, ਧਾਰਮਿਕ ਸੱਭਿਆਚਾਰਿਕ ਪਰਿਪੇਖ ਦੀ ਪੇਸ਼ਕਾਰੀ ਕਰਦਾ ਰਿਹਾ, ਉੱਥੇ ਉਸਨੇ ਪ੍ਰਵਾਸ ਤੇ ਪ੍ਰਵਾਸੀ ਜੀਵਨ ਦੀ ਗਾਥਾ ਨੂੰ ਵੀ ਆਪਣੀ ਨਿਰਮਾਣਕਾਰੀ ਦਾ ਆਧਾਰ ਬਣਾ ਕੇ ਇੱਕ ਵਿਲੱਖਣ ਕਾਰਜ ਆਰੰਭਿਆ। ਹੁਣ ਪ੍ਰਵਾਸ ਦੇ ਸੰਦਰਭ ਵਿੱਚ ਜੇਕਰ 2018 ਵਿੱਚ ਰਿਲੀਜ਼ ਹੋਈ ਤੇ ਹੈਰੀ ਭੱਟ ਦੁਆਰਾ ਡਾਇਰੈਕਟ ਕੀਤੀ ਫਿਲਮ ਆਟੇ ਦੀ ਚਿੜੀ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਪਰਦੇਸਾਂ ਵਿੱਚ ਸੰਤਾਪ ਹਡਾਰੇ ਅਜਿਹੇ ਪੰਜਾਬੀ ਸਰਦਾਰਾਂ ਦੀ ਗਾਥਾ ਨੂੰ ਬਿਆਨ ਕਰਦੀ ਆ ਜੋ ਅਧਖੜ ਉਮਰ ਵਿੱਚ ਪੰਜਾਬ ਵਿਚਲੀਆਂ ਸਰਦਾਰੀਆਂ ਛੱਡ ਕੇ ਅੰਗਰੇਜ਼ੀ ਹਕੂਮਤ
ਦੁਆਰਾ ਕੀਤੇ ਵਿਤਕਰਿਆਂ ਨੂੰ ਝੱਲਦੇ ਹੋਏ ਮਾਲਕਾਂ ਤੋਂ ਨੌਕਰ ਬਣਨ ਦਾ ਦੁੱਖ ਭੋਗਦਿਆਂ। ਜਿਵੇਂ ਸਕ੍ਰਿਪਟ ਰਾਈਟਰ ਨੇ ਫਿਲਮ ਦੇ ਪਹਿਲੇ ਦੇਸ਼ ਵਿੱਚ ਹੀ ਬਿਹਾਰ ਤੋਂ ਆ ਕੇ ਪੰਜਾਬ ਵਿੱਚ ਵਸੇ ਬਿਹਾਰੀਆਂ ਤੇ ਪੰਜਾਬ ਤੋਂ ਕੈਨੇਡਾ ਵਿੱਚ ਆ ਕੇ ਰਹਿ ਰਹੇ ਪੰਜਾਬੀਆਂ ਦੇ ਇੱਕੋ ਜਿਹੇ ਹਾਲਾਤ ਤੇ ਉਹਨਾਂ ਦੇ ਨਾਲ ਹੋ ਰਹੇ ਇੱਕੋ ਜਿਹੇ ਸਲੂਕ ਨੂੰ ਬਿਆਨ ਹੈ। ਫਿਲਮ ਆਟੇ ਦੀ ਚਿੜੀ ਦੇ ਵਿੱਚ ਜਿਹੜਾ ਮੇਨ ਮਸਲਾ ਉਹ ਸੱਭਿਆਚਾਰਕ ਦਵੰਦ ਤੇ ਪ੍ਰਵਾਸ ਦਾ ਵਾ। ਇਸ ਫਿਲਮ ਵਿੱਚ ਓਪਰਾ ਸੱਭਿਆਚਾਰ ਹਮਲਾਵਰ ਬਣ ਪ੍ਰਵਾਸ ਦੇ ਰੂਪ ਵਿੱਚ ਸਥਾਨਿਕ ਸੱਭਿਆਚਾਰ ਲਈ ਉਸ ਸਮੇਂ ਵੰਗਾਰ ਬਣ ਜਾਂਦਾ ਜਦੋਂ ਫਿਲਮ ਵਿਚਲਾ ਮੁੱਖ ਕਿਰਦਾਰ ਜਿਹੜਾ ਦਲੀਪਾ ਪੰਜਾਬ ਦੇ ਵਿੱਚ ਸਰਪੰਚ ਸੀ, ਹੁਣ ਯੂਕੇ ਵਿੱਚ ਰਹਿ ਰਿਹਾ, ਆਪਣੇ ਯੂਕੇ ਦੇ ਜੰਪਲ ਪੋਤੇ ਲਵੀ ਨੂੰ ਕਹਿੰਦਾ ਪੰਜਾਬੀ ਬੋਲਿਆ ਕਰ ਘਰ ਵਿੱਚ ਪੁੱਤ। ਇਸ ਤਰ੍ਹਾਂ ਪਰਾਏ ਦੇਸ਼ ਵਿੱਚ ਓਪਰੇ ਸੱਭਿਆਚਾਰ ਦੀ ਅਧੀਨਗੀ ਕਬੂਲ ਦੇ ਦਲੀਪੇ ਸਰਪੰਚ ਦੀ ਸਥਿਤੀ ਗੁਰੂ ਨਾਨਕ ਬਾਣੀ ਦੇ ਇਸ ਕਾਵ ਕਥਨ ਵਰਗੀ ਹੋ ਜਾਂਦੀ ਆ, ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ। ਵਿਦੇਸ਼ ਵਿੱਚ ਪ੍ਰਵਾਸ ਹੰਡਾਰੇ ਦਲੀਪੇ ਸਰਪੰਚ ਨੂੰ 20-25 ਸਾਲ ਪਹਿਲਾਂ ਛੱਡ ਕੇ ਗਏ ਪੰਜਾਬ ਦੀ ਯਾਦ ਸਤਾਉਂਦੀ ਆ ਤਾਂ ਉਹਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਜੇ ਵੀ ਦਾਣੇ ਭੁੰਨਣ ਵਾਲੀਆਂ ਭੱਠੀਆਂ ਲੱਗਦੀਆਂ ਨੇ, ਸੱਥਾਂ ਵਿੱਚ ਅਜੇ ਵੀ ਬਜ਼ੁਰਗ ਤਾਸ਼ ਖੇਡਦੇ ਆ, ਅਜੇ ਵੀ ਪਿੰਡਾਂ ਵਿੱਚ ਛੋਟੇ-ਛੋਟੀਆਂ ਹੱਟੀਆਂ ਜਿਨ੍ਹਾਂ ਤੇ ਮਰੁੰਡਾ ਵਿਕਦਾ ਤੇ ਅਜੇ ਵੀ ਬੱਚੇ ਮੱਝਾਂ ਦੀਆਂ ਪੂਛਾਂ ਫੜ ਕੇ ਟੋਬੇ ਦੇ ਵਿੱਚ ਨਹਾਉਂਦੇ ਤੇ ਖੇਡਦੇ ਆ। ਉਹਨੂੰ ਇੰਜ ਲੱਗਦਾ ਕਿ ਅੱਜ ਵੀ ਪੰਜਾਬ ਦੇ ਵਿਆਹਾਂ ਦੇ ਵਿੱਚ ਗਿੱਧੇ ਭੰਗੜੇ ਪੈਂਦੇ ਆ, ਮਰਦ ਕੁੜਤਾ ਚਾਦਰਾ ਤੇ ਮੁਟਿਆਰਾਂ ਸੱਗੀ ਫੁੱਲ ਘੱਗਰਾ ਤੇ ਪਰਾਂਦੇ ਆਦਿ ਦੇ ਨਾਲ ਸ਼ਿੰਗਾਰ ਕਰਦੀਆਂ। ਫਿਲਮ ਵਿੱਚ ਮੁੱਖ ਕਿਰਦਾਰ ਦੁਆਰਾ ਦੱਸਿਆ ਜਾਂਦਾ ਕਿ ਆਪਣੇ ਪੋਤੇ ਨੂੰ ਮੁੱਖ ਕਿਰਦਾਰ ਦਲੀਪਾ ਦੱਸਦਾ ਕਿ ਸਾਡਾ ਪੰਜਾਬ ਜਿਹੜਾ ਉਹ ਸੋਨੇ ਦੀ ਚਿੜੀ ਆ, ਪੰਜਾਬ ਅਮੀਰਾਂ ਦਾ ਸੂਬਾ, ਪਰ ਫਿਰ ਵੀ ਆਪਣੀਆਂ ਅਮੀਰੀਆਂ ਤੇ ਸਰਦਾਰੀਆਂ ਨੂੰ ਪਿੱਛੇ ਛੱਡ ਕੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ 18-18 ਘੰਟੇ ਸ਼ਿਫਟਾਂ ਲਗਾਉਂਦੇ ਆ, ਭੁੱਖੇ ਸੌਂਦੇ ਆ, ਪੂਹੇ ਰਵੇਂ ਦਾ ਸੰਤਾਪ ਹੰਡਾਉਂਦੇ ਆ ਤੇ ਪਿੰਡਾਂ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਬਣਾਈਆਂ ਕੋਠੀਆਂ ਜਦੋਂ ਖੰਡਰ ਹੁੰਦੀਆਂ ਤੇ ਚੁੱਲ੍ਹਿਆਂ ਵਿੱਚ ਘਾਹ ਉੱਗਦਾ ਤੇ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਪੈਦਾ ਹੁੰਦੀ ਆ। ਤੇ ਇਸੇ ਸੰਦਰਭ ਦੇ ਵਿੱਚ 2019 ਦੇ ਵਿੱਚ ਰਿਲੀਜ਼ ਹੋਈ ਤੇ ਜਨਜੋਤ ਸਿੰਘ ਦੁਆਰਾ ਡਾਇਰੈਕਟ ਕੀਤੀ ਫਿਲਮ ਚੱਲ ਮੇਰਾ ਪੁੱਤ ਵੀ ਪ੍ਰਵਾਸ ਧਾਰਨ ਕੀਤੇ, ਪੂਹੇ ਰਵੇ ਦਾ ਸੰਤਾਪ ਹੰਢਾਰੇ ਤੇ ਜ਼ਮੀਨਾਂ ਗਹਿਣੇ ਧਰ ਕੇ ਵਿਦੇਸ਼ ਕਮਾਈ ਕਰਨ ਗਏ ਪੰਜਾਬੀ ਨੌਜਵਾਨਾਂ ਦੀ ਸੰਘਰਸ਼ ਭਰੀ ਦੁਖਦਾਈ ਗਾਥਾ ਨੂੰ ਬੜੇ ਮਨੋਰੰਜਕ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਇਸ ਫਿਲਮ ਦੀ ਕਹਾਣੀ ਹੈ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਜੋ ਜ਼ਮੀਨਾਂ ਵੇਚ ਕੇ ਕਰਜ਼ੇ ਚੱਕ ਕੇ ਇੰਗਲੈਂਡ ਜਾਇਜ਼ ਜਾਂ ਨਾਜਾਇਜ਼ ਤਰੀਕੇ ਦੇ ਨਾਲ ਪਹੁੰਚਦੇ ਆ, ਫਿਰ ਉੱਥੋਂ ਦੀ ਸਰਕਾਰ ਤੋਂ ਲੋਕ ਛਿਪ ਕੇ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਬਤੀਤ ਕਰਦੇ ਆ। ਫਿਲਮ ਦੀ ਸ਼ੁਰੂਆਤ ਦੇ ਵਿੱਚ ਹੀ ਦਿਖਾਇਆ ਜਾਂਦਾ ਹੈ ਕਿ ਨਜਾਇਜ਼ ਢੰਗ ਦੇ ਨਾਲ ਇੰਗਲੈਂਡ ਵਿੱਚ ਰਹਿ ਰਹੇ ਪਾਤਰ ਕਿਵੇਂ ਹਮੇਸ਼ਾ ਆਪਣਾ ਬੈਗ ਪੈਕ ਹੀ ਰੱਖਦੇ ਆ ਕਿਉਂਕਿ ਉਹਨਾਂ ਨੂੰ ਯੂਕੇ ਪੁਲਿਸ ਕੋਲੋਂ ਬਚਣ ਦੇ ਲਈ ਕਿਸੇ ਸਮੇਂ ਵੀ ਭੱਜਣਾ ਪੈਂਦਾ ਵਾ ਤੇ ਰਹਿਣ ਦੇ ਲਈ ਨਵੇਂ-ਨਵੇਂ ਟਿਕਾਣੇ ਭਾਲਣੇ ਪੈਂਦੇ ਆ। ਜਦੋਂ ਆਰਥਿਕ ਤੰਗੀਆਂ ਹੰਡਾਉਂਦੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ 8-8 ਬੰਦੇ ਰਹਿੰਦੇ ਆ ਤੇ ਫਿਰ ਉਹਨਾਂ ਨੂੰ ਪੰਜਾਬ ਦੇ ਵਿੱਚ ਪਿੱਛੇ ਛੱਡ ਗਈਆਂ ਆਪਣੀਆਂ ਸਰਦਾਰੀਆਂ ਚੇਤੇ ਆਉਂਦੀਆਂ ਵਾ। ਜਿਵੇਂ ਫਿਲਮ ਵਿਚਲੀਆਂ ਕੁਝ ਲਾਈਨਾਂ ਵੀ ਇਸ ਹਾਲਾਤ ਨੂੰ ਬਿਆਨ ਕਰਦੀਆਂ, ਪੱਠਿਆਂ ਤੋਂ ਬਚਿਆਂ ਵਿਦੇਸ਼ਾਂ ਵਿੱਚ ਡਟਿਆ, ਢਿੱਲ ਮੱਠ ਹੋ ਜੇ ਤਾਂ ਵੀ ਰਹਿੰਦੇ ਹੱਟੇ ਕੱਟਿਆ, ਦਿਨ ਰਾਤ ਸ਼ਿਫਟਾਂ ਦੇ ਚੱਕੀ ਜਾਂਦੇ ਫੱਟਿਆਂ। ਫਿਲਮ ਦੇ ਸਾਰੇ ਪਾਤਰ ਜਿਹੜੇ ਉਹ ਪੈਸਾ ਕਮਾਉਣ ਲਈ ਹਰ ਤਰੀਕੇ ਦੇ ਕੰਮ ਕਰਦੇ ਆ, ਕੋਈ ਭਾਂਡੇ ਮਾਂਜਦਾ, ਕੋਈ ਸੜਕ ਤੇ ਸਟੈਚੂ ਬਣ ਕੇ ਲੋਕਾਂ ਦਾ ਮਨੋਰੰਜਨ ਕਰਦਾ, ਕੋਈ ਮਜ਼ਦੂਰੀ ਕਰਦਾ, ਕੋਈ ਕਾਰਾਂ ਧੋਂਦਾ। ਇੱਥੋਂ ਤੱਕ ਕਿ ਫਿਲਮ ਦੀ ਜਿਹੜੀ ਮੁੱਖ ਪਾਤਰ ਸੈਵੀ ਆ ਉਹ ਦੱਸਦੀ ਆ ਕਿ ਜਦੋਂ ਯੂਕੇ ਦੇ ਵਿੱਚ ਆਈ ਸੀ ਤਾਂ ਉਸਨੇ ਕਬਰਾਂ ਵੀ ਪੱਟੀਆਂ ਸੀ ਕਿਉਂਕਿ ਉਸ ਕੋਲ ਫੀਸ ਭਰਨ ਜੋਗੇ ਪੈਸੇ ਵੀ ਨਹੀਂ ਸਨ। ਫਿਰ ਇਹਨਾਂ ਫਿਲਮਾਂ ਦੇ ਵਿੱਚ ਜਿਹੜੇ ਨੌਜਵਾਨ ਇਹਨਾਂ ਦੇ ਨਾਲ ਇੱਕ ਹੋਰ ਤਰਾਸਦੀ ਜਿਹੜੀ ਆ ਦਿਖਾਈ ਗਈ ਆ, ਉਹ ਇਹ ਆ ਕਿ ਜਦੋਂ ਯੂਕੇ ਦੀ ਨਾਗਰਿਕਤਾ ਤੇ ਨਜਾਇਜ਼ ਤੌਰ ਤੇ ਰਹਿ ਰਹੇ ਨੌਜਵਾਨ ਕੰਮ ਦੀ ਭਾਲ ਦੇ ਵਿੱਚ ਨਿਕਲਦੇ ਆ ਤਾਂ ਉੱਥੋਂ ਦੇ ਜਿਹੜੇ ਸਥਾਨਿਕ ਵਸਨੀਕ ਆ ਉਹ ਵੀ ਇਹਨਾਂ ਦੇ ਨਾਲ ਧੋਖਾਧੜੀ ਕਰਦੇ ਆ, ਇਹਨਾਂ ਤੋਂ ਕੰਮ ਕਰਵਾ ਕੇ ਮਿਹਨਤਾਨਾ ਵੀ ਪੂਰਾ ਨਹੀਂ ਇਹਨਾਂ ਨੂੰ ਦਿੰਦੇ। ਜਿਵੇਂ ਫਿਲਮ ਵਿੱਚ ਮੁੱਖ ਕਿਰਦਾਰ ਜਿੰਦਰ ਆ ਤੇ ਉਹਦਾ ਦੋਸਤ ਬਿੱਲੇ ਨਾਂ ਦੇ ਪਾਤਰ ਕੋਲੋਂ 23 ਦਿਨ ਕੰਮ ਕਰਵਾ ਕੇ ਉੱਥੋਂ ਦਾ ਜਿਹੜਾ ਪੱਕਾ ਵਸਨੀਕ ਗਾਫਾ ਵਾ ਉਹਨਾਂ ਦੇ ਸਾਰੇ ਪੈਸੇ ਮਾਰ ਲੈਂਦਾ ਵਾ। ਤੇ ਇਸ ਤਰ੍ਹਾਂ ਜਿਹੜੇ ਅੰਗਰੇਜ਼ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਉਹਨਾਂ ਨੂੰ ਮਾਨਸਿਕ ਤੇ ਸਰੀਰਕ ਹਮਲਿਆਂ ਦਾ ਸ਼ਿਕਾਰ ਬਣਾਉਂਦੇ ਆ ਤੇ ਪ੍ਰਵਾਸੀਆਂ ਦੀ ਆਰਥਿਕਤਾ ਨੂੰ ਢਾਹ ਲਾਉਣ ਦਾ ਯਤਨ ਕਰਦੇ ਆ। ਸੋ ਲਾਸਟ ਵਿੱਚ ਪੰਜਾਬੀਆਂ ਦੇ ਵਿੱਚ ਸੱਭਿਆਚਾਰਿਕ ਤਣਾਅ, ਭੂਹੇਰਵਾ, ਬੇਵਸੀ ਤੇ ਪ੍ਰਵਾਸੀ ਹੋਣ ਦੀ ਭਾਵਨਾ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਉੱਪਰ ਰਾਜ ਕੀਤੇ ਹੋਣ ਕਰਕੇ ਅੰਗਰੇਜ਼ਾਂ ਅੰਦਰ ਪੰਜਾਬੀਆਂ ਪ੍ਰਤੀ ਗੁਲਾਮਾਂ ਵਾਲੀ ਭਾਵਨਾ ਹੈ। ਉਹ ਪੰਜਾਬੀਆਂ ਨੂੰ ਆਪਣੇ ਨਾਲੋਂ ਨਸਲੀ ਪੱਖੋਂ ਘਟੀਆ, ਅਸਭਿਅਕ ਤੇ ਵਿਦਿਆ ਪੱਖੋਂ ਪਛੜੇ ਹੋਏ ਸਮਝਦੇ ਹਨ। ਪਰ ਇਸ ਦੇ ਨਾਲ ਹੀ ਜਿਹੜਾ ਦੂਸਰਾ ਵੱਡਾ ਕਾਰਨ ਮੈਨੂੰ ਲੱਗਦਾ ਉਹ ਆ ਸਾਡੀ ਰਾਜਨੀਤਿਕ ਵਿਵਸਥਾ ਦਾ ਖੋਖਲਾਪਨ, ਜਿਹਨੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚਲੀ ਦਲਦਲ ਭਰੀ ਜ਼ਿੰਦਗੀ ਵਿੱਚ ਧਕੇਲਣ ਲਈ ਮੁੱਖ ਭੂਮਿਕਾ ਨਿਭਾਈ ਆ। ਜਿਵੇਂ ਚੱਲ ਮੇਰਾ ਪੁੱਤ ਫਿਲਮ ਵਿੱਚ ਜਿਹੜਾ ਮੁੱਖ ਕਰੈਕਟਰ ਜਿੰਦਰ ਆ ਉਹ ਆਖਦਾ ਵੀ ਹੈ ਫਿਲਮ ਦੇ ਲਾਸਟ ਵਿੱਚ ਕਿ ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਸਾਨੂੰ ਕੀ ਲੋੜ ਸੀ ਉਧਰ ਸਰਦਾਰੀਆਂ ਛੱਡ ਕੇ ਇੱਧਰ ਧੱਕੇ ਖਾਣ ਦੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਅਰਸ਼ਦੀਪ ਕੌਰ ਜੀ, ਤੁਸੀਂ ਆਪਣਾ ਪੇਪਰ ਸਮੇਂ ਦੀ ਸੀਮਾ ਦੇ ਵਿੱਚ ਹੀ ਰਹਿੰਦਿਆਂ ਪੂਰਾ ਕੀਤਾ
ਤੇ ਨਾਲ ਹੀ ਹੁਣ ਮੈਂ ਅਗਲੇ ਸਾਡੇ ਜਿਹੜੇ ਪੇਪਰ ਪ੍ਰੈਜ਼ੈਂਟਰਸ ਨੇ ਨਿਤੇਸ਼, ਉਹਨਾਂ ਦੇ ਪੇਪਰ ਦਾ ਟਾਈਟਲ ਹੈ ਮੌਤ ਦੇ ਰਾਹ ਰਾਹੀਂ ਪ੍ਰਵਾਸ ਮੌਤ ਦਾ ਰੇਗਿਸਤਾਨ। ਨਿਤੇਸ਼ ਜੀ ਆਪਣਾ ਪੇਪਰ ਪੇਸ਼ ਕਰੋ। हाँ, थैंक यू सर। सत श्री अकाल सारिਆਂ ਨੂੰ। ਜਿਵੇਂ ਕਿ ਸਰ ਨੇ ਦੱਸਿਆ, ਮੇਰੇ ਪੇਪਰ ਦਾ ਟੌਪਿਕ ਹੈਗਾ ਮੌਤ ਦੇ ਰਾਹ ਰਾਹੀਂ ਪ੍ਰਵਾਸ ਮੌਤ ਦਾ ਰੇਗਿਸਤਾਨ, ਜੋ ਇੱਕ ਕਿਤਾਬ ਹੈ ਚਰਨਜੀਤ ਸਿੰਘ ਸੁਜੋ ਦੁਆਰਾ ਲਿਖੀ ਹੋਈ। ਚਰਨਜੀਤ ਸਿੰਘ ਸੁਜੋ ਨੇ ਇੱਕ ਅਜਿਹੇ ਸੱਭਿਆਚਾਰ ਨੂੰ ਪੰਜਾਬੀ ਪਾਠਕ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਪੰਜਾਬੀ ਭਾਈਚਾਰਾ ਜਾਂ ਪਾਠਕ ਬੇਖਬਰ ਜਾਪਦਾ ਹੈ। ਮੌਤ ਦਾ ਰੇਗਿਸਤਾਨ ਇੱਕ ਵੱਖਰੀ ਕਿਸਮ ਦਾ ਸਫ਼ਰਨਾਮਾ ਹੈ ਜੋ ਪੰਜਾਬੀ ਦੇ ਬਾਕੀ ਸਫ਼ਰਨਾਮਿਆਂ ਦੇ ਨਕਸ਼ੇ ਕਦਮ ਤੇ ਨਹੀਂ ਤੁਰਦਾ। ਸਫ਼ਰਨਾਮਿਆਂ ਵਿੱਚ ਲੇਖਕ ਆਪਣੇ ਸਫ਼ਰ ਦੌਰਾਨ ਦੇ ਅਨੁਭਵਾਂ ਨੂੰ ਬਿਆਨ ਕਰਦਾ ਹੈ, ਜਿਸ ਵਿੱਚ ਉਹ ਨਵੀਂ ਥਾਂ ਦੇ ਸੱਭਿਆਚਾਰ, ਦ੍ਰਿਸ਼ਾਂ, ਭਾਈਚਾਰਿਆਂ ਨੂੰ ਚਿੱਤਰਦਾ ਹੈ। ਬੇਸ਼ੱਕ ਸੁਜੋ ਨੇ ਵੀ ਆਪਣੇ ਸਫ਼ਰਨਾਮੇ ਮੌਤ ਦਾ ਰੇਗਿਸਤਾਨ ਵਿੱਚ ਆਪਣੇ ਅਨੁਭਵਾਂ ਵਿੱਚ ਵੱਖਰੇ ਸੱਭਿਆਚਾਰ, ਦ੍ਰਿਸ਼ਾਂ, ਘਟਨਾਵਾਂ, ਭਾਈਚਾਰਿਆਂ ਨੂੰ ਦਰਸਾਇਆ ਹੈ, ਪਰ ਇਸ ਵਿੱਚ ਇਹ ਘਟਨਾਵਾਂ ਤੇ ਅਨੁਭਵ ਸੁਖਾਲੇ ਹੋਣ ਦੀ ਬਜਾਏ ਦਰਦਨਾਕ ਤੇ ਤਰਸਯੋਗ ਹਨ। ਇਸ ਵਿੱਚ ਇੱਕ ਖਾਸ ਸੱਭਿਆਚਾਰ ਦੀ ਪੇਸ਼ਕਾਰੀ ਹੈ ਜੋ ਵਿਦੇਸ਼ ਜਾਣ ਦੇ ਰੁਝਾਨ ਅਤੇ ਡੋਂਕੀ ਸੱਭਿਆਚਾਰ ਨੂੰ ਉਜਾਗਰ ਕਰਦਾ ਹੈ। ਮੌਤ ਦਾ ਰੇਗਿਸਤਾਨ ਇੱਕ ਅਜਿਹੀ ਦਰਦਨਾਕ ਤੇ ਰੋਂਗਟੇ ਖੜੇ ਕਰ ਦੇਣ ਵਾਲੀ ਦਾਸਤਾਨ ਹੈ ਜਿਸ ਵਿਚਲੇ ਪਾਤਰ ਵੀ ਅਸਲੀ ਹਨ ਤੇ ਘਟਨਾਵਾਂ ਵੀ। ਇਹ ਸਫ਼ਰਨਾਮਾ ਪੰਜਾਬ ਤੋਂ ਸਪੇਨ ਜਾਣ ਦੀਆਂ ਇੱਛਾਵਾਂ, ਸੰਭਾਵਨਾਵਾਂ ਤੇ ਘਟਨਾਵਾਂ ਦੀ ਵਾਰਤਾ ਨੂੰ ਬਿਆਨ ਕਰਦਾ ਹੈ। ਪ੍ਰਵਾਸ ਮੁੱਢ ਤੋਂ ਹੀ ਮਨੁੱਖੀ ਸੁਭਾਅ ਦਾ ਹਿੱਸਾ ਰਿਹਾ ਹੈ। ਸਮੇਂ ਦੀ ਮੰਗ ਦੇ ਮੁਤਾਬਕ ਇਸ ਦਾ ਰੂਪ ਬਦਲਦਾ ਰਿਹਾ ਹੈ। ਤੁਰ ਕੇ ਪ੍ਰਵਾਸ ਕਰਨ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦਾ ਸਫ਼ਰ ਮਨੁੱਖ ਨੇ ਬਹੁਤ ਸਦੀਆਂ ਵਿੱਚ ਤੈਅ ਕੀਤਾ। ਪਹਿਲਾਂ ਪ੍ਰਵਾਸ ਜੀਵਨ ਦੀ ਲੋੜ ਅਤੇ ਅੱਗੇ ਵਧਣ ਦਾ ਇੱਕ ਰਾਹ ਸੀ। ਜਿਗਿਆਸਾ ਦੀ ਭੁੱਖ ਨੇ ਮਨੁੱਖ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਣ ਲਈ ਘੁਮੱਕੜ ਬਣਾਇਆ। ਸਮਾਂ ਵੀ ਬਦਲ ਗਿਆ ਤੇ ਲੋੜਾਂ ਵੀ, ਅਤੇ ਨਾਲ ਹੀ ਬਦਲ ਗਿਆ ਪ੍ਰਵਾਸ ਧਾਰਨ ਕਰਨ ਦਾ ਢੰਗ। ਕਈ ਕਦਰਾਂ ਕੀਮਤਾਂ ਟੁੱਟੀਆਂ ਤੇ ਕਈ ਬਣੀਆਂ। ਪ੍ਰਵਾਸੀਆਂ ਦੇ ਰਿਵਾਜ ਵੀ ਬਦਲਦੇ ਗਏ। ਹਰ ਸਮਾਜ ਨੇ ਇਸ ਵਰਤਾਰੇ ਨੂੰ ਅਪਣਾਇਆ, ਕਿਸੇ ਨੇ ਛੇਤੀ ਤੇ ਕਿਸੇ ਨੇ ਦੇਰੀ ਨਾਲ। ਪੰਜਾਬ ਨੇ ਵੀ ਪ੍ਰਵਾਸ ਧਾਰਨ ਕਰਨ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ। ਅੰਗਰੇਜ਼ਾਂ ਨੇ ਪੰਜਾਬ ਵਿੱਚ ਪੈਰ ਪਾਇਆ ਤੇ ਪੰਜਾਬੀਆਂ ਨੇ ਵੀ ਪ੍ਰਵਾਸ ਵੱਲ 2 ਕਦਮ ਵਧਾਏ। ਬੇਸ਼ੱਕ ਇਸ ਤੋਂ ਪਹਿਲਾਂ ਵੀ ਪ੍ਰਵਾਸ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹੀ ਹੈ, ਜਿਸ ਵਿੱਚ ਹਮਲਾਵਰਾਂ ਦਾ ਪੰਜਾਬ ਦੇ ਬੂਹੇ ਤੇ ਦਸਤਕ ਦੇਣਾ ਵੀ ਸ਼ਾਮਲ ਹੈ। ਬਾਬਾ ਨਾਨਕ ਇੱਕ ਤਰਕਸ਼ੀਲ ਤੇ ਜਿਗਿਆਸੂ ਦਾਰਸ਼ਨਿਕ ਦੇ ਨਾਲ-ਨਾਲ ਉੱਚ ਦਰਜੇ ਦੇ ਘੁਮੱਕੜ ਵੀ ਸਨ। ਭਾਵੇਂ ਉਹ ਪ੍ਰਵਾਸ ਦੇ ਘੇਰੇ ਤੋਂ ਵੱਖਰੀ ਕਿਸਮ ਦੀ ਦਿਲਚਸਪੀ ਹੈ, ਪਰ ਬਾਬੇ ਨਾਨਕ ਨੇ ਪੰਜਾਬੀਆਂ ਦਾ ਮਾਰਗਦਰਸ਼ਨ ਕੀਤਾ। ਘੁਮੱਕੜ ਸਿਰਫ ਘੁੰਮਣ ਵਿੱਚ ਰੁਚੀ ਰੱਖਦਾ ਹੈ, ਪਰ ਪ੍ਰਵਾਸੀ ਇੱਕ ਪਰਾਈ ਧਰਤੀ ਦਾ ਵਸਨੀਕ ਬਣ ਜਾਂਦਾ ਹੈ। ਪ੍ਰਵਾਸ ਪ੍ਰਵਾਸੀਆਂ ਨੂੰ ਬੇਗਾਨਗੀ ਅਤੇ ਅਜਨਬੀਅਤ ਦੇ ਸੰਤਾਪ ਨਾਲ ਜੂਝਣ ਲਈ ਮਜਬੂਰ ਕਰ ਦਿੰਦਾ ਹੈ। ਆਪਣੀ ਮੂਲ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਨਾਲ ਵਧੇਰੇ ਵਿਚਰਨ ਦਾ ਸੰਤਾਪ ਤੇ ਬੇਗਾਨੇ ਸੱਭਿਆਚਾਰ ਵਿੱਚ ਰਹਿੰਦਾ ਬੇਗਾਨਗੀ ਹੰਢਾਉਂਦੇ ਹਨ। ਪ੍ਰਵਾਸੀਆਂ ਲਈ ਪਿੱਛੇ ਰਹਿ ਚੁੱਕੇ ਸਮਾਜ ਲਈ ਰੂਹ ਰੀਤਾਂ ਬਣਾਈਆਂ ਜਾਂਦੀਆਂ ਹਨ ਤੇ ਸਮਾਜ ਦੇ ਬਣਾਏ ਰਾਹਾਂ ਤੇ ਇੱਕ ਦੂਜੇ ਦੀ ਪੈੜ ਤੇ ਚੱਲਣ ਲਈ ਮਜਬੂਰ ਹੋ ਜਾਂਦੇ ਹਨ। ਇਹ ਕਿਤਾਬ ਮਨੁੱਖਤਾ ਦੇ ਉਸ ਘਾਣ ਨੂੰ ਵਿਅਕਤ ਕਰਦੀ ਹੈ ਜਿਸ ਤੋਂ ਸਮਾਜਿਕ ਮਨੁੱਖ ਅਣਜਾਣ ਹੈ। ਲੇਖਕ ਦਾ ਘਟਨਾਵਾਂ ਦਾ ਸਾਦੇ ਸੰਵਾਦ ਰਾਹੀਂ ਕੜੀ ਨਾਲ ਕੜੀ ਮਿਲਾ ਕੇ ਪੇਸ਼ ਕਰਨਾ ਵਡਮੁੱਲੀ ਪ੍ਰਾਪਤੀ ਹੈ। ਲੇਖਕ ਆਪਣੇ ਇਸ ਅਨੁਭਵ ਬਾਰੇ ਕਹਿੰਦਾ ਹੈ ਕਿ ਉਹ ਇਹ ਕਹਾਣੀ ਦੱਸਦਿਆਂ ਹੁਣ ਵੀ ਧਾਹਾਂ ਮਾਰ ਕੇ ਰੋ ਉੱਠਦਾ ਹੈ। ਉਹ ਸਹਾਰਾ ਦੇਸ਼ ਦਾ ਰੇਗਿਸਤਾਨ, ਜਿੱਥੇ ਨਾ ਪਾਣੀ, ਨਾ ਪੀਣ ਨੂੰ ਪਾਣੀ ਹੈ, ਨਾ ਖਾਣ ਲਈ, ਨਾ ਦਰਖਤ, ਨਾ ਕੁਝ ਖਾਣ ਲਈ, ਨਾ ਦਰਖਤ ਦੀ ਠੰਡੀ ਛਾਂ, ਨਾ ਕੋਲ ਆਪਣਾ ਪਰਿਵਾਰ, ਨਾ ਕੋਈ ਸੱਜਣ ਮਿੱਤਰ, ਨਾ ਕਿਸੇ ਪਾਸੇ ਕੋਈ ਸ਼ਹਿਰ ਗਰਾਂ ਦਿਸਦਾ ਹੈ। ਬਸ ਇੱਕੋ ਫਰਿਆਦ ਸੀ ਕਿ ਵਾਹਿਗੁਰੂ ਇੱਕ ਵਾਰ ਮੌਤ ਦੇ ਸ਼ਿਕੰਜੇ ਚੋਂ ਕੱਢ ਲੈ, ਸਾਨੂੰ ਬਚਾ ਲੈ। ਅਸੀਂ ਸਾਰੀ ਜ਼ਿੰਦਗੀ ਸੇਵਾ ਸਿਮਰਨ ਕਰਦਿਆਂ ਰੁੱਖੀ ਸੁੱਖੀ ਖਾ ਕੇ ਤੇਰੀ ਖਿਲਕਤ ਦੀ ਸੇਵਾ ਕਰਾਂਗੇ ਤੇ ਉਹਨਾਂ ਲੋਕਾਂ ਨੂੰ ਸਮਝਾਵਾਂਗੇ ਜਿਹੜੇ ਗਲਤ ਤਰੀਕੇ ਨਾਲ ਲੱਖਾਂ ਰੁਪਏ ਖਰਚ ਕੇ ਪਰਦੇਸਾਂ ਨੂੰ ਜਾਣ ਲਈ ਏਜੰਟਾਂ ਦੇ ਚੁੰਗਲ ਵਿੱਚ ਫਸਦੇ ਹਨ। ਵਰਤਮਾਨ ਸਮੇਂ ਵਿੱਚ ਰਚੇ ਜਾ ਰਹੇ ਪ੍ਰਵਾਸੀ ਪੰਜਾਬੀ ਸਾਹਿਤ ਦੇ ਅੰਤਰਗਤ ਕਈ ਪ੍ਰਵਾਸੀ ਸਰੋਕਾਰਾਂ ਨੂੰ ਉਘਾੜਿਆ ਜਾਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਵਾਸ ਦੇ ਸੰਤਾਪ ਤੇ ਇਸ ਨਾਲ ਜੁੜੀਆਂ ਮੁਸ਼ਕਲਾਂ, ਚੁਣੌਤੀਆਂ ਤੇ ਬਹੁਤ ਸਾਰੇ ਵਿਦਵਾਨਾਂ ਦੁਆਰਾ ਵੱਖੋ ਵੱਖਰੇ ਢੰਗ ਨਾਲ ਚਾਨਣਾ ਪਾਇਆ ਗਿਆ ਹੈ। ਜਿੱਥੇ ਇਹ ਸਾਹਿਤ ਪ੍ਰਵਾਸੀ ਜੀਵਨ ਦੀਆਂ ਮੁਸ਼ਕਲਾਂ ਨੂੰ ਪੇਸ਼ ਕਰਦਾ ਹੈ, ਉੱਥੇ ਦੂਜੇ ਪਾਸੇ ਪ੍ਰਵਾਸ ਧਾਰਨ ਕਰਨ ਲਈ ਪੰਜਾਬੀਆਂ ਵੱਲੋਂ ਵੱਖ-ਵੱਖ ਜੁਗਾੜਾਂ ਦਾ ਵੀ ਪਰਦਾਫਾਸ਼ ਕਰਦਾ ਹੈ। ਹਾਲਾਂਕਿ ਇਸ ਤਰ੍ਹਾਂ ਦਾ ਸਾਹਿਤ ਬਹੁਤ ਘੱਟ ਮਾਤਰਾ ਵਿੱਚ ਹੈ, ਪਰ ਇਸ ਦੀ ਮਹੱਤਤਾ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਚਰਨਜੀਤ ਸਿੰਘ ਸੁਜੋ ਵੱਲੋਂ ਲਿਖੀ ਹੱਡਬੀਤੀ ਮੌਤ ਦਾ ਰੇਗਿਸਤਾਨ ਅਜਿਹੀ ਹੀ ਰਚਨਾ ਹੈ ਜਿਸ ਵਿੱਚ ਉਸ ਨੇ ਆਪਣੀ ਹੱਡਬੀਤੀ ਨੂੰ ਬਿਆਨ ਕਰਦਿਆਂ ਡੋਂਕੀ ਵਰਗੇ ਗੈਰ ਕਾਨੂੰਨੀ, ਅਣਸੁਖਾਵੇਂ ਤੇ ਖਤਰਿਆਂ ਨੂੰ ਪਾਠਕ ਦੇ ਰੂਬਰੂ ਕਰਵਾਇਆ ਹੈ। ਇਸ ਲਿਖਤ ਵਿੱਚ ਲੇਖਕ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਸਾਂਝਾ ਕੀਤਾ ਹੈ। ਨਾਲ ਹੀ ਸਿੱਖਿਆ ਪ੍ਰਬੰਧ ਵਿਚਲੀਆਂ ਕਮੀਆਂ ਅਤੇ ਸਰਕਾਰ ਦੀਆਂ ਨੀਤੀਆਂ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਡੋਂਕੀ ਵਰਗੇ ਅਸੁਰੱਖਿਅਤ
ਤੇ ਗੈਰ ਮਨੁੱਖੀ ਢੰਗ ਨਾਲ ਵਿਦੇਸ਼ ਜਾਣ ਦੇ ਰੁਝਾਨ ਨੂੰ ਵਧਾਵਾ ਦਿੰਦੇ ਨਜ਼ਰੀ ਪੈਂਦੀ ਹੈ। ਇਹ ਦਾਸਤਾਨ ਸਿਰਫ ਪੰਜਾਬ ਦੇ ਨੌਜਵਾਨਾਂ ਦੀ ਹੀ ਨਹੀਂ ਸਗੋਂ ਬੰਗਲਾਦੇਸ਼ ਅਤੇ ਅਫਰੀਕਾ ਮਹਾਦੀਪ ਦੇ ਉਹਨਾਂ ਚਾਹਵਾਨ ਲੋਕਾਂ ਦੇ ਜੀਵਨ ਨੂੰ ਵੀ ਬਿਆਨ ਕਰਦੀ ਹੈ ਜੋ ਗਰੀਬੀ ਅਤੇ ਪਰਿਵਾਰ ਪਾਲਣ ਦੀ ਉਮੀਦ ਨਾਲ ਇੰਨੇ ਮੁਸ਼ਕਲ ਰਾਹ ਨੂੰ ਚੁਣਦੇ ਹਨ। ਮੌਤ ਦਾ ਰੇਗਿਸਤਾਨ ਇੱਕ ਨਿੱਕੀ ਜਿਹੀ ਕਿਤਾਬ ਹੈ ਜਿਸ ਦੇ ਕੁਝ ਕੁ ਪੰਨਿਆਂ ਵਿੱਚ ਲੇਖਕ ਦੀ ਆਪ-ਬੀਤੀ ਦੇ ਨਾਲ ਹੋਰ ਕਈ ਦ੍ਰਿਸ਼ਾਂ ਨੂੰ ਸਿਰਜਿਆ ਗਿਆ ਹੈ। ਇਹ ਕਿਤਾਬ ਡੋਂਕੀ ਦੌਰਾਨ ਰਾਹ ਵਿੱਚ ਪੇਸ਼ ਆਉਣ ਵਾਲੀਆਂ ਔਂਕੜਾਂ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਤੂੜੀ ਵਾਂਗ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣਾ, ਖਾਣ ਪੀਣ ਦੀ ਘਾਟ, ਮਾਨਸਿਕ ਸ਼ੋਸ਼ਣ, ਝੂਠ ਬੋਲ ਕੇ ਪੈਸੇ ਐਂਠਣ, ਗੈਰ ਮਨੁੱਖੀ ਵਿਵਹਾਰ ਅਤੇ ਜਾਨ ਦਾ ਖਤਰਾ ਜਾਂ ਫੜੇ ਜਾਣ ਦੇ ਖਤਰੇ ਆਦਿ ਦੀ ਸ਼ਸ਼ੋਪਨ ਨੂੰ ਪੇਸ਼ ਕਰਦੀ ਹੈ। ਸੂਜੋਂ ਦੀ ਇਹ ਲਿਖਤ ਸਾਡੇ ਮਨਾਂ ਵਿੱਚ ਸਾਡੇ ਰਾਜ ਪ੍ਰਬੰਧ, ਵਿਦੇਸ਼ ਪ੍ਰਤੀ ਖਿੱਚ, ਢਿੱਡ ਦੀ ਭੁੱਖ ਤੇ ਆਮ ਲੋੜਾਂ ਤੇ ਸਿੱਧੇ ਢੰਗ ਨਾਲ ਸਵਾਲ ਖੜੇ ਕਰਦੀ ਹੈ। ਵਿਦੇਸ਼ ਜਾਣ ਦੇ ਕਈ ਚਾਹਵਾਨ ਇਹਨਾਂ ਗੈਰ ਕਾਨੂੰਨੀ ਢੰਗਾਂ ਨਾਲ ਜਾਣ ਦੀ ਮਿੱਥ ਲੈਂਦੇ ਹਨ। ਕਈ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ, ਕਈ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਜੇਕਰ ਅਸੀਂ ਸੋਸ਼ਲ ਮੀਡੀਆ ਤੇ ਵੀ ਇੱਕ ਝਾਤ ਮਾਰੀਏ ਤਾਂ ਡੋਂਕੀ ਰਾਹੀਂ ਵਿਦੇਸ਼ ਜਾਣ ਵਾਲੇ ਲੋਕਾਂ ਦੇ ਅਨੁਭਵਾਂ ਨਾਲ ਵੀਡੀਓਜ਼ ਭਰੀਆਂ ਪਈਆਂ ਹਨ। ਅਖਬਾਰਾਂ ਵਿੱਚ ਵੀ ਅਕਸਰ ਅਸੀਂ ਇਸ ਵਿਸ਼ੇ ਸੰਬੰਧੀ ਖਬਰਾਂ ਪੜ੍ਹਦੇ ਰਹਿੰਦੇ ਹਾਂ। ਸੋ ਇਹ ਕਿਤਾਬ ਅਜਿਹੇ ਕਈ ਕੋੜੇ ਤੇ ਲੁਕੇ ਹੋਏ ਸੱਚ ਸਾਡੇ ਸਾਹਮਣੇ ਖੋਲ ਕੇ ਰੱਖ ਦਿੰਦੀ ਹੈ ਜਿਸ ਤੇ ਸਾਨੂੰ ਗੌਰ ਕਰਨ ਦੀ ਲੋੜ ਹੈ। ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਨਿਤੇਸ਼ ਜੀ, ਤੁਸੀਂ ਵੀ ਆਪਣੇ ਸਮੇਂ ਵਿੱਚ ਰਹਿੰਦੇ ਹੋਏ ਆਪਣੀ ਗੱਲ ਕੀਤੀ ਹੈ ਤੇ ਬਹੁਤ ਵਧੀਆ ਪੇਪਰ ਸੀ। ਔਰ ਇਸ ਦੇ ਨਾਲ ਹੀ ਸਾਡਾ ਇਸ ਸੈਸ਼ਨ ਦੇ ਵਿੱਚ ਆਖਰੀ ਪੇਪਰ ਜਸਪਾਲ ਸਿੰਘ ਹੋਰਾਂ ਦਾ ਹੈ। ਉਹਨਾਂ ਦਾ ਪੇਪਰ ਟੌਪਿਕ ਹੈ ਬਰਤਾਨਵੀ ਪੰਜਾਬੀ ਕਹਾਣੀ ਵਿੱਚ ਪੇਸ਼ ਪ੍ਰਵਾਸੀ ਜੀਵਨ ਦੇ ਅਹਿਮ ਸਰੋਕਾਰ। ਸੋ ਮੈਂ ਸਦਾ ਦੇ ਜਸਪਾਲ ਸਿੰਘ ਰਿਸਰਚ ਸਕਾਲਰ ਨੇ ਉਹ ਸਮੇਂ ਦੇ ਅੰਦਰ ਰਹਿੰਦਾ ਹੋਇਆ ਆਪਣਾ ਪੇਪਰ ਪੇਸ਼। ਜਸਪਾਲ ਸਿੰਘ। ਜਸਪਾਲ ਸਿੰਘ ਜੀ ਤੁਸੀਂ ਆਪਣਾ ਅਨਮਿਊਟ ਕਰ ਲਓ ਮਾਈਕ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਮਾਈਕ ਅਨਮਿਊਟ ਕਰ ਲਓ, ਮਾਈਕ ਉਧਰੋਂ ਅਨਮਿਊਟ ਕਰੋ, ਸਿਸਟਮ ਜਿੱਤੋਂ ਵੀ ਤੁਸੀਂ ਜੁੜੇ ਹੋਏ ਹੋ। ਸੌਰੀ ਸਰ। ਹਾਂ ਠੀਕ ਹੈ, ਓਕੇ ਡਨ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਪੇਪਰ ਦਾ ਵਿਸ਼ਾ ਬਰਤਾਨਵੀ ਪੰਜਾਬੀ ਕਹਾਣੀ ਵਿੱਚ ਪੇਸ਼ ਪ੍ਰਵਾਸੀ ਜੀਵਨ ਦੇ ਅਹਿਮ ਸਰੋਕਾਰ। ਪ੍ਰਵਾਸੀ ਪੰਜਾਬੀ ਸਾਹਿਤ ਵੱਖ-ਵੱਖ ਵਿਧਾਵਾਂ ਦੇ ਜ਼ਰੀਏ ਪ੍ਰਵਾਸੀਆਂ ਦੇ ਅਹਿਸਾਸਾਂ, ਸਦਰਾਂ ਤੇ ਜੀਵਨ ਅਨੁਭਵਾਂ ਦੀ ਪੇਸ਼ਕਾਰੀ ਕਰਦਾ ਆ ਰਿਹਾ ਹੈ। ਪ੍ਰਵਾਸੀਆਂ ਦੁਆਰਾ ਹੰਢਾਏ ਜਾਂਦੇ ਸੰਤਾਪ ਅਤੇ ਪ੍ਰਵਾਸੀ ਜੀਵਨ ਦੇ ਅਹਿਮ ਮਸਲਿਆਂ ਨੂੰ ਵਿਚਾਰਨ ਲਈ ਅਸੀਂ ਗੁਰਦਾਸ ਸਿੰਘ ਪਰਮਾਰ ਦੁਆਰਾ ਸੰਪਾਦਿਤ ਪੁਸਤਕ ਬਰਤਾਨਵੀ ਪੰਜਾਬੀ ਕਹਾਣੀ ਨੂੰ ਆਧਾਰ ਬਣਾਇਆ ਹੈ। ਮੈਂ ਸਿੱਧਾ ਸਰੋਕਾਰਾਂ ਦੀ ਗੱਲ ਹੀ ਕਰੂੰਗਾ ਜੀ। ਸ਼ਿਵਚਰਨ ਗਿੱਲ ਦੀ ਕਹਾਣੀ ਪਖੰਡ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਅਵਚੇਤਨੀ ਧਰਾਤਲ ਉੱਤੇ ਪਈ ਜਾਤ-ਪਾਤ ਦੀ ਭਾਵਨਾ ਤੇ ਉੱਚ ਜਾਤੀ ਦੀ ਹੋਂਦ ਨੂੰ ਮੂਰਤੀਮਾਨ ਕਰਦੀ ਹੈ। ਕਹਾਣੀ ਦਰਸਾਉਂਦੀ ਹੈ ਕਿ ਵਿਕਸਿਤ ਮੁਲਕਾਂ ਵਿੱਚ ਜਾ ਕੇ ਵੀ ਭਾਰਤੀਆਂ ਦੀ ਮਾਨਸਿਕਤਾ ਉਧਰਲੀ ਸੱਭਿਅਤਾ ਦੇ ਮੇਚ ਦੀ ਨਹੀਂ ਹੋ ਪਾਉਂਦੀ। ਜਾਤੀ ਹੋਂਦ ਵਿੱਚ ਜਕੜਿਆ ਉੱਚ ਜਾਤੀ ਦਾ ਜਿਹੜਾ ਮਨੁੱਖ ਆ ਉਹ ਦਲਿਤ ਜਾਤੀ ਨੂੰ ਆਪਣੇ ਪੈਰਾਂ ਦੀ ਜੁੱਤੀ ਸਮਝਦਾ ਹੈ। ਪਖੰਡ ਕਹਾਣੀ ਦੀ ਅਖੌਤੀ ਉੱਚ ਜਾਤੀ ਦੀ ਪਾਤਰ ਦੀਪੋ ਦਲਿਤ ਜਾਤੀ ਦੀ ਪਾਤਰ ਸ਼ਾਂਤੀ ਦੇ ਸੁਪਰਵਾਈਜ਼ਰ ਬਣਦਿਆਂ ਹੀ ਈਰਖਾ ਨਾਲ ਸੜ ਭੁੱਜ ਜਾਂਦੀ ਹੈ। ਇਹਦੇ ਵਿੱਚੋਂ ਕਹਾਣੀ ਵਿੱਚੋਂ ਇੱਕ ਮਿਸਾਲ ਹੈ, ਜਦੋਂ ਸ਼ਾਂਤੀ ਸੁਪਰਵਾਈਜ਼ਰ ਬਣੀ ਤਾਂ ਦੀਪੋ ਦੇ ਸਿਰ 100 ਘੜਾ ਪਾਣੀ ਦਾ ਪੈ ਗਿਆ। ਉਹਦੇ ਅੰਦਰੋਂ ਈਰਖਾ ਦੀਆਂ ਲਾਟਾਂ ਬਲ-ਬਲ ਪੈਂਦੀਆਂ। ਕਰੋ ਗੱਲ, ਹੁਣ ਇਹ ਸਾਡੇ ਤੇ ਹੁਕਮ ਚਾੜਿਆ ਕਰੂ, ਮੈਂ ਜਾਣਦੀ ਹਾਂ ਇਹਨੂੰ ਠੁੱਡ ਤੇ, ਕਰ ਲੈ ਮੇਰਾ ਕੀ ਕਰ ਲੂ, ਮੈਂ ਕੰਮ ਕਰੂੰ ਆਪਦੀ ਮਰਜ਼ੀ ਨਾਲ। ਜਾਤੀ ਪ੍ਰਥਾ ਦੇ ਨਾਲ ਨਾਲ ਭਾਰਤੀ ਜਾਂ ਪੰਜਾਬੀ ਲੋਕ ਜਿਹੜੇ ਦਾਜ ਵਰਗੀ ਭੈੜੀ ਅਲਾਮਤ ਵੀ ਆਪਣੇ ਨਾਲ ਵਿਦੇਸ਼ਾਂ ਦੇ ਵਿੱਚ ਲੈ ਗਏ। ਸੁਰਿੰਦਰ ਦੇਲਵੀ ਦੀ ਕਹਾਣੀ ਖਲਜਗਨ ਇਸੇ ਅਲਾਮਤ ਦੁਆਰੇ ਘੁੰਮਦੀ ਹੈ, ਜਿਸ ਦੀ ਭੇਟ ਹੁਣ ਤੱਕ ਬਹੁਤ ਸਾਰੀਆਂ ਮੁਟਿਆਰਾਂ ਚੜ ਗਈਆਂ। ਜਾਤੀ ਪ੍ਰਥਾ ਵਰਗੇ ਸਮਾਜਿਕ ਵਿਕਾਰਾਂ ਵਿੱਚ ਗਰਸਿਆ ਜਿਹੜਾ ਪ੍ਰਵਾਸੀ ਪੰਜਾਬੀ ਆ ਭਾਈਚਾਰਕ ਸਾਂਝ ਮਾਨਣ ਤੋਂ ਵਾਂਝਾ ਰਹਿ ਜਾਂਦਾ। ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਬੱਚਿਆਂ ਦਾ ਵਿਦੇਸ਼ੀ ਰੰਗ ਵਿੱਚ ਜਾਂ ਵਿਦੇਸ਼ੀ ਸੱਭਿਆਚਾਰ ਅਨੁਸਾਰ ਢਲ ਜਾਣਾ ਉਹ ਵੀ ਉਹਨਾਂ ਨੂੰ ਵਿਗਾਨਗੀ ਦਾ ਅਹਿਸਾਸ ਕਰਵਾਉਂਦਾ। ਇਕੱਲਤਾ ਅਤੇ ਵਿਗਾਨਗੀ ਪ੍ਰਵਾਸੀਆਂ ਦੁਆਰਾ ਹੰਢਾਇਆ ਜਾਣ ਵਾਲਾ ਇੱਕ ਅਜਿਹਾ ਸੰਤਾਪ ਹੈ ਜਿਸ ਦੇ ਝੰਬੇ ਕਿੰਨੇ ਹੀ ਪ੍ਰਵਾਸੀ ਆਪਣੇ ਢਿੱਡਾਂ ਨੂੰ ਗੰਢਾਂ ਦੇਈ ਫਿਰਦੇ ਨੇ। ਉਹਨਾਂ ਨੂੰ ਕੋਲੇ ਮਤਲਬ ਕੋਈ ਆਪਣਾ ਦੁੱਖ ਸਾਂਝਾ ਕਰਨ ਲਈ ਕੋਈ ਬੰਦਾ ਹੀ ਨਹੀਂ ਹੈਗਾ, ਕੋਈ ਹਮਦਰਦ ਹੀ ਨਹੀਂ ਮਿਲ ਰਿਹਾ ਉਹਨਾਂ ਨੂੰ। ਛੁੱਟੀ ਦਾ ਦਿਨ ਗੁਰਨਾਮ ਸਿੰਘ ਗਿੱਲ ਦੀ ਕਹਾਣੀ ਆ।
ਉਹਦੇ ਇੱਕ ਪਾਤਰ ਬੰਤਾ ਸਿੰਘ ਦੇ ਸੰਦਰਭ ਵਿੱਚ ਇਸ ਸਥਿਤੀ ਨੂੰ ਬਾਖੂਬੀ ਸਮਝਿਆ ਜਾ ਸਕਦਾ ਹੈ, ਜਿਹੜਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰਾਂ, ਧੀਆਂ, ਦੋਤੇ ਦੋਤੀਆਂ, ਪੋਤੇ ਪੋਤੀਆਂ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ। ਇਹਦੇ ਵਿੱਚੋਂ ਇੱਕ ਹਵਾਲਾ ਹੈ, ਉਸ ਦੇ ਅੰਦਰ ਇਕੱਲਤਾ ਦੀ ਪੀੜ ਬੈਣ ਪਾ ਰਹੀ ਸੀ, ਪਰ ਇਹਨਾਂ ਬੈਣਾਂ ਦੀ ਕੋਈ ਆਵਾਜ਼ ਨਹੀਂ ਸੀ। ਜੇ ਹੈ ਵੀ ਸੀ ਤਾਂ ਉਹ ਸਿਵਾਏ ਬੰਤਾ ਸਿੰਘ ਤੋਂ ਹੋਰ ਕਿਸੇ ਨੂੰ ਸੁਣਾਈ ਨਹੀਂ ਸੀ ਦੇ ਸਕਦੀ। ਉਸ ਦਾ ਦਿਲ ਕਰਦਾ ਕਿ ਕਾਸ਼ ਉਹ ਆਪਣੀ ਖਾਮੋਸ਼ ਪੀੜ ਨੂੰ ਕਿਸੇ ਨਾਲ ਸਾਂਝਾ ਕਰ ਸਕੇ। ਇੰਗਲੈਂਡ ਵਰਗੇ ਸਨਅਤੀ ਦੇਸ਼ ਵਿੱਚ ਅਜਿਹਾ ਹਮਦਰਦ ਭਲਾ ਉਸ ਨੂੰ ਕਿੱਥੋਂ ਮਿਲ ਸਕੇ। ਸਾਥੀ ਲੁਧਿਆਣਵੀ ਦੀ ਕਹਾਣੀ ਗਰੋਸਰੀ ਦੀ ਪਾਤਰ ਨਰਿੰਦਰ ਕੌਰ, ਡਾਕਟਰ ਗੁਰਦਿਆਲ ਸਿੰਘ ਰਾਏ ਦੀ ਕਹਾਣੀ ਭਾਈਆ ਦਾ ਪਾਤਰ ਭਾਈਆ, ਕੈਲਾਸ਼ਪੁਰੀ ਦੀ ਕਹਾਣੀ ਕਿਵਾੜਾ ਅੰਦਰ ਬੰਦ ਦੀ ਪਾਤਰ ਮਿਸਜ ਅਹੂਜਾ ਆਦਿ ਪਾਤਰ ਅਜਿਹੇ ਪ੍ਰਵਾਸੀਆਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਹੜੇ ਔਲਾਦ ਦੇ ਹੁੰਦਿਆਂ ਹੋਇਆਂ ਵੀ ਔਲਾਦ ਵਿਹੂਣੇ ਮਹਿਸੂਸ ਕਰਦੇ ਨੇ ਤੇ ਇਕੱਲਤਾ ਦੇ ਝੰਬੇ ਹੋਏ ਨੀਰਸ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਪ੍ਰਵਾਸੀ ਪੰਜਾਬੀ ਸਾਹਿਤ ਨੂੰ ਜਾਂ ਬਰਤਾਨਵੀ ਪੰਜਾਬੀ ਕਹਾਣੀ ਨੂੰ ਪੜਚੋਲਦਿਆਂ ਮਾਪਿਆਂ ਦੀ ਇਕੱਲਤਾ ਜਾਂ ਵਿਗਾਨਗੀ ਆ ਜਿਹੜੀ ਉਹ ਮਹਿਸੂਸ ਕਰਦੇ ਨੇ। ਉਹਨਾਂ ਲਈ ਔਲਾਦ ਦੀ ਬੇਮੁਖਤਾ ਇੱਕ ਪ੍ਰਮੁੱਖ ਕਾਰਨ ਵਜੋਂ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਆ। ਪ੍ਰਵਾਸੀ ਪੰਜਾਬੀਆਂ ਦੀ ਉਧਰ ਜੰਮੀ ਪਲੀ ਤੇ ਪੱਛਮੀ ਸੱਭਿਆਚਾਰ ਵਿੱਚ ਢਲੀ ਔਲਾਦ ਮਾਂ-ਬਾਪ ਨੂੰ ਬੋਝ ਸਮਝਦੀ ਹੈ। स्टडी नहीं है। ਤੁਹਾਡੀ ਆਵਾਜ਼ ਬੰਦ ਹੋ ਗਈ ਹੈ, ਚੈੱਕ ਕਰੋ ਆਪਣਾ ਕਨੈਕਸ਼ਨ। ਗੋਰਿਆਂ ਦੁਆਰਾ ਭਾਰਤੀਆਂ ਨੂੰ ਨਿਯਮਨ ਸਮਝਿਆ ਜਾਣਾ ਜਾਂ ਭੱਦੀਆਂ ਟਿੱਪਣੀਆਂ ਕਰਨਾ ਨਸਲੀ ਵਿਤਕਰੇ ਦੀ ਸ਼ਾਦੀ ਭਰਨ ਵਾਲੇ ਕੰਮ ਨੇ। ਅਵਤਾਰ ਸਾਧਕ ਦੀ ਕਹਾਣੀ ਬਾਜ ਨਸਲੀ ਵਿਤਕਰੇ ਨੂੰ ਆਧਾਰ ਬਣਾ ਕੇ ਜ਼ੁਲਮ ਨਾਲ ਸੰਘਰਸ਼ ਕਰਨ ਲਈ ਪ੍ਰੇਰਨਾ ਦਿੰਦੀ ਨਜ਼ਰੀ ਪੈਂਦੀ ਹੈ। ਇਸ ਤੋਂ ਇਲਾਵਾ ਸੁਰਜੀਤ ਕਾਲੜਾ ਦੀ ਕਹਾਣੀ ਮਰਨ ਵੇਲੇ, ਹਰਿੰਦਰ ਸਿੰਘ ਬਜਾਜ ਦੀ ਕਹਾਣੀ ਗੋਰੇ ਕਾਲੇ ਦਾ ਫਰਕ, ਗੁਰਪਾਲ ਸਿੰਘ ਦੀ ਕਹਾਣੀ ਨਵੀਂ ਪੀੜ੍ਹੀ, ਪ੍ਰੀਤਮ ਸਿੰਘ ਕੈਂਬੋ ਦੀ ਕਹਾਣੀ ਧੁਖ ਦਾ ਗੋਟਾ ਨਸਲੀ ਵਿਤਕਰੇ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਹਨ। ਗੁਰਪਾਲ ਸਿੰਘ ਦੀ ਕਹਾਣੀ ਨਵੀਂ ਪੀੜ੍ਹੀ ਨਸਲੀ ਵਿਤਕਰੇ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੀ ਹੈ। ਇਸ ਵਿੱਚ ਇਹ ਦਰਸਾਇਆ ਗਿਆ ਕਿ ਜਿਹੜੀ ਪਹਿਲਾਂ ਵਾਲੀ ਪੀੜ੍ਹੀ ਸੀਗੀ ਪ੍ਰਵਾਸੀਆਂ ਦੀ, ਉਹ ਚਾਹੇ ਨਸਲੀ ਵਿਤਕਰੇ ਨੂੰ ਚੁੱਪਚਾਪ ਬਰਦਾਸ਼ਤ ਕਰ ਲੈਂਦੀ ਹੋਵੇ, ਪਰ ਜਿਹੜੀ ਅਜੋਕੀ ਪੀੜ੍ਹੀ ਆ ਉਹ ਇਸ ਗੱਲ ਤੋਂ ਉੱਕਾ ਹੀ ਇਨਕਾਰੀ ਆ। ਜਿਹੜਾ ਨਸਲੀ ਵਿਤਕਰਾ ਉਹਨੂੰ ਬਰਦਾਸ਼ਤ ਨਹੀਂ ਕਰਦੀ ਉਹ ਪੀੜ੍ਹੀ। ਇਹਦੇ ਵਿੱਚੋਂ ਕਹਾਣੀ ਵਿੱਚੋਂ ਇੱਕ ਹਵਾਲਾ ਹੈ, ਬੱਚੀ ਇੱਕ ਗੋਰੇ ਮੁੰਡੇ ਨਾਲ ਟਕਰਾ ਜਾਂਦੀ ਹੈ ਤੇ ਗੋਰਾ ਮੁੰਡਾ ਝੱਟ ਆਖਦਾ ਬਲੱਡੀ ਇੰਡੀਅਨ ਡੌਗ। ਗੋਰੇ ਮੁੰਡੇ ਨੇ ਇਹ ਲਫ਼ਜ਼ ਬੋਲੇ ਹੀ ਸਨ ਕਿ ਬੱਚੀ ਨੇ ਭਰੇ ਬਾਜ਼ਾਰ ਵਿੱਚ ਉਸਦੇ ਪੂਰੇ ਜ਼ੋਰ ਨਾਲ ਇੱਕ ਥੱਪੜ ਕੱਢ ਮਾਰਿਆ ਤੇ ਉਸਨੂੰ ਜੂਡੋ ਵਾਲਿਆਂ ਵਾਂਗ ਪਟਾਕ ਕੇ ਫੁੱਟਪਾਥ ਦੇ ਕਿਨਾਰੇ ਮਾਰਿਆ। ਬਾਜ਼ਾਰ ਇੱਕ ਪਲ ਲਈ ਸੁੰਨਾ ਹੋ ਗਿਆ, ਪਰ ਕਿਸੇ ਦੀ ਜੁਰਤ ਨਾ ਬਣੀ ਕੁਝ ਬੋਲਣ ਦੀ। ਅੰਤਰ ਸੱਭਿਆਚਾਰਕ ਦਵੰਦ, ਪੀੜ੍ਹੀ ਪਾੜਾ, ਔਲਾਦ ਦੀ ਬੇਮੁਖਤਾ ਜਾਂ ਰਿਸ਼ਤਿਆਂ ਵਿੱਚ ਤਣਾਅ, ਇਕੱਲਤਾ, ਨਸਲੀ ਵਿਤਕਰਾ ਆਦਿ ਅਜਿਹੇ ਪ੍ਰਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਪ੍ਰਵਾਸੀ ਪੰਜਾਬੀਆਂ ਦੇ ਮਨ ਵਿੱਚ ਭੂ-ਹੇਰਵਾ ਉਪਜਣਾ ਲਾਜ਼ਮੀ ਹੈ। ਵਿਦੇਸ਼ੀ ਧਰਤੀ ਉੱਤੇ ਮਿਲ ਰਹੀਆਂ ਸੁੱਖ ਸਹੂਲਤਾਂ ਦੇ ਬਾਵਜੂਦ ਵੀ
ਭਾਰਤੀ ਸੰਸਕ੍ਰਿਤੀ ਨਾਲ ਜੁੜੇ ਹੋਏ ਜਾਂ ਮਿੱਟੀ ਨਾਲ ਜੁੜੇ ਹੋਏ ਲੋਕ ਅੰਤਮ ਸਮੇਂ ਜਾਂ ਬੁਢਾਪੇ ਵਿੱਚ ਆਪਣੀ ਜਨਮ ਭੂਮੀ ਉੱਤੇ ਜਾਣਾ ਲੋਚਦੇ ਨੇ। ਪ੍ਰੀਤਮ ਸਿੰਘ ਕੈਂਬੋ ਦੀ ਕਹਾਣੀ ਧੁਖ ਦਾ ਗੋਟਾ, ਮੁਸ਼ਤਾਕ ਸਿੰਘ ਦੀ ਕਹਾਣੀ ਮਜਬੂਰੀਆਂ, ਭੂ ਹੇਰਵੇ ਨੂੰ ਪ੍ਰਕਾਸ਼ਮਾਨ ਕਰਨ ਵਾਲੀਆਂ ਕਹਾਣੀਆਂ ਹਨ। ਪ੍ਰਵਾਸੀ ਪੰਜਾਬੀ ਸਾਹਿਤ ਨੂੰ ਬਾਚਦਿਆਂ ਦੋ ਸੰਸਕ੍ਰਿਤੀਆਂ, ਇੱਕ ਭਾਰਤੀ ਸੰਸਕ੍ਰਿਤੀ, ਇੱਕ ਜਿਹੜੀ ਉਧਰਲੇ ਮੁਲਕਾਂ ਦੀ ਸੰਸਕ੍ਰਿਤੀ ਹੈ, ਉਹਦੇ ਵੱਖ-ਵੱਖ ਸੰਦਰਭਾਂ ਦੀ ਸਮਝ ਪੈਂਦੀ ਹੈ। ਇਹਨਾਂ ਵਿੱਚੋਂ ਅਸੀਂ ਔਰਤ ਦੀ ਸਥਿਤੀ ਨੂੰ ਵੀ ਦੇਖ ਸਕਦੇ ਹਾਂ ਵੀ ਦੋਨਾਂ ਸੰਸਕ੍ਰਿਤੀਆਂ ਦੇ ਵਿੱਚ ਔਰਤ ਦੀ ਕੀ ਸਥਿਤੀ ਹੈ ਜਾਂ ਉਹਦੀ ਕੀ ਮਾਨਸਿਕਤਾ। ਵਿਦੇਸ਼ੀ ਤੇ ਭਾਰਤੀ ਔਰਤ ਦੀ ਮਾਨਸਿਕਤਾ ਨੂੰ ਤੁਲਨਾਉਂਦੀ ਤੇ ਦਰਸਾਉਂਦੀ ਕੇਸੀ ਮੋਹਨ ਦੀ ਕਹਾਣੀ ਰੇਪ ਉਲੇਖਯੋਗ ਹੈ। ਇਸ ਵਿੱਚ ਪੰਜਾਬੀ ਔਰਤ ਦੇ ਵਿਚੇਤਨ ਵਿੱਚ ਪਏ ਸੰਸਕਾਰਾਂ ਦੇ ਕਾਰਨ ਅਧੀਨਗੀ ਵਾਲੀ ਸਥਿਤੀ ਤੇ ਵਿਦੇਸ਼ੀ ਔਰਤ ਦੇ ਧੁਰ ਅੰਦਰ ਪਈ ਸੁਤੰਤਰਤਾ ਦੀ ਚਾਹਤ ਤੇ ਭਾਵਨਾ ਵੀ ਪ੍ਰਗਟ ਹੁੰਦੀ ਹੈ। ਇਹਦੇ ਵਿੱਚ ਅਖੌਤੀ ਮਰਦਾਵੀ ਹੋਣ ਤੇ ਵੀ ਵਿਅੰਗ ਕੱਸਿਆ ਗਿਆ। ਜਰਨੈਲ ਸਿੰਘ ਆਪਣੀ ਪਤਨੀ ਨੂੰ ਇੱਕ ਖਬਰ ਪੜ੍ਹ ਕੇ ਸੁਣਾਉਂਦਾ। ਇਹਦੇ ਵਿੱਚੋਂ ਭਾਰਤੀ ਔਰਤ ਦੀ ਜਿਹੜੀ ਤੇ ਵਿਦੇਸ਼ੀ ਔਰਤ ਦੀ ਜਿਹੜੀ ਮਾਨਸਿਕਤਾ ਜਾਂ ਸਥਿਤੀ ਹੈ। ਹਾਂਜੀ ਸਰ, ਇਹ ਹਵਾਲਾ ਜੀ। ਆ ਇੱਕ ਖਬਰ ਹੈ ਕਿ ਆਪਣੀ ਤੀਵੀਂ ਨੂੰ ਰੇਪ ਕਰਨ ਦੇ ਜੁਰਮ ਵਿੱਚ ਕਵੈਂਟਰੀ ਦੇ ਇੱਕ ਗੋਰੇ ਨੂੰ 6 ਸਾਲ ਕੈਦ। ਕਿਉਂ ਮੈਨੂੰ ਪਾਗਲ ਬਣਾਉਣੇ ਹੋ? ਭਲਾ ਆਦਮੀ ਨੂੰ ਆਪਣੀ ਤੀਵੀਂ ਦਾ ਰੇਪ ਕਰਨ ਦੀ ਕੀ ਲੋੜ ਹੈ? ਉਹ ਤੇ ਬੰਦੇ ਦੀ ਹੁੰਦੀ ਹੈ। ਆਦਮੀ ਪਤੀ ਪਰਮੇਸ਼ਰ, ਰੇਪ ਤਾਂ ਹੋਰ ਤੀਵੀਂ ਦਾ ਹੋ ਸਕਦਾ ਹੈ। ਨਾਲੇ ਭਲਾ ਵਿਆਹੇ ਬਰੇ ਬੰਦੇ ਨੂੰ ਜ਼ਬਰਦਸਤੀ ਕਰਨ ਦੀ ਕੀ ਲੋੜ? ਨਸੀਬ ਕੌਰ ਨੂੰ ਖਬਰ ਅਜੇ ਵੀ ਝੂਠੀ ਲੱਗਦੀ ਹੈ। ਲੈ ਕਮਲੀ ਸੀ ਉਹ, ਇਹ ਕਿਹੜੀ ਗੱਲ ਸੀ? ਇਸ ਤਰ੍ਹਾਂ ਤਾਂ ਤੁਸੀਂ ਵੀ ਕਿੰਨੀ ਵਾਰ ਕਰਦੇ ਹੋ। ਨਸੀਬ ਕੌਰ ਦੇ ਮੂੰਹੋਂ ਸੁਤੇ ਸੁਭਾਅ ਨਿਕਲ ਗਿਆ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਬਰਤਾਨਵੀ ਪੰਜਾਬੀ ਕਹਾਣੀ ਵਿਦੇਸ਼ੀ ਧਰਤੀ ਉੱਤੇ ਚਲੇ ਜਾਣ ਤੋਂ ਬਾਅਦ ਵੀ ਭਾਰਤੀਆਂ ਦੇ ਮਨ ਵਿੱਚ ਪਈਆਂ ਜਾਤੀ ਪ੍ਰਥਾ ਤੇ ਦਾਇ ਪ੍ਰਥਾ ਵਰਗੀਆਂ ਅਲਾਮਤਾਂ, ਬਗਾਨਗੀ ਜਾਂ ਇਕਲਾਪਾ, ਅੰਤਰ ਸੱਭਿਆਚਾਰਕ ਦਵੰਦ, ਪੀੜੀ ਪਾੜਾ, ਪੱਛਮੀ ਰੰਗ ਵਿੱਚ ਢਲੇ ਬੱਚਿਆਂ ਦਾ ਮਾਪਿਆਂ ਪ੍ਰਤੀ ਰਵੱਈਆ, ਨਸਲੀ ਵਿਤਕਰਾ, ਭੂ ਹੇਰਵਾ, ਦੋਵਾਂ ਸੰਸਕ੍ਰਿਤੀਆਂ ਵਿੱਚ ਔਰਤ ਦੀ ਸਥਿਤੀ ਆਦਿ ਵਰਗੇ ਅਹਿਮ ਸਰੋਕਾਰਾਂ ਨੂੰ ਆਪਣੇ ਕਲੇਵਰ ਵਿੱਚ ਲੈਂਦੀ ਹੈ। ਉਪਰੋਕਤ ਵਿਚਾਰ ਚਰਚਾ ਨੂੰ ਮੱਦੇਨਜ਼ਰ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਜਦੋਂ ਤੋਂ ਪੰਜਾਬੀਆਂ ਜਾਂ ਭਾਰਤੀਆਂ ਨੇ ਪ੍ਰਵਾਸ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਵੱਖ-ਵੱਖ ਚੁਣੌਤੀਆਂ ਨਾਲ ਦਸਤ ਪੰਜਾ ਲੈਂਦੇ ਆਏ ਹਨ। ਪ੍ਰਵਾਸ ਮਹਿਜ ਸੁੱਖ ਸਹੂਲਤਾਂ ਨੂੰ ਮੰਨਣਾ ਹੀ ਨਹੀਂ ਹੈ, ਸਗੋਂ ਇਸ ਦੇ ਨਾਲ-ਨਾਲ ਇਹ ਪਿੰਡੇ ਤੇ ਹੰਡਾਉਣ ਵਾਲਾ ਦਰਦ ਵੀ ਹੈ, ਜਿਸ ਨੂੰ ਜਾਂ ਤਾਂ ਪ੍ਰਵਾਸੀ ਖੁਦ ਮਹਿਸੂਸ ਕਰ ਸਕਦਾ ਜਾਂ ਸਾਹਿਤਕਾਰ ਆਪਣੀ ਸੰਵੇਦਨਸ਼ੀਲਤਾ ਦੇ ਜ਼ਰੀਏ ਉਸ ਨੂੰ ਮਹਿਸੂਸ ਕਰਕੇ ਪਾਠਕਾਂ ਤੱਕ ਪਹੁੰਚਾਉਂਦਾ ਹੈ। ਬਰਤਾਨਵੀ ਪੰਜਾਬੀ ਕਹਾਣੀ ਤੇ ਸਮੁੱਚੇ ਪੰਜਾਬੀ ਸਾਹਿਤ ਵਿੱਚ ਉਹਨਾਂ ਪਹਿਲੂਆਂ ਨੂੰ ਬਾਖੂਬੀ ਚਿਤਰਿਆ ਮਿਲਦਾ ਹੈ ਜਿਨ੍ਹਾਂ ਬਾਰੇ ਆਮ ਲਕਾਈ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ। ਇਸ ਦੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਇਹ ਸੈਸ਼ਨ ਹੈ ਉਸ ਦੇ ਵਿੱਚ ਜਿੰਨੇ ਪਰਚੇ ਪੜੇ ਜਾਣੇ ਸੀ ਸਾਰੇ ਮੁਕੰਮਲ ਹੋ ਚੁੱਕੇ ਹਨ। ਬੜੀ ਵੱਡੀਆਂ ਗੱਲਾਂ ਹੋਈਆਂ ਤੇ ਬਹੁਤ ਸੁੰਦਰ ਢੰਗ ਨਾਲ ਸਾਰਿਆਂ ਨੇ ਆਪਣੀ ਗੱਲ ਦੀ ਪੇਸ਼ਕਾਰੀ ਕੀਤੀ ਹੈ। ਤੇ ਮੈਂ ਹੁਣ ਗੁਜ਼ਾਰਿਸ਼ ਕਰ ਰਿਹਾ ਸਾਡੇ ਇਸ ਸੈਸ਼ਨ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਦਵਿੰਦਰ ਕੌਰ ਸ਼ਮੂਲੀਅਤ ਕਰਨ, ਉਹ ਆਪਣੀ ਗੱਲ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨ। ਬੜੇ ਅਦਬ ਨਾਲ ਬੇਨਤੀ ਕਰ ਰਿਹਾ ਡਾਕਟਰ ਦਵਿੰਦਰ ਕੌਰ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਕਮਲਜੀਤ ਜੀ। ਮੈਂ ਸਭ ਤੋਂ ਪਹਿਲਾਂ ਤਾਂ ਚਾਂਸਲਰ ਸਾਹਿਬ ਡਾਕਟਰ ਜਗਬੀਰ ਸਿੰਘ ਜੀ और डॉक्टर रविंदर जी, डॉक्टर हरमीत, डॉक्टर कमलजीत जी, डॉक्टर रतनजीत जी और डॉक्टर मीनाक्षी बैंस और अज दी जिहड़ी सभा दी प्रधानगी कर रहे डॉक्टर अंजू जी, इन्हां सारियां दा धन्नवाद करदी हां। ते नाल डॉक्टर संदीप कौर, डॉक्टर मीनाक्षी, डॉक्टर दीपा कुमार, डॉक्टर अर्शदीप, नितेश जी और जसपाल जी, जिन्हां ने बहुत ही ਗਲੋਬਲ ਪੱਧਰ ਦੇ ਤੇ ਮੈਂ ਕਹਾਂਗੀ ਕਿ ਇਹਨਾਂ ਨੇ ਨਾ ਜਿਸ ਤਰ੍ਹਾਂ ਦੇ ਥੀਮ ਲੈ ਕੇ ਇਹਨਾਂ ਨੇ ਆਪਣੇ ਪੇਪਰ ਪੜ੍ਹੇ ਨੇ, ਉਹਦੇ ਨਾਲ ਇਹ ਸਾਰਾ ਸੈਮੀਨਾਰ ਦਾ ਜਿਹੜਾ ਰੂਪ ਹੈ ਉਹ ਗਲੋਬਲ ਹੋ ਗਿਆ। ਔਰ ਇਹ ਕਿਉਂਕਿ ਦੁਨੀਆ ਜਿਹੜੀ ਹੈ ਅੱਜ ਕੱਲ ਗਲੋਬਲ ਹੈ, ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ, ਤੇ ਇਹ ਸਾਰਾ ਫਲੇਵਰ ਜਿਹੜਾ ਗਲੋਬਲ ਫਲੇਵਰ ਹੈ ਉਹ ਮੈਨੂੰ ਅੱਜ ਦੇ ਸੈਮੀਨਾਰ ਦੇ ਵਿੱਚ ਨਜ਼ਰ ਆਇਆ ਹੈ। ਔਰ ਸਭ ਤੋਂ ਮੇਰੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਸੈਸ਼ਨ ਦੇ ਵਿੱਚ
ਔਰਤਾਂ ਦੀ ਜਿਹੜੀ ਸਾਂਝੇਦਾਰੀ ਹੈ, ਉਹ ਔਰਤ ਜਿਹੜੀ ਹੈ ਉਹ ਕੇਂਦਰ ਦੇ ਵਿੱਚ ਰਹੀ ਹੈ। ਇਹ ਕਦੇ ਛੱਡ ਕੇ ਬਾਕੀ ਸਾਰੇ ਜਿਹੜੇ ਪਰਚਾ ਪੜਨ ਵਾਲੇ ਸਨ ਉਹ ਸਾਡੇ ਔਰਤਾਂ ਸਨ। ਤੇ ਸਾਡੀ ਪ੍ਰਧਾਨਗੀ ਜਿਹੜੇ ਕਰ ਰਹੇ ਨੇ ਡਾਕਟਰ ਅੰਜੂ ਜੀ, ਉਹ ਵੀ ਔਰਤ ਨੇ, ਤੇ ਮੈਨੂੰ ਵੀ ਜਿਹੜਾ ਤੁਸੀਂ ਬੁਲਾਇਆ ਹੈ। ਸੋ ਇਹ ਇੱਕ ਕਿਸਮ ਦਾ ਨਾਰੀ ਸੰਸਾਰ ਜਿਵੇਂ ਕਵਾਂਗੀ ਕਿ ਇਸ ਸੈਸ਼ਨ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਔਰ ਪਰਚੇ ਜਿਹੜੇ ਨੇ ਉਹ ਸਾਰੇ ਬਹੁਤ ਅੱਛੇ ਪੜ੍ਹੇ ਗਏ ਨੇ, ਔਰ ਜਿਹੜੇ ਕਿ ਪ੍ਰਵਾਸ ਦੇ ਜਿਹੜੇ ਸਮੱਸਿਆਵਾਂ ਨੇ ਜਿਹੜੀਆਂ ਕਿ 60ਵਿਆਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਚੱਲੀਆਂ ਆ ਰਹੀਆਂ ਨੇ, ਉਹ ਸਾਰੀਆਂ ਹੀ ਲਗਭਗ ਜਿਹੜੀਆਂ ਉਹ ਕਵਰ ਹੋਈਆਂ। ਪਰ ਕਿਉਂਕਿ ਅੱਜ ਦੀ ਹੁਣ ਜੇ ਤੁਸੀਂ ਬਰਤਾਨੀਆ ਦੀ ਗੱਲ ਕਰੀਏ ਤਾਂ ਹੁਣ ਇਸ ਵਕਤ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਿਹੜੀ ਅਗਲੀ ਪੀੜ੍ਹੀ ਹੈ ਉਹ ਸਾਨੂੰ ਨਜ਼ਰ ਨਹੀਂ ਆ ਰਹੀ ਜਿਹੜੀ ਕਿ ਸਾਹਿਤ ਪੰਜਾਬੀ ਦੇ ਵਿੱਚ ਰਚ ਰਹੀ ਹੋਵੇ। ਪਰ ਇੱਕਾ ਦੁੱਕਾ ਸਾਨੂੰ ਪੰਜਾਬੀ ਕੁੜੀਆਂ ਜਿਹੜੀਆਂ ਏਸ਼ੀਅਨ ਫੈਮਿਲੀਜ਼ ਦੇ ਵਿੱਚ ਰਹਿੰਦੀਆਂ ਨੇ, ਔਰ ਏਸ਼ੀਅਨ ਫੈਮਿਲੀਜ਼ ਦੇ ਵਿੱਚ ਰਹਿੰਦਿਆਂ ਜਿਹੜੇ ਉਹਨਾਂ ਦੇ ਕਲਚਰਲ ਕਲੈਸ਼ਿਸ ਨੇ, ਜਾਂ ਫਿਰ ਉਹ ਗਲੋਬਲ ਕਿਉਂਕਿ ਦੁਨੀਆ ਹੋ ਗਈ ਹੈ ਤੇ ਉਹ ਵੀ ਜਿਹੜੇ ਸਾਡੇ ਪੂਰੀ ਦੁਨੀਆ ਦੇ ਸਰੋਕਾਰ ਨੇ। ਜਿਵੇਂ ਭਾਰਤ ਦੇ ਵਿੱਚ ਜੇ ਫਰਜ਼ ਕਰੋ ਜਿਹੜਾ ਉਹਦੇ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ, ਜਾਂ ਫਿਰ ਜਿਹੜੇ ਜੈਨੋਸਾਈਡ ਜਿਹੜਾ ਉਹ ਹੁੰਦਾ ਹੈ, ਉਹਦੇ ਬਾਰੇ ਇਹ ਜਿਹੜੀਆਂ ਕੁੜੀਆਂ ਨੇ ਸਾਡੀਆਂ ਜਿਹੜੀਆਂ ਇੱਥੇ ਯੰਗ ਕੁੜੀਆਂ ਅੰਗਰੇਜ਼ੀ ਵਿੱਚ ਲਿਖ ਰਹੀਆਂ ਨੇ, ਉਹ ਬਹੁਤ ਕੌਨਸ਼ੀਅਸ ਨੇ। ਔਰ ਮੈਨੂੰ ਪਿਛਲੇ ਦਿਨ ਹੀ ਇੱਕ ਕਿਤਾਬ ਜਿਹੜੀ ਹੈ ਮੈਨੂੰ ਮਿਲੀ ਹੈ ਜਿਸ ਦਾ ਹੈਗਾ ਹੋਮ ਬੋਡੀ। ਰੂਪੀ ਕੌਰ ਇਹਦੀ ਸ਼ਾਇਰਾ ਹੈਗੀ ਹੈ, ਅੰਗਰੇਜ਼ੀ ਦੇ ਵਿੱਚ ਇਹਨੇ ਲਿਖੀ ਹੈ। ਔਰ ਇਹ ਸਾਰਾ ਕੁਝ ਔਰਤ ਦੀ ਜਿਹੜੀ ਸੰਵੇਦਨਾ ਹੈ, ਉਹਦੀ ਜਿਹੜੀ ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਕੁਝ ਉਹਨੂੰ ਫੇਸ ਕਰਨਾ ਪੈਂਦਾ ਹੈ, ਉਹ ਸਭ ਕੁਝ ਨੂੰ ਬਰਦਾਸ਼ਤ ਕਰਦੀ ਹੈ। ਲੇਕਿਨ ਉਹ ਇੱਕ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਜਿਹੜਾ ਇੱਕ ਪੈਟਰਨ ਧਾਰਨ ਕਰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹਦੀ ਜਿਹੜੀ ਸ਼ਾਇਰੀ ਹੈ ਉਹਦੇ ਵਿੱਚੋਂ ਇੱਕ ਲਾਈਨ ਤੋਂ ਹੀ ਸਾਨੂੰ ਪਤਾ ਲੱਗਦਾ ਹੈ। ਉਹ ਕਹਿੰਦੀ, ਪਹਿਲਾਂ ਤਾਂ ਇਹ ਕਹਿੰਦੀ ਹੈ ਕਿ ਜੋ ਮੇਰੇ ਨਾਲ ਹੋ ਰਿਹਾ ਹੈ, ਜਿਹੜੇ ਦੁੱਖ ਮੈਂ ਭੋਗ ਰਹੀ ਹਾਂ, ਜਿਸ ਦਰਦ ਵਿੱਚੋਂ ਮੈਂ ਨਿਕਲ ਰਹੀ ਹਾਂ, ਮੈਂ ਇਕੱਲੀ ਨਹੀਂ, ਮੇਰੇ ਵਰਗੀਆਂ ਹੋਰ ਵੀ ਕੁੜੀਆਂ ਨੇ ਜਿਹੜੀਆਂ ਏਸ਼ੀਅਨ ਪਰਿਵਾਰਾਂ ਦੇ ਵਿੱਚ ਰਹਿ ਰਹੀਆਂ ਨੇ। ਪਰ ਉਹ ਨਾਲ ਹੀ ਕਹਿੰਦੀ ਹੈ, ਕਹਿੰਦੀ ਆਈ ਐਮ ਲਵਿੰਗ ਮਾਈ ਸੈਲਫ ਆਊਟ ਆਫ ਡਾਰਕ। ਕਿ ਇਹ ਸਾਰਾ ਜਿਹੜਾ ਦੁੱਖ ਦਰਦਾਂ ਦਾ ਹਨੇਰਾ ਹੈ, ਕਹਿੰਦੇ ਕਿ ਉਹਦੇ ਵਿੱਚੋਂ ਆਪਣੀ ਹੋਂਦ ਨੂੰ ਬਚਾਉਣ ਦਾ ਮੇਰੇ ਵਾਸਤੇ ਇੱਕੋ ਇੱਕ ਤਰੀਕਾ ਹੈ ਕਿ ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ। ਸੋ ਇਹ ਇੱਕ ਉਸਨੇ ਰਾਹ ਲੱਭਿਆ। ਸੋ ਇਹ ਇੱਕ ਸਾਡੀ ਜਿਹੜੀ ਅਸੀਂ ਕਹਾਂਗੇ ਕਿ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਇਸ ਤਰੀਕੇ ਦੇ ਨਾਲ ਸੋਚ ਰਹੀ ਹੈ। ਔਰ ਬਾਕੀ ਸਾਰੇ ਜਿੰਨੇ ਵੀ ਪੇਪਰ ਸਨ ਉਹ ਹੁਣ ਤੱਕ ਜਿਹੜਾ ਵੀ ਲਿਟਰੇਚਰ ਬਰਤਾਨੀਆ ਦੇ ਵਿੱਚ, ਕੈਨੇਡਾ ਦੇ ਵਿੱਚ ਜਿੰਨਾ ਵੀ ਰਚਿਆ ਗਿਆ, ਔਰ ਉਹ ਸਾਰਿਆਂ ਦੇ ਬਾਰੇ ਸਾਰਿਆਂ ਨੇ ਬਹੁਤ ਹੀ ਮੈਂ ਕਹਾਂਗੀ ਕਿ ਭਾਵੇਂ ਉਹ ਪਰਚੇ ਬੜੇ ਸੰਖੇਪ ਸਨ, ਲੇਕਿਨ ਫਿਰ ਵੀ ਉਹਨਾਂ ਨੇ ਆਪਣੇ ਜਿਹੜੇ ਪੁਆਇੰਟ ਆਫ ਵਿਊ ਜਿਹੜੇ ਨੇ ਆਪਣੇ ਪਰਚਿਆਂ ਦੇ ਵਿੱਚ ਦਿੱਤੇ। ਔਰ ਜਿਹੜੇ ਇੱਕ ਜਿਸ ਤਰ੍ਹਾਂ ਇੱਕ ਇੱਥੇ ਦੱਸ ਰਹੇ ਸੀ ਕਿ ਬਈ ਉਹ ਜਿਹੜੇ ਜਦੋਂ ਕਹਾਣੀਆਂ ਦੀ ਗੱਲ ਕਰ ਰਹੇ ਸੀ, ਜਿਹੜਾ ਲਾਸਟ ਪੇਪਰ ਹੈ, ਔਰ ਉਹਦੇ ਵਿੱਚ ਕਮਿਊਨੀਕੇਸ਼ਨ ਦੀ ਜਿਹੜੀ ਗੱਲ ਹੈ ਨਾ, ਉਹ ਕਹਿੰਦੇ ਕਿ ਹੈ ਨਹੀਂ ਕਮਿਊਨੀਕੇਸ਼ਨ। ਪਰ ਮੈਨੂੰ ਲੱਗਦਾ ਕਿਉਂਕਿ ਉਹ ਕਹਾਣੀਆਂ ਜਿਹੜੀਆਂ ਉਹਨਾਂ ਨੇ ਗੁਰਦਾਸ ਪਰਮਾਰ ਹੋਰਾਂ ਦੀ ਕਿਤਾਬ ਦੇ ਵਿੱਚ ਲਈਆਂ ਨੇ, ਉਹ ਵੀ ਸਾਡੀਆਂ ਜਿਹੜੀ ਪਹਿਲੀ ਪੀੜ੍ਹੀ ਸੀ ਉਹਨਾਂ ਦੇ ਦੁਆਰਾ ਲਿਖੀਆਂ ਹੋਈਆਂ ਕਹਾਣੀਆਂ ਨੇ। ਲੇਕਿਨ ਉਸ ਵਕਤ ਕਮਿਊਨੀਕੇਸ਼ਨ ਜਿਹੜੀ ਬੜੀ ਮੁਸ਼ਕਿਲ ਸੀ। ਜੇ ਸਾਨੂੰ ਫਰਜ਼ ਕਰੋ ਭਾਰਤ ਦੇ ਵਿੱਚ, ਮੈਂ ਤਜਰਬੇ ਤੋਂ ਦੱਸਦੀ ਹਾਂ ਕਿ ਜੇ ਭਾਰਤ ਵਿੱਚ ਆਪਣੇ ਪਰਿਵਾਰ 'ਚ ਫੋਨ ਵੀ ਕਰਨਾ ਹੁੰਦਾ ਸੀ ਤਾਂ ਉਹ ਇੰਨਾ ਮਹਿੰਗਾ ਸੀ ਕਿ ਬੰਦਾ 1 ਮਿੰਟ ਹੀ ਇੱਕ ਸੁਨੇਹਾ ਦੇ ਕੇ ਤੇ ਫੋਨ ਬੰਦ ਕਰ ਦਿੰਦਾ ਸੀ। ਲੇਕਿਨ ਇਸ ਗਲੋਬਲਾਈਜੇਸ਼ਨ ਦੇ ਆਉਣ ਦੇ ਨਾਲ, ਟੈਕਨੋਲੋਜੀ ਦੇ ਆਉਣ ਦੇ ਨਾਲ, ਇਹ ਜਿਹੜੇ ਸਾਡੇ ਸੋਸ਼ਲ ਮੀਡੀਆ ਜਿਹੜਾ ਹੈ ਉਹਦੇ ਆਉਣ ਦੇ ਨਾਲ, ਉਹ ਜਿਹੜਾ ਕਮਿਊਨੀਕੇਸ਼ਨ ਦਾ ਜਿਹੜਾ ਮਸਲਾ ਸੀ ਉਹ ਕਾਫੀ ਹੱਦ ਤੱਕ ਸੋਲਵ ਹੋਇਆ ਹੈ। ਔਰ ਮੇਰੇ ਖਿਆਲ ਉਹਦਾ ਹੀ ਇੱਕ ਸਿੱਟਾ ਹੈ ਕਿ ਅੱਜ ਅਸੀਂ ਸਾਰੇ ਇਹਨਾਂ ਭਾਵੇਂ ਖਿੜਕੀਆਂ ਦੇ ਰਾਹੀਂ ਅਸੀਂ ਇੱਕ ਦੂਜੇ ਨੂੰ ਦੇਖ ਰਹੇ ਹਾਂ, ਮਿਲ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਲੇਕਿਨ ਇਹ ਟੈਕਨੋਲੋਜੀ ਦੀ ਮੈਂ ਕਹਾਂਗੀ ਕਿ ਖੂਬੀ ਹੈ ਕਿ ਜਿਹਦੇ ਰਾਹੀਂ ਅਸੀਂ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰ ਰਹੇ ਹਾਂ। ਸੋ ਇਹ ਜਿਹੜੀਆਂ ਚੇਂਜਸ ਆ ਰਹੀਆਂ ਨੇ ਉਹ ਤੁਹਾਨੂੰ
ਜਿਹੜੀਆਂ ਨੇ ਕਵਿਤਾਵਾਂ ਦੇ ਵਿੱਚ ਫਰਜ਼ ਕਰੋ, ਕਿਉਂਕਿ ਦੁਨੀਆ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਹੈ, ਕਿਉਂਕਿ ਗਲੋਬਲ ਪੱਧਰ ਤੇ ਅਸੀਂ ਜੀ ਰਹੇ ਹਾਂ, ਤੇ ਇਸ ਕਰਕੇ ਜਿਹੜੇ ਵੀ ਦੇਸ਼ ਦੇ ਵਿੱਚ ਅਸੀਂ ਰਹਿੰਦੇ ਹਾਂ, ਸਿਰਫ ਅਸੀਂ ਉਸ ਦੇਸ਼ ਦੇ ਜਿਹੜਾ ਮਾਹੌਲ ਹੈ ਉਹਦੇ ਨਾਲ ਹੀ ਨਹੀਂ, ਅਸੀਂ ਪੂਰੀ ਦੁਨੀਆ ਦੇ ਨਾਲ ਜੁੜੇ ਹੋਏ ਹਾਂ। ਇਸ ਕਰਕੇ ਸਾਡੀਆਂ ਜਿਹੜੀਆਂ ਕਵਿਤਾਵਾਂ, ਸਾਡੀਆਂ ਕਹਾਣੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਇਹ ਜਿਹੜੇ ਨਵੇਂ ਜਿਹੜੇ ਸਰੋਕਾਰ ਨੇ ਉਹ ਪੈਦਾ ਹੋ ਰਹੇ ਨੇ, ਅਜੇ ਪੈਦਾ ਹੋ ਰਹੇ ਨੇ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੰਗਲੈਂਡ ਵਿੱਚ ਨਹੀਂ ਤੇ ਕੈਨੇਡਾ ਦੇ ਵਿੱਚ ਜ਼ਰੂਰ, ਜਿੱਥੇ ਬਹੁਤ ਭਰਪੂਰ ਮਾਤਰਾ ਦੇ ਵਿੱਚ ਲਿਟਰੇਚਰ ਜਿਹੜਾ ਉਹ ਰਚਿਆ ਜਾ ਰਿਹਾ, ਉੱਥੇ ਜਿਹੜੇ ਨਵੇਂ ਸਰੋਕਾਰ ਨੇ ਉਹਨਾਂ ਦੀ ਗੱਲ ਹੋਏਗੀ। ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਹੀ ਮੈਂ ਆਪ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ। ਦਰਸ਼ਨ ਬੁਲੰਦਵੀ ਜੀ ਆ ਗਏ ਨੇ, ਔਰ ਬੜੀ ਦੇਰ ਤੋਂ ਇਹ ਵੀ ਮੈਂ ਦੇਖਿਆ ਕਿ ਉਹ ਬੈਠੇ ਹੋਏ ਨੇ, ਸਾਡੇ ਬਹੁਤ ਮਾਣ ਮੱਤੇ ਸ਼ਾਇਰ ਨੇ, ਸਾਨੂੰ ਇਹਨਾਂ ਤੇ ਬਹੁਤ ਮਾਣ ਹੈ। ਔਰ ਇੱਕ ਵਾਰੀ ਫੇਰ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹੋਈ ਆਪਣੀ ਗੱਲ ਜਿਹੜੀ ਆ ਇੱਥੇ ਹੀ ਖਤਮ ਕਰਦੀ ਹਾਂ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਡਾਕਟਰ ਦਵਿੰਦਰ ਕੌਰ ਜੀ, ਤੁਸੀਂ ਮਹਿਮਾਨ ਵਜੋਂ ਇਸ ਵਿੱਚ ਸ਼ਿਰਕਤ ਕੀਤੀ ਹੈ ਤੇ ਬੜੇ ਬੱਚਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਮੁਲਾਂਕਣ ਤੁਸੀਂ ਕਰਨਾ ਹੈ, ਆਪਣੀ ਗੱਲ ਦੀ ਪੇਸ਼ਕਾਰੀ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਪਹਿਲਾਂ ਵੀ ਇੱਕ ਵਾਰੀ ਸਾਨੂੰ ਮੌਕਾ ਜੁੜਿਆ ਹੈ ਤੁਹਾਡਾ ਸੰਗ ਜਿਹੜਾ ਸਾਨੂੰ ਕਾਲਜ ਦੇ ਵਿੱਚ, ਹੁਣ ਵੀ ਤੁਸੀਂ ਸਾਨੂੰ ਮਾਣ ਬਖਸ਼ਿਆ, ਤਹਿ ਦਿਲੋਂ ਨਾਲ ਬਹੁਤ ਬਹੁਤ ਧੰਨਵਾਦ। ਮੈਂ ਨਾਲ ਹੀ ਹੁਣ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਅੰਕਿਤ ਜਗਪਾਲ ਜੀ ਨੂੰ ਮੈਂ ਗੁਜ਼ਾਰਿਸ਼ ਕਰ ਰਿਹਾ ਕਿ ਆਪਣੇ ਪ੍ਰਧਾਨਗੀ ਭਾਸ਼ਣ ਤੁਹਾਡੇ ਨਾਲ ਸਾਂਝਾ ਕरें। ਥੈਂਕ ਯੂ ਕਮਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਸ ਝਰੋਖਿਆਂ 'ਚ ਬੈਠੇ ਅਸੀਂ ਸਾਰੇ ਜਿਸ ਤਰ੍ਹਾਂ ਕਨੈਕਟ ਹੋ ਰਹੇ ਹਾਂ, ਇਹਦੇ ਲਈ ਮੈਂ ਡਾਕਟਰ ਰਵਿੰਦਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੀ ਹੈਗੀ ਹਾਂ ਕਿ ਉਹਨਾਂ ਨੇ ਇੰਨਾ ਅੱਛਾ ਇੱਕ ਐਕਸਪੀਰੀਅੰਸ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਹੈ, ਇਹ ਸਾਨੂੰ ਮੌਕਾ ਦਿੱਤਾ ਹੈ। ਮੈਂ ਡਿਪਾਰਟਮੈਂਟ ਆਫ ਇੰਗਲਿਸ਼ ਤੋਂ ਬਿਲੋਂਗ ਕਰਦੀ ਹਾਂ ਤੇ ਦਿਸ ਹੈਜ਼ ਬੀਨ ਅ ਵੈਰੀ ਨਾਈਸ ਐਕਸਪੀਰੀਅੰਸ ਫॉर ਮੀ। ਪੰਜਾਬ ਦੀ ਹੁਣ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ, ਬਟ ਅਨਫੋਰਚੂਨੇਟਲੀ ਮੈਨੂੰ ਪੰਜਾਬੀ ਨਹੀਂ ਆਉਂਦੀ ਤੇ ਮੇਰੀ ਲੈਂਗੁਏਜ ਦੇ ਵਿੱਚ ਥੋੜਾ ਜਿਹਾ ਕੰਸਟ੍ਰੇਂਟ ਹੋਏਗਾ। ਤੇ ਇੰਨੇ ਪਰਚੇ ਸੁਣੇ ਹੈ, ਇੰਨੇ ਪੇਪਰ ਸੁਣੇ ਹੈ, ਇੰਨੇ ਅੱਛੇ ਜਿਹੜੇ ਰਾਈਟਰਸ ਹੈਗੇ ਆ ਉਹਨਾਂ ਦੇ ਨਾਲ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਰਚਿਆਂ ਨੂੰ ਸੁਣਦੇ ਹੋਏ ਵੀ ਦਿਮਾਗ 'ਚ ਆਈਆਂ ਹੈਗੀਆਂ ਕਿ ਪੰਜਾਬ ਸੈਂਟਰਿਕ ਜਿਹੜੀ ਰਾਈਟਿੰਗ ਹੈ ਉਹ ਅੱਜ ਕਿਸ ਤਰ੍ਹਾਂ ਪੇਸ਼ ਹੋ ਰਹੀ ਹੈ। ਤੇ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗੀ ਇਹ ਕਿ ਤੁਹਾਡੀ ਜਿੰਨੀ ਰਾਈਟਿੰਗਸ ਹੈ ਇਹ ਸਾਰੀਆਂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਹੋਣੀਆਂ ਚਾਹੀਦੀਆਂ, ਇਹ ਦੂਜੀ ਲੈਂਗੁਏਜਸ ਦੇ ਵਿੱਚ ਵੀ ਟ੍ਰਾਂਸਲੇਟ ਹੋ। ਤੇ ਆਪਾਂ ਪੇਪਰਸ ਤੇ ਆਨੇ ਹੈਗੇ ਆ ਸਿੱਧੇ, ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੇ। ਡਾਕਟਰ ਸੰਦੀਪ ਕੌਰ ਨੇ ਆਪਣਾ ਪੇਪਰ ਜਿਹੜਾ ਪ੍ਰੈਜ਼ੈਂਟ ਕੀਤਾ ਉਹਦੇ ਵਿੱਚ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਦੇ ਬਾਰੇ ਗੱਲ ਕੀਤੀ ਹੈ ਕਿ ਜਦ ਅਸੀਂ ਵਿਦੇਸ਼ ਵਿੱਚ ਚਲੇ ਗਏ ਤੇ ਇੱਕ ਜਿਹੜਾ ਮੇਲ ਹੈਗਾ ਉਹ ਆਪਣੀ ਪੈਟਰੀਆਰਕਲ ਮਾਈਂਡਸੈਟ ਨਾਲ ਲੈ ਕਰਕੇ ਗਿਆ। ਪੈਟਰੀਆਰਕਲ ਮਾਈਂਡਸੈਟ ਨਾਲ ਲੈ ਕਰਕੇ ਉਹਨੂੰ ਲੱਗਦਾ ਕਿ ਮੈਨੂੰ ਹੱਕ ਹੈ, ਮੈਂ ਬਾਹਰ ਜਾ ਕਰਕੇ ਕਿਸੇ ਦੂਸਰੀ ਔਰਤ ਦੇ ਨਾਲ ਇੱਕ ਰਿਲੇਸ਼ਨ ਐਸਟੈਬਲਿਸ਼ ਕਰ ਸਕਦਾ। ਲੇਕਿਨ ਉਹ ਮਾਨਸਿਕਤਾ ਉਹਦੀ ਕਿੰਨੀ ਕੁ ਵਿਕਸਿਤ ਹੋਈ ਹੈ ਉੱਥੇ ਜਾ ਕਰਕੇ, ਇਹ ਜਿਹੜੀ ਇੱਕ ਸੂਡੋ ਮੈਂਟੈਲਿਟੀ ਇਹਨੂੰ ਕਹਿ ਸਕਦੇ ਹੈਗੇ, ਇੱਕ ਸੂਡੋ ਜਿਹੜੇ ਮੇਲ ਈਗੋ ਹੈਗੀ ਆ ਉਹਦੇ ਵਿੱਚ ਇਹ ਕਿਸ ਤਰੀਕੇ ਦੇ ਨਾਲ ਉਹ ਪੇਸ਼ ਕਰਦਾ ਹੈਗਾ, ਕਿੰਨਾ ਉਹਨੇ ਇਸ ਚੀਜ਼ ਨੂੰ ਇੰਟਰਨਲਾਈਜ਼ ਕੀਤਾ ਹੈ, ਇਸ ਫਰੀडम ਨੂੰ। ਇਹ ਸਾਨੂੰ ਪਤਾ ਲੱਗਦਾ ਜਦ ਉਹਦੀ ਆਪਣੀ ਬੇਟੀ ਰਚਨਾ ਉਹ ਕਿਸੇ ਹੋਰ ਰੇਸ ਦੇ ਬੰਦੇ ਦੇ ਨਾਲ ਇਨਵੋਲਵ ਹੁੰਦੀ ਹੈ। ਲੇਕਿਨ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਬਹੁਤ ਅੱਛੀ ਲੱਗੀ ਇਹਨਾਂ ਦੇ ਪ੍ਰੈਜ਼ੈਂਟੇਸ਼ਨ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਬਲਜੀਤ ਕੌਰ, ਉਹਨਾਂ ਨੇ ਕਿਸ ਤਰ੍ਹਾਂ ਰਿਲੀਫ ਲਿੱਤਾ, ਉਹ ਕਿਸ ਤਰ੍ਹਾਂ ਲਾਅ ਦੇ ਕੋਲ ਗਏ, ਲਾਅ ਤੋਂ ਉਹਨਾਂ ਨੂੰ ਰਿਲੀਫ ਮਿਲਿਆ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਆਈਡੈਂਟੀਟੀ ਨੂੰ, ਆਪਣੀ ਹੋਂਦ ਨੂੰ ਉਹਨਾਂ ਨੇ ਇਸਟੈਬਲਿਸ਼ ਕੀਤਾ। ਤੇ ਸੰਦੀਪ ਜੀ, ਮੈਂ ਇੱਕ ਤੁਹਾਡਾ ਇਸ ਪਰਚੇ ਦੇ ਵਿੱਚ ਇੱਕ ਕੁਐਸਚਨ ਸੀਗਾ ਕਿ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਜਿਹੜਾ ਬਹੁਤ ਕਾਮਨ ਗੱਲ ਹੈਗੀ ਹੈ, ਕਿਆ ਜਿਹੜਾ ਬ੍ਰਿਟਿਸ਼ ਕਲਚਰ ਹੈ ਉਹਦੇ ਵਿੱਚ ਜਿਹੜੀ ਇੱਕ ਬ੍ਰਿਟਿਸ਼ ਔਰਤ ਹੈ ਉਹ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਜਦ ਕਿਸੇ ਇੰਡੀਅਨ ਬੰਦੇ ਦੇ ਨਾਲ ਇਸਟੈਬਲਿਸ਼ ਕਰਦੀ ਹੈ ਤੇ ਕਿਆ ਉਹ ਇਸ ਤਰ੍ਹਾਂ ਦੇ ਰਿਲੇਸ਼ਨਸ ਆਪਣੀ ਕੌਮ ਦੇ ਵਿੱਚ ਵੀ ਇਸਟੈਬਲਿਸ਼ ਕਰਦੀ ਹੈ? ਕਿਆ ਇਹ ਦੋਹਰੀ ਜਿਹੜੀ ਨੀਤੀ ਹੈਗੀ ਹੈ ਉਹਨਾਂ ਦੀ, ਇਹ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਇਮੋਰਲ ਗਰਾਊਂਡ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਰੱਖਣਾ, ਇਹ ਕਿੱਥੇ ਤੱਕ ਬ੍ਰਿਟਨ ਦੇ ਕਲਚਰ ਦੇ ਵਿੱਚ ਐਕਸੈਪਟੇਬਲ ਹੈ, ਸਾਡੇ ਕਲਚਰ ਦੇ ਵਿੱਚ ਤਾਂ ਐਕਸੈਪਟੇਬਲ ਨਹੀਂ ਹੈ, ਦੈਟ ਵੀ ਨੋ। ਸੰਦੀਪ ਜੀ ਨੇ ਜਿਹੜੀ ਗੱਲ ਕੀਤੀ ਹੈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ, ਪੈਟਰੀਆਰਕਲ ਮਾਈਂਡਸੈਟ ਦੀ,
I congratulate her. Next ਸੀਗਾ ਮੀਨਾਕਸ਼ੀ ਜੀ ਦਾ। ਮੀਨਾਕਸ਼ੀ ਜੀ ਨੇ ਵੂਮਨ ਐਕਸਪੀਰੀਐਂਸਸ ਉੱਤੇ ਗੱਲ ਕੀਤੀ। ਇਹਨਾਂ ਦੇ ਜਿਹੜੇ ਐਕਸਪੀਰੀਐਂਸਸ, ਹਿਊਮਨ ਐਕਸਪੀਰੀਐਂਸਸ ਬਿਯੋਂਡ ਬਾਉਂਡਰੀਜ਼, ਕਿ ਸਿਰਫ ਇੱਕ ਜਿਹੜਾ ਇਹਨਾਂ ਨੇ ਦਵਿੰਦਰ ਜੀ ਦੇ ਜਿਹੜਾ ਕਾਵ ਸੰਗ੍ਰਹਿ ਹੈਗਾ ਉਹਦੇ ਬਾਰੇ ਗੱਲ ਕੀਤੀ ਹੈਗੀ ਹੈ, ਤੇ ਦਵਿੰਦਰ ਜੀ ਨੂੰ ਹੁਣੇ ਮੈਂ ਸੁਣਿਆ ਵੀ, ਤੇ ਇਹਨਾਂ ਦੇ ਬਾਰੇ, ਇਹਨਾਂ ਦੇ ਪੋਇਟਰੀ ਦੇ ਬਾਰੇ ਜਿਹੜਾ ਮੈਂ ਪੇਪਰ ਸੁਣਿਆ ਹੈਗਾ, ਤੇ ਸ਼ੀ ਰਾਈਟਸ ਵਿਦ ਕੰਟੈਂਪਰਰੀ। ਇਹ ਬਹੁਤ ਅਵੇਅਰ ਰਾਈਟਰ ਹੈਗੇ ਹੈ। ਇਹ ਬਹੁਤ, ਇਹਨਾਂ ਨੇ ਕੋਵਿਡ ਬਾਰੇ ਵੀ ਗੱਲ ਕੀਤੀ ਹੈਗੀ ਹੈ, ਮਿਥੀਕਲ ਕੈਰੈਕਟਰਸ ਬਾਰੇ ਵੀ ਗੱਲ ਕੀਤੀ ਹੈਗੀ ਹੈ, ਕੰਟੈਂਪਰਰੀ ਇਸ਼ੂ ਸ਼ਾਇਦ ਹੀ ਇਹਨਾਂ ਨੇ ਕੋਈ ਛੱਡਿਆ ਹੋਵੇ। ਮੀਨਾਕਸ਼ੀ ਜੀ, that has been a wonderful paper. ਦੀਪਕ ਕੁਮਾਰ 3 ਕਹਾਣੀਆਂ ਤੇ ਗੱਲ ਕਰਨਾ ਚਾਹੁੰਦੇ ਸੀਗੇ। ਦੀਪਕ ਕੁਮਾਰ 3 ਕਹਾਣੀਆਂ ਤੇ ਗੱਲ ਕਰਨਾ ਚਾਹੁੰਦੇ ਸੀਗੇ, ਲੇਕਿਨ ਲੌ ਪੁਰਸ਼ ਤੇ ਗੱਲ ਕੀਤੀ ਹੈ ਉਹਨਾਂ ਨੇ। ਲੌ ਪੁਰਸ਼ ਤੇ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਫਾਦਰ ਤੇ ਡਾਟਰ ਦਾ ਰਿਲੇਸ਼ਨਸ਼ਿਪ। ਮੈਂ ਦੀਪਾ ਨੂੰ ਪੁੱਛਣਾ ਇਹ ਚਾਹਾਂਗੀ ਕਿ ਸਿਰਫ ਇੰਡੀਅਨ ਡਾਟਰ ਹੀ ਇਸ ਤਰ੍ਹਾਂ ਆਪਣੇ ਫਾਦਰ ਨੂੰ ਦੇਖਦੀ ਹੈ, ਜਾਂ ਵਿਦੇਸ਼ੀ ਡਾਟਰ ਵੀ ਐਵੇਂ ਦੇਖਦੀ ਹੈ? ਇਹ ਸਾਡੇ ਸੰਸਕਾਰ ਨੇ। ਸਾਡੇ ਜਿਹੜੇ ਫਾਦਰ ਹੈ ਉਹ ਸਾਡੇ ਫਰਸਟ ਹੀਰੋ ਹੈ। ਅਸੀਂ ਆਪਣੀ ਲਾਈਫ ਦੇ ਵਿੱਚ ਜਦ ਵੀ ਕਿਸੇ ਵੀ ਪੁਰਸ਼ ਨੂੰ ਅਸੀਂ ਦੇਖਦੇ ਹਾਂ ਤੇ ਸਾਨੂੰ ਪਸੰਦ ਉਹ ਤਾਂ ਆਉਂਦਾ ਜਦ ਸਾਨੂੰ ਉਹਦੇ ਵਿੱਚ ਸਾਡੇ ਫਾਦਰ ਦੀ ਝਲਕ ਮਿਲਦੀ ਹੈ। ਸਾਡੇ ਲਈ ਜਿਹੜਾ ਸਾਡਾ ਫਾਦਰ ਹੈ, ਫਾਦਰ ਫਿਗਰ, ਇੱਕ ਅਨਫਲੈਂਚਿੰਗ ਹੀਰੋ, ਇੱਕ ਬਹੁਤ ਹੀ ਸੋਲਿਡ ਹੀਰੋ। ਕਿਆ ਬਾਕੀ ਦੇ ਜਿਹੜੇ ਦੇਸ਼ ਹੈਗੇ ਆ ਉੱਥੇ ਵੀ ਫਾਦਰ ਡਾਟਰ ਦਾ ਰਿਲੇਸ਼ਨਸ਼ਿਪ ਇਸ ਤਰ੍ਹਾਂ ਦਾ ਹੀ ਹੁੰਦਾ ਹੈ? Deepa, I want an answer from you, if you have. Yes. ਜੇਕਰ ਮੈਂ ਇੱਕ ਡਾਟਰ ਔਰ ਇੱਕ ਫਾਦਰ ਦੇ ਰਿਲੇਸ਼ਨਸ਼ਿਪ ਦੀ ਗੱਲ ਕਰਾਂ ਤੇ ਇਹ ਰਿਲੇਸ਼ਨਸ਼ਿਪ ਸਿਰਫ ਇੰਡੀਆ ਦੇ ਕੰਟੈਕਸਟ ਵਿੱਚ ਜਾਂ ਇੰਡੀਅਨ ਕੁੜੀਆਂ ਦੇ ਕੰਟੈਕਸਟ ਵਿੱਚ ਹੀ ਨਹੀਂ ਮਤਲਬ ਇਸ ਤਰ੍ਹਾਂ ਦਾ ਰਿਸ਼ਤਾ ਹੁੰਦਾ। ਇਹ ਰਿਸ਼ਤਾ ਸਾਨੂੰ ਹਰ ਪਾਸਿਓਂ ਦੀ, ਭਾਵੇਂ ਕੁੜੀਆਂ ਜਿਹੜੀਆਂ ਨੇ ਇਸ ਕਹਾਣੀ ਵਿੱਚ ਹੀ ਨਹੀਂ, ਮੇਰੀ ਆਪਣੀ ਵੀ ਇੱਕ ਕਹਾਣੀ ਹੈ, ਕਿਉਂਕਿ ਮੇਰੇ ਰਿਸ਼ਤਿਆਂ ਦੇ ਉੱਤੇ ਗੱਲਬਾਤ ਮੈਂ ਕਰਨੀ ਸੀ। ਮੇਰੀ ਆਪਣੀ ਕਹਾਣੀ ਵੀ ਪਾਪਾ ਕਹਾਣੀ ਹੈ, ਉਸ ਵਿੱਚ ਵੀ ਕੁਝ ਇਸੇ ਤਰ੍ਹਾਂ ਦੀਆਂ ਗੱਲਾਂ ਨੇ, ਇਸੇ ਕਰਕੇ ਮੈਂ ਇਸ ਦੇ ਨਾਲ ਕਨੈਕਟ ਹੋਈ ਸੀ। ਮੇਰੇ ਹਿਸਾਬ ਨਾਲ ਕੁੜੀਆਂ ਕਿੱਥੇ ਦੀਆਂ ਵੀ ਹੋਣ, ਫਾਦਰਸ ਕਿੱਥੇ ਦੇ ਵੀ ਹੋਣ, ਉਹਨਾਂ ਦੇ ਜਿਹੜੇ ਰਿਲੇਸ਼ਨਸ਼ਿਪ ਹੁੰਦੇ ਨੇ ਉਹ ਇਸੇ ਤਰੀਕੇ ਨਾਲ ਜ਼ਹੀਨ ਔਰ ਬੜੇ ਸੂਖਮ ਰਿਲੇਸ਼ਨਸ਼ਿਪ ਹੁੰਦੇ ਨੇ, ਜਿਨ੍ਹਾਂ ਦੇ ਬਾਰੇ ਇਸ ਕਹਾਣੀ ਦੇ ਵਿੱਚ ਵੀ ਸਾਨੂੰ ਬਹੁਤ ਥਾਵਾਂ ਤੇ ਗੱਲਾਂ ਮਿਲਦੀਆਂ ਨੇ। ਉਹ ਬਹੁਤ ਥਾਵਾਂ ਤੇ ਬਾਰ-ਬਾਰ ਆਪਣੇ ਡੈਡੀ ਨੂੰ ਕਹਿੰਦੀ ਹੈ, ਆਈ ਐਮ ਸੋ ਪ੍ਰਾਊਡ ਆਫ ਯੂ ਪਾਪਾ, ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ, ਤੁਸੀਂ ਮੇਰਾ ਸਰ ਉੱਚਾ ਕਰ ਦਿੱਤਾ। ਔਰ ਉਹ ਇਹ ਜਿਹੜਾ ਇਹ ਹਵਾਲੇ ਜਿਹੜੇ ਹੈਗੇ ਨੇ ਇਸ ਕਹਾਣੀ ਨੂੰ, ਮੈਨੂੰ ਲੱਗਦਾ ਹੈ ਕਿ ਉਹ ਇਹ ਸਾਰੀਆਂ ਗੱਲਾਂ ਆਪਣੇ ਮਨ ਦੇ ਵਿੱਚ ਕਰ ਰਹੀ ਹੈ ਔਰ ਇਹ ਪਾਠਕਾਂ ਦੇ ਨਾਲ ਸਾਂਝਾ ਕਰ ਰਹੀ ਹੈ, ਆਪਣੇ ਡੈਡੀ ਨੂੰ ਨਹੀਂ ਬੋਲ ਪਾ ਰਹੀ। ਤੇ ਜਿਹੜੇ ਫਾਦਰ ਡਾਟਰ ਦੇ ਵਿੱਚ, ਕਿਉਂਕਿ ਇਹ ਕਾਫੀ ਪੁਰਾਣੀ ਪੀੜ੍ਹੀ ਹੈ ਔਰ ਕੁਝ ਗੱਲਾਂ ਆਪਾਂ ਜਿਵੇਂ ਅੱਜ ਦੀ ਡੇਟ ਵਿੱਚ ਆਪਾਂ ਕਹਿ ਦਿੰਦੇ ਹਾਂ ਆਪਣੇ ਪਾਪਾ ਨੂੰ, ਪਾਪਾ ਆਈ ਲਵ ਯੂ, ਜਾਂ ਫਿਰ ਕੁਝ ਵੀ ਇਸ ਤਰ੍ਹਾਂ ਦੀਆਂ, ਉਦੋਂ ਨਹੀਂ ਕਹਿ ਹੁੰਦੀਆਂ ਸਨ। ਪਿਆਰ ਹੈ, ਮੋਹ ਹੈ, ਫਿਕਰ ਹੈ, ਲੇਕਿਨ ਉਹਨੇ ਉਹ ਸਾਰੇ ਆਪਣੇ ਜਜ਼ਬਾਤਾਂ ਨੂੰ ਕਹਾਣੀ ਦੇ ਵਿੱਚ ਪਾ ਕੇ ਪਾਠਕਾਂ ਦੇ ਨਾਲ ਸਾਂਝਿਆ ਕੀਤਾ ਹੈ। ਰਿਸ਼ਤਾ ਨਾਤਾ ਪ੍ਰਣਾਲੀ ਦੇ ਵਿੱਚ ਫਾਦਰ ਡਾਟਰ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਹੁੰਦਾ, ਇਸ ਦੇ ਉੱਤੇ ਇਸ ਪਰਚੇ ਦੇ ਵਿੱਚ ਮੈਂ ਪੂਰੀ ਗੱਲਬਾਤ ਕੀਤੀ ਹੋਈ ਹੈ ਮੈਮ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਨਿਤੇਸ਼ ਜੀ ਨੇ ਬਹੁਤ ਅੱਛਾ ਪੇਪਰ, ਮੌਤ ਦਾ ਰੇਗਿਸਤਾਨ, ਇੱਕ ਬਹੁਤ ਹੀ ਇੰਪੋਰਟੈਂਟ ਪੇਪਰ ਲੱਗਿਆ ਮੈਨੂੰ ਇਹ, ਪੰਜਾਬ ਤੋਂ ਸਪੇਨ ਜਾਂਦੇ ਹੋਏ। ਨਿਤੇਸ਼ ਜੀ, ਮੈਂ ਇੱਕ ਗੱਲ ਜਿਹੜਾ ਪੁੱਛਣਾ ਚਾਹ ਰਹੀ ਹੈਗੀ ਆ ਉਹ ਇਹ ਕਿ ਅਸੀਂ ਇਲੀਗਲ ਮਾਈਗ੍ਰੇਸ਼ਨ ਦੇ ਬਾਰੇ ਵੀ ਸੁਣਦੇ ਹੈਗੇ ਆ, ਇੰਨੀਆਂ ਸਾਰੀਆਂ ਚੀਜ਼ਾਂ, ਐਕਸਪੀਰੀਐਂਸਸ ਵੀ ਜਿਹੜੇ ਮਾਈਗ੍ਰੈਂਟਸ ਹੈਗੇ ਸਾਡੇ ਨਾਲ ਸ਼ੇਅਰ ਕਰਦੇ ਨੇ ਆਪਣੇ। ਉਸ ਤੋਂ ਬਾਵਜੂਦ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹ ਇੱਕ ਜਿਹੜੀ ਲਲਕ ਹੈ, ਜਿਹੜਾ ਇੱਕ ਬੱਚਿਆਂ ਦੇ ਵਿੱਚ ਅੱਜ ਸਪੈਸ਼ਲੀ ਯੂਥ ਦੇ ਵਿੱਚ ਅਸੀਂ ਇਹ ਕਹਿ ਸਕਦੇ ਹੈਗੇ ਆ, ਅਨਫੋਰਚੂਨੇਟਲੀ there is a kind of mass migration amongst youth। ਬਹੁਤ ਵੱਡੀ ਉਹਨਾਂ ਦੀ ਡ੍ਰੀਮ ਹੁੰਦੀ ਹੈ ਕਿ ਅਸੀਂ ਬਾਹਰ ਜਾ ਕਰਕੇ ਵਸਣਾ। ਇਹ ਕੀ ਇਸ ਤਰ੍ਹਾਂ ਦੇ ਜਿਹੜੇ ਨੋਵਲਸ ਨੇ, ਇਸ ਤਰ੍ਹਾਂ ਦੀ ਜਿਹੜੀਆਂ ਕਹਾਣੀਆਂ ਹੈ, ਕਿਆ ਇਹ ਕਹਾਣੀਆਂ, ਇਹ ਨੋਵਲਸ, ਇਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਡਿਸੀਜਨਸ ਹੈਗੇ ਆ ਇਹਨਾਂ ਨੂੰ ਰਿਵਾਈਜ਼ ਕਰਨ ਦਾ ਮੌਕਾ ਦਿੰਦੇ ਆ? ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਇੱਥੇ ਜ਼ਮੀਨਾਂ, ਆਪਣੀਆਂ ਜਾਇਦਾਦਾਂ, ਸਾਰਾ ਕੁਝ ਵੇਚ ਕੇ, ਵੱਟ ਕੇ, ਆਪਣੇ ਪਰਿਵਾਰਾਂ ਨੂੰ ਛੱਡ ਕੇ ਅਸੀਂ ਕਿਸ ਤਰ੍ਹਾਂ ਦੇ ਸੁਪਨੇ ਲੈ ਕਰਕੇ ਬਾਹਰ ਜਾ ਰਹੇ ਹੈਗੇ ਆ, ਤੇ ਬਾਹਰ ਜਾਂਦੇ ਹੋਏ ਰਸਤਿਆਂ ਦੇ ਵਿੱਚ ਸਾਨੂੰ ਕਿੰਨੀ ਪ੍ਰੋਬਲਮ ਹੁੰਦੀ ਹੈ। ਉੱਥੇ ਜਾ ਕਰਕੇ ਸਾਡੇ ਨਾਲ
ਕਿਸ ਤਰ੍ਹਾਂ ਦਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਜਿਸ ਤਰ੍ਹਾਂ ਜਸਪਾਲ ਜੀ ਨੇ ਵੀ ਆਪਣੇ ਪੇਪਰ ਦੇ ਵਿੱਚ ਦੱਸਿਆ ਸਾਨੂੰ, ਅਸੀਂ ਪਿਕਚਰਸ ਵਿੱਚ ਵੀ ਦੇਖਦੇ ਹਾਂ, ਫਿਲਮਾਂ ਦੇ ਵਿੱਚ ਵੀ ਦੇਖਦੇ ਹੈਗੇ ਆ। ਦੋਨੋਂ ਫਿਲਮਸ ਜਿੰਨੀਆਂ ਹੈਗੀਆਂ, ਨੈਕਸਟ ਜਿਹੜੀ ਜਸਪਾਲ ਜੀ ਨੇ ਇੱਕ ਪੇਪਰ ਸੀਗਾ ਅਰਸ਼ਦੀਪ ਦਾ, ਜਿਹੜਾ ਨੇ ਚੱਲ ਮੇਰਾ ਪੁੱਤ ਤੇ ਆਟੇ ਦੀ ਚਿੜੀ, ਇਹ ਗੱਲ ਕੀਤੀ ਹੈਗੀ ਹੈ। ਇਹ ਦੋਨੋਂ ਫਿਲਮਸ ਦਿਖਾਉਂਦੀਆਂ ਹੈਗੀਆਂ ਕਿ ਜਿਹੜੇ ਪੰਜਾਬ ਦਾ ਯੂਥ ਹੈਗਾ ਬਾਹਰ ਜਾ ਕਰਕੇ ਉਹ ਕਿੰਨੀ ਸਟਰਗਲ ਕਰਦਾ ਹੈ, ਉਹ ਕਿਸ ਤਰ੍ਹਾਂ ਇਲੀਗਲ ਜਿਹੜੇ ਮਾਈਗ੍ਰੈਂਟਸ ਹੈਗੇ ਆ ਉਹ ਲੁਕਦੇ ਫਿਰਦੇ ਆ। ਸਾਰੀਆਂ ਚੀਜ਼ਾਂ ਹੋਣ ਤੋਂ ਬਾਵਜੂਦ ਫਿਰ ਵੀ ਅਸੀਂ ਚਾਹੁੰਦੇ ਹੈਗੇ ਆ ਕਿ ਸਾਡੇ ਬੱਚੇ ਬਾਹਰ ਜਾਣ, ਅਸੀਂ ਬਾਹਰ ਜਾ ਕਰਕੇ ਸੈਟਲ ਹੋਈਏ। ਅਸੀਂ ਇਹ ਸਾਰੀ ਜੋ ਸਾਡੀ ਸਟਰਗਲ ਹੈ, ਇਹ ਸਟਰਗਲ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਫਿਰ ਵੀ ਬਾਹਰਲੇ ਦੇਸ਼ਾਂ 'ਚ ਜਾ ਕੇ ਬਸਣਾ ਚਾਹੁੰਦੇ ਹਾਂ। ਇਹ ਸਾਡੀ ਮਜਬੂਰੀ ਹੈ, ਇਹ ਸਾਡਾ ਕੋਈ ਖੁਆਬ ਹੈ, ਇਹ ਸਾਡੇ ਨਾਲ ਕੋਈ ਧੱਕਾ ਹੋ ਰਿਹਾ ਹੈ, ਜਾਂ ਇਹ ਗੱਲ ਹੈਗੀ ਹੈ ਕਿ ਸਾਡੇ ਕੋਲ ਹੁਣ ਕੋਈ ਆਪਸ਼ਨ ਨਹੀਂ ਬਚਿਆ। ਮੈਂ ਇੱਥੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਆਪਣੇ ਕੀ ਨੋਟ ਐਡਰੈਸ ਵਿੱਚ ਕਿਹਾ ਸੀਗਾ ਕਿ ਇੱਕ ਬੱਚਾ ਜਦ ਪੜ੍ਹਦਾ ਹੈ ਤੇ ਉਹਨੂੰ ਇੱਕ ਬੜਾ ਲੰਬਾ ਟਾਈਮ ਸਟੱਡੀਜ਼ ਦੇ ਵਿੱਚ ਇਨਵੈਸਟ ਕਰਨਾ ਪੈਂਦਾ ਹੈ, ਤੇ ਇਨਵੈਸਟ ਕਰਨ ਤੋਂ ਬਾਅਦ ਫਿਰ ਉਸ ਬੱਚੇ ਨੂੰ ਧੱਕੇ ਖਾਣੇ ਪੈਂਦੇ ਹੈਗੇ ਆ ਸਾਡੇ ਆਪਣੇ ਦੇਸ਼ ਦੇ ਵਿੱਚ ਕਿ ਉਹਨੂੰ ਨੌਕਰੀ ਮਿਲੇਗੀ ਜਾਂ ਨਹੀਂ ਨੌਕਰੀ ਮਿਲੇਗੀ। ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਇੱਥੋਂ ਛੱਡ ਕਰਕੇ ਸਾਨੂੰ ਆਪਣਾ ਸਿਸਟਮ ਕਰੈਕਟ ਕਰਨ ਦੀ ਲੋੜ ਹੈ, ਥੋੜਾ ਲੁੱਕ ਬੈਕ ਕਰਨ ਦੀ ਲੋੜ ਹੈ, ਥੋੜੇ ਇਨਵੈਸਟੀਗੇਸ਼ਨ ਦੀ ਲੋੜ ਹੈ। ਇੱਥੇ ਰਹਿ ਕਰਕੇ ਜੋ ਸਾਡੇ ਹਿੱਸੇ ਆਇਆ ਉਹਦੇ ਨਾਲ ਫਾਈਟ ਕਰਨ ਦੀ ਲੋੜ ਹੈ, ਜਾਂ ਇੱਕ ਤਰ੍ਹਾਂ ਦਾ ਇਹ ਸਾਡਾ ਪਲਾਇਨ ਹੈ ਜਿਹੜਾ ਅਸੀਂ ਇੱਥੋਂ ਦੀ ਬਹੁਤ ਜਲਦੀ ਆਪਣੀ ਹਿੰਮਤ ਛੱਡ ਕੇ ਜਿਹੜਾ ਅਸੀਂ ਬਾਹਰ ਤੁਰ ਪੈਂਦੇ ਹਾਂ। ਕੋਈ ਕੰਪੀਟੀਟਿਵ ਐਗਜ਼ਾਮ ਦਿੱਤਾ 2 ਵਾਰ ਦਿੱਤਾ 3 ਵਾਰ ਦਿੱਤਾ, ਬੱਚਾ ਪਾਸ ਨਹੀਂ ਹੋਇਆ, ਬੱਚਾ ਡਿਪਰੈਸ਼ਨ 'ਚ ਆ ਗਿਆ। ਪੇਰੈਂਟ ਇਹੀ ਸੋਚਦਾ ਹੈ ਕਿ ਵੀ ਬੱਚੇ ਨੂੰ ਬਾਹਰ ਭੇਜਿਆ ਜਾਏ। ਬੱਚੇ ਬਾਹਰ ਜਾਂਦੇ ਨੇ, ਬਾਹਰ ਜਾ ਕਰਕੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਉਹਨਾਂ ਦੇ ਸਾਹਮਣੇ ਆਉਂਦੀਆਂ, ਕਿਆ ਉਹਨਾਂ ਦੇ ਸਾਹਮਣੇ ਕੀ ਚੈਲੰਜਸ ਆਉਂਦੇ ਹੈਗੇ ਆ, ਔਰ ਜਾ ਕਰਕੇ ਉੱਥੇ ਐਡਜਸਟਮੈਂਟ ਵਿੱਚ ਉਹਨਾਂ ਨੂੰ ਕਿੰਨੀ ਪ੍ਰੋਬਲਮਸ ਹੁੰਦੀਆਂ। ਜਿਹੜੇ ਪੇਰੈਂਟ ਪਿੱਛੇ ਰਹਿ ਜਾਂਦੇ ਹੈਗੇ ਆ, ਉਹ ਐਕਸਪੈਕਟ ਕਰਦੇ ਹੈਗੇ ਆ ਕਿ ਬੱਚਿਆਂ ਨੂੰ ਭੇਜਣ ਪਿੱਛੇ ਜਿੰਨਾ ਅਸੀਂ ਖਰਚਾ ਕੀਤਾ ਉਹ ਬੱਚੇ ਜਾ ਕਰਕੇ ਸੈਟਲ ਹੋ ਕਰਕੇ ਉਹ ਸਾਨੂੰ ਵਾਪਸ ਭੇਜਣ। ਤੇ ਇਹ ਜਿਹੜੇ ਬੱਚੇ ਬਾਹਰ ਜਾ ਰਹੇ ਆ, ਇਹ ਜਿੰਨਾ ਵੀ ਸਾਡਾ ਯੂਥ ਬਾਹਰ ਜਾ ਰਿਹਾ ਹੈਗਾ, ਇਹ ਯੂਥ ਜਾ ਕਰਕੇ ਇਹਦੀ ਉੱਥੇ ਆਪਣੀ ਅਲੱਗ ਸਟਰਗਲ ਹੁੰਦੀ ਹੈ, ਤੇ ਪੇਰੈਂਟਸ ਦੀ ਬੈਕ ਹੋਮ ਐਕਸਪੈਕਟੇਸ਼ਨਸ ਕੁਝ ਹੋਰ ਹੁੰਦੀਆਂ। ਤੇ ਜਿਹੜਾ ਪੂਰਾ ਸਿਨੈਰੀਓ ਹੈ, ਇੱਕ ਡੇਟਾ ਇਹ ਵੀ ਆਇਆ ਸੀਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਇੱਥੋਂ ਦੀ ਪੰਜਾਬੀ ਜਿਹੜੇ ਬੱਚੇ ਹੈਗੇ ਆ, ਪੰਜਾਬ ਤੋਂ ਬੱਚੇ ਗਏ ਆ, ਬਾਹਰ ਗਏ ਆ, ਪੜ੍ਹਨ ਲਿਖਣ ਗਏ ਆ। ਇਹ ਬੱਚੇ ਜਿਹੜੇ ਬਾਹਰ ਜਾ ਰਹੇ ਹੈਗੇ ਆ, ਇਹ ਸੱਚਮੁੱਚ ਏਦਾਂ ਨਹੀਂ ਲੱਗਦਾ ਕਿ ਇਹ ਸਾਡੇ ਪੱਖੋਂ ਕੋਈ ਢੀਲ ਹੈ। ਅਸੀਂ ਸ਼ਾਇਦ ਆਪਣਾ ਜਿਹੜਾ ਫਰਜ਼ ਹੈ ਉਹ ਪੂਰਾ ਨਹੀਂ ਕਰ ਪਾ ਰਹੇ। ਆਈ ਐਮ ਆਲਸੋ ਅ ਟੀਚਰ। ਅਸੀਂ ਜਦ ਕਲਾਸ 'ਚ ਪੜ੍ਹਾਉਂਦੇ ਹੈਗੇ ਤੇ ਬੱਚੇ ਅਟੈਂਟਿਵ ਨਹੀਂ ਹੁੰਦੇ, ਲੇਕਿਨ ਕਾਲਜ ਦੇ ਵਿੱਚ ਪੜ੍ਹਾਉਂਦੇ ਹੋਏ ਬਾਅਦ ਵਿੱਚ ਜਦ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦੇ ਜੀ ਅਸੀਂ ਆਈਲੈਟਸ ਦੀ ਤਿਆਰੀ ਕਰ ਰਹੇ ਹਾਂ, ਕਿਉਂਕਿ ਅਸੀਂ ਬਾਹਰ ਜਾਣਾ ਹੈ। ਤੇ ਨਾਲ ਇਹ ਸਾਰੀਆਂ ਜਿੰਨੀਆਂ ਫਿਲਮਸ ਹੈ, ਇਹ ਫਿਲਮਸ ਬਾਹਰ ਜਿਹੜੀਆਂ ਹੈਗੀਆਂ, ਇਹ ਬੱਚੇ ਕੀ ਦੇਖ ਕਰਕੇ, ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈਗੀ ਜਿਹੜੀ ਬੱਚਿਆਂ ਨੂੰ ਲਿਓਰ ਕਰਦੀ ਹੈ, ਬੱਚਿਆਂ ਦੇ ਪੇਰੈਂਟਸ ਨੂੰ ਲਿਓਰ ਕਰਦੀ ਹੈ, ਜਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਪ੍ਰੋਮਿਸ ਦਿੰਦੀ ਹੈ, ਕੋਈ ਅੱਛੇ ਫਿਊਚਰ ਦੇ ਬਾਰੇ ਉਹਨਾਂ ਨੂੰ ਦੱਸਦੀ ਹੈ। ਇਹ ਕਿਹੜੀਆਂ ਗੱਲਾਂ ਹੈਗੀਆਂ, ਇਹਨਾਂ ਦੇ ਬਾਰੇ ਸਾਨੂੰ ਡੀਪਲੀ ਇਨਵੈਸਟੀਗੇਟ ਕਰਨਾ ਪਏਗਾ, ਸੋਚਣਾ ਪਏਗਾ। ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜੀ ਬਹੁਤ ਵੱਡੀ ਸਟਰਗਲ ਸੀਗੀ, ਜਿਹੜੀ ਫਸਟ ਬੈਚ ਸੀਗਾ ਮਾਈਗ੍ਰੈਂਟਸ ਦਾ, ਉਹਨਾਂ ਨੇ ਦੇਖੀ। ਹੁਣ ਉਹਨਾਂ ਦੇ ਜਿਹੜੇ ਅੱਗੇ ਬੱਚੇ ਹੈਗੇ ਆ, ਜਿਸ ਤਰ੍ਹਾਂ ਜਸਪਾਲ ਜੀ ਨੇ ਦੱਸਿਆ ਕਿ ਇੱਕ ਛੋਟੀ ਉਹਨਾਂ ਨੇ ਆਪਣੇ ਪਰਚੇ ਦੱਸਿਆ ਕਿ ਇੱਕ ਛੋਟੀ ਬੱਚੀ ਕਿਸ ਤਰ੍ਹਾਂ ਇੱਕ ਅੰਗਰੇਜ਼ ਨੂੰ ਥੱਪੜ ਮਾਰਦੀ ਹੈ। ਅੱਜ ਉਹ ਉੱਥੇ ਜਾ ਕਰਕੇ ਜਿਹੜੀ ਉਹਨਾਂ ਦੀ ਸਟਰਗਲ ਹੈ, ਇਹ ਹਿੰਮਤ ਸਾਡੇ ਵਿੱਚ ਆਪਣੇ ਦੇਸ਼ ਵਿੱਚ ਰਹਿ ਕਰਕੇ ਨਹੀਂ ਆ ਸਕਦੀ। ਠੀਕ ਹੈ, ਸਾਡੇ ਕੁਝ ਮੁੱਦੇ ਹੋ ਸਕਦੇ ਹੈ, ਸਾਰੀਆਂ ਚੀਜ਼ਾਂ, ਅਸੀਂ ਬਾਹਰ ਜਾਂਦੇ ਹੈਗੇ ਹਾਂ, ਅਸੀਂ ਤਰੱਕੀ ਕਰਦੇ ਹਾਂ, ਬਹੁਤ ਕੁਝ, ਬਹੁਤ ਮਾਸ, ਇੱਕ ਮਾਈਗ੍ਰੇਸ਼ਨ ਜਿਹੜੀ ਹੈਗੀ ਇਹ ਹਿਊਮਨ ਟੈਂਡੈਂਸੀ ਹੈ। ਅਸੀਂ ਤਰੱਕੀ ਕਰਨ ਵਾਸਤੇ ਬਾਹਰ ਜਾਂਦੇ ਹੈਗੇ, ਸਾਨੂੰ ਨਏ ਐਕਸਪੀਰੀਐਂਸਿਸ ਚਾਹੀਦੇ ਹੈਗੇ, ਅਸੀਂ ਬਾਹਰ ਜਾਂਦੇ ਹੈਗੇ। ਔਰ ਵੂਮਨ ਦਾ ਐਕਸਪੀਰੀਐਂਸ ਚਾਹੇ ਉਹ ਇੰਡੀਆ 'ਚ ਹੈ, ਚਾਹੇ ਉਹ ਵਿਦੇਸ਼ ਦੀ ਵੂਮਨ ਹੈ। Marital rape can be a very big issue in England, in developed countries. ਲੇਕਿਨ ਇੱਕ ਇੰਗਲੈਂਡ ਦੇ ਵਿੱਚ ਬਸੀ ਹੋਈ ਇੰਡੀਅਨ ਔਰਤ ਵਾਸਤੇ ਮੈਰਿਟਲ ਰੇਪ ਅੱਜ ਵੀ ਇਸ਼ੂ ਨਹੀਂ ਹੈ। ਅੱਜ ਵੀ ਉਹਨੇ ਜਿਹੜੀ ਉਹਦੀ ਕੰਡੀਸ਼ਨਿੰਗ ਹੈ, ਉਹ ਕੰਡੀਸ਼ਨਿੰਗ ਅਸੀਂ ਬ੍ਰੇਕ ਨਹੀਂ ਕਰ ਪਾਏ, ਉਹ ਕੰਡੀਸ਼ਨਿੰਗ ਅਸੀਂ ਤੋੜ ਨਹੀਂ ਪਾਏ। ਅਸੀਂ ਮਾਈਗ੍ਰੇਟ ਕਰ ਜਾਂਦੇ ਹੈਗੇ ਆ, ਅਸੀਂ ਉੱਥੇ ਦੀ ਸਾਫ਼ ਸਫਾਈ ਦੇਖ ਲੈਂਦੇ ਹਾਂ, ਉੱਥੇ ਦੀ ਸੁੱਖ ਸੁਵਿਧਾ ਦੇਖ ਲੈਂਦੇ ਹਾਂ, ਲੇਕਿਨ
ਉੱਥੇ ਦੀ ਕਲਚਰਲ ਜਿਹੜੇ ਇੱਕ ਕੰਸਟ੍ਰੇਂਟਸ ਹੈ, ਅਸੀਂ ਜਾ ਕੇ ਉਸ ਕਲਚਰ ਦਾ ਹਿੱਸਾ ਕਦੇ ਵੀ ਨਹੀਂ ਬਣ ਸਕਦੇ। ਸਾਡੇ ਜਿਹੜੇ ਹਾਲਾਤ ਹੁੰਦੇ ਹੈਗੇ ਆ ਉਹ ਬਿਲਕੁਲ ਇੱਕ ਤ੍ਰਿਸ਼ੰਕੂ ਵਰਗੇ ਹੁੰਦੇ ਆ, ਅਸੀਂ ਨਾ ਇੱਧਰਲੇ ਨਾ ਉੱਧਰਲੇ। ਸਾਡੀ ਜਿਹੜੀ ਇੱਕ ਨਈ ਆਈਡੈਂਟਿਟੀ ਬਾਹਰ ਜਾ ਕਰਕੇ ਡਿਵੈਲਪ ਹੋ ਰਹੀ ਹੈ, ਇਜ਼ ਇਟ ਨਾਟ ਕੁਐਸਚਨੇਬਲ? ਅਸੀਂ ਉਸ ਆਈਡੈਂਟਿਟੀ ਦੇ ਨਾਲ ਬੜੇ ਖੁਸ਼ ਹਾਂ। ਜਿੰਨੇ ਵੀ ਰਾਈਟਰਸ ਨੇ, ਸਪੈਸ਼ਲੀ ਪੰਜਾਬ ਦੇ ਰਾਈਟਰਸ ਨੇ, ਬਹੁਤ ਸੈਂਸਿਟਿਵ, ਬਹੁਤ ਹੀ ਸੰਵੇਦਨਸ਼ੀਲ, ਜਿਹੜੇ ਉੱਥੇ ਦੀ ਸਮੱਸਿਆ ਬਾਰੇ ਵੀ ਲਿਖ ਰਹੇ ਨੇ ਤੇ ਇੱਥੇ ਦੀ ਸਮੱਸਿਆ ਬਾਰੇ ਵੀ ਲਿਖ ਰਹੇ ਨੇ। ਬਹੁਤ ਅੱਛਾ ਲੱਗਿਆ ਦੇਖ ਕਰਕੇ ਕਿ ਪੰਜਾਬ ਜਿਹੜੇ ਪ੍ਰਵਾਸੀ ਰਾਈਟਰਸ ਹੈਗੇ ਨੇ, ਉਹਨਾਂ ਨੇ 1947 ਦੀ ਕਹਾਣੀਆਂ ਵੀ ਲਿਖੀਆਂ ਹੋਈਆਂ। ਉਹਨਾਂ ਨੇ ਬਹੁਤ ਸਾਰੀ ਬਾਕੀ ਦੀ ਸਮੱਸਿਆ ਬਾਰੇ ਵੀ ਲਿਖਿਆ ਹੋਇਆ ਹੈ। ਕਿਉਂਕਿ ਜਿਹੜੇ ਇੰਗਲਿਸ਼ ਰਾਈਟਰਸ ਨੇ, ਦੋਜ਼ ਹੂ ਆਰ ਰਾਈਟਿੰਗ ਇਨ ਇੰਗਲਿਸ਼, ਉਹਨਾਂ ਦਾ ਕੰਟੈਕਸਟ ਲਿਖਣ ਦਾ ਕੁਝ ਹੋਰ ਹੁੰਦਾ ਹੈ। ਲੇਕਿਨ ਪੰਜਾਬ ਦੇ ਜਿਹੜੇ ਰਾਈਟਰਸ ਨੇ, ਉਹਨਾਂ ਦਾ ਜਿਹੜਾ ਕੰਟੈਕਸਟ ਹੈ ਉਹ ਬਹੁਤ ਹੀ ਸਟੀਕ ਹੈ, ਉਹ ਬਹੁਤ ਹੀ ਪੁਆਇੰਟਡ ਹੈ। they come out very the candid, बहुत candidly लिखते हैं ना। ये वाली ਜਿਹੜੇ ਦੋਨੋਂ ਫਿਲਮਸ ਹੈ, ਇਹ ਦੋ ਫਿਲਮਸ ਦੇਖ ਕਰਕੇ ਮੈਨੂੰ ਲੱਗਦਾ ਹੈ ਕਿ if they represent reality, पेरेंट्स या कोई भी ਇੰਨੀ ਹਿੰਮਤ ਨਹੀਂ ਕਰੇਗਾ ਕਿ ਉਹ ਬਾਹਰ ਜਾਏ। ਜੇ ਸਟੂਡੈਂਟਸ ਨੂੰ ਜਾ ਕਰਕੇ ਕਬਰ ਖੋਦਣੀ ਪੈਂਦੀ ਹੈ, ਇੱਕ ਕਬਰਾਂ ਹੀ ਖੋਦਣੀਆਂ ਉਹਨੇ ਬਾਹਰ ਜਾ ਕਰਕੇ, ਜਾਂ ਆਪਣਾ ਬੈਗ ਪੈਕ ਕਰਕੇ ਰੱਖਣਾ ਹੈ ਹਮੇਸ਼ਾ, ਤੇ ਇਹ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਵਾਸਤੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦੇ ਰਹੇ ਹਾਂ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ। ਤੇ ਮਤਲਬ ਇਸ ਸੈਸ਼ਨ ਦਾ ਜਿਹੜਾ ਇੱਕ ਤੁਸੀਂ ਐਂਡ ਕੀਤਾ ਹੈ, ਜੋ ਆਪਣੀ ਆਬਜ਼ਰਵੇਸ਼ਨਸ ਦੱਸੀਆਂ ਨੇ ਪੇਪਰਾਂ ਨੂੰ ਲੈ ਕੇ, ਆ ਕਮਾਲ ਸੈਸ਼ਨ ਹੋ ਗਿਆ। ਮੈਂ ਬੜੀ ਡੀਪਲੀ ਸਾਰੇ ਉਹਨਾਂ ਨੂੰ ਪੇਪਰਾਂ ਨੂੰ ਸੁਣ ਰਿਹਾ ਸੀ, ਸਾਰਾ ਵੇਖ ਰਿਹਾ ਸੀਗਾ, ਪਰ ਬਹੁਤ ਚੰਗੀਆਂ ਗੱਲਾਂ ਤੁਸੀਂ ਕੀਤੀਆਂ ਤੇ ਮੈਨੂੰ ਲੱਗਦਾ ਇੱਕ ਜਿਹੜਾ ਹੈਪੀ ਐਂਡਿੰਗ ਦੀ ਹੈ ਸੈਸ਼ਨ ਦੀ, ਉਹ ਤੁਸੀਂ ਕੀਤੀ ਹੈਗੀ ਹੈ। ਔਰ ਬਹੁਤ ਖੂਬਸੂਰਤੀ ਦੇ ਨਾਲ ਜਿਹੜਾ ਪੇਪਰਾਂ ਦੀ ਸ਼ਲਾਘਾ ਵੀ ਕੀਤੀ ਹੈ, ਤੇ ਜਿਹੜੀ ਜਿਗਿਆਸਾਵਾਂ ਮਨ ਚ ਰੱਖਣੀਆਂ ਉਹ ਵੀ ਤੁਸੀਂ ਪੇਪਰ ਪ੍ਰੈਜ਼ੈਂਟੇਸ਼ਨ ਤੋਂ ਤੇ ਜਿਹੜੀ ਆਕਾਂਖਿਆਵਾਂ ਉਹ ਨੇ। ਤੇ ਮੈਂ ਤੁਹਾਡਾ ਧੰਨਵਾਦ ਕਰਦਾ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ ਕਿ ਅੰਗਰੇਜ਼ੀ ਵਿਸ਼ੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਬਹੁਤ ਚੰਗੀ ਤੁਸੀਂ ਜਿਹੜਾ ਪੰਜਾਬੀ ਨਾਲ ਜੁੜੇ ਹੋਏ ਹੋ, ਤੇ ਬਹੁਤ ਸੋਹਣਾ ਅੰਕਨ ਤੁਸੀਂ ਆਪਣੇ ਅਨੁਭਵਾਂ ਦੇ ਨਾਲ ਇਸ ਸੈਸ਼ਨ ਦਾ ਕੀਤਾ। ਤੇ ਮੈਂ ਸਾਰੇ ਪੇਪਰ ਪ੍ਰੈਜ਼ੈਂਟਰਸ ਦਾ ਧੰਨਵਾਦ ਕਰਦਾ, ਔਰ ਬੜੇ ਆਦਬ ਨਾਲ ਡਾਕਟਰ ਦਵਿੰਦਰ ਕੌਰ ਜੀ ਜਿਹੜੇ ਕਿ ਇਸ ਚੈਨਲ ਦੇ ਮਹਿਮਾਨ ਵਜੋਂ ਜੁੜੇ ਹੋਏ ਨੇ, ਉਹਨਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਤੇ ਫਿਰ ਡਾਕਟਰ ਅੰਜੂ ਜੀ ਤੁਹਾਡਾ ਧੰਨਵਾਦ। ਤੇ ਹੁਣ ਇਸ ਤਰੀਕੇ ਸੈਸ਼ਨ ਨੂੰ ਜਿਹੜਾ ਇੱਥੇ ਅਸੀਂ ਨਾਮ ਦਿੰਦੇ ਹਾਂ, ਔਰ